बस यही है। पहली बात तो ये है कि जमात के लिए हमें नेक ख्वाहिशात रखनी चाहिए, दुआएं करनी चाहिए कि अल्लाह ताला जमात को दिन दुगनी रात चुगनी तरक्की दे। और हमारे अंदर जो कमियां खामियां हैं, हम सब के अंदर, हम कोई भी हम में से कोई परफेक्ट नहीं है, सब के अंदर कमियां खामियां हैं। किसी ना किसी जाविये से, कोई किसी जाविये से कमजोर है, कोई किसी जाविये से कमजोर है, कोई किसी जाविये से कमजोर है। तो खुदा सबके पर्दे रखने के साथ साथ ये नहीं कि पर्दा रखे तो वो बदियां हमारे अंदर कायम रहें, बल्कि वो बदियां जो है ना, वो जो भी है कमियां खामियां, जो सुकम है, जो शॉर्ट कमिंग्स जिनको कहते हैं ना, तो वो खुदा हमारी पूरी करे। आमीन आमीन। अच्छा, ये मुझे नीचे उतार दीजिएगा, मैं भी उनके डॉलर बना दूं। ठीक। अच्छा चल चले। अस्सलाम वालेकुम। वालेकुम सलाम। ਇਹ ਲੱਗਦਾ ਤਜਦੀਦ ਇਹ ਤੇ ਬਹਿਤ ਹੈ। ਨਹੀਂ, ਇਹਦੇ ਚ ਮੈਨੂੰ ਇਹ ਨਹੀਂ ਸਮਝ ਵੀ ਆਉਂਦੀ ਹੁਸੈਨੀ ਸਾਹਿਬ, ਜਿਹੜੇ ਗੁਰੂ ਨਾਨਕ ਦੇ ਮੰਨਣ ਵਾਲੇ ਨੇ ਜਾਂ ਉਹਨਾਂ ਦੀ ਤਾਲੀਮ ਹੈ ਗਾਲਾਂ ਕੱਢਣਾ, ਨਾ ਤੇ ਜਿਹੜੇ ਉਹ ਮਹਾਤਮਾ ਬੁੱਧ ਦੇ ਮੰਨਣ ਵਾਲੇ ਨੇ ਉਹਨਾਂ ਦੀ ਤਾਲੀਮ ਹੈ ਗਾਲਾਂ ਕੱਢਣਾ। ਮੇਰਾ ਨਹੀਂ ਖਿਆਲ ਕਿ ਕਿਸੇ ਜਗ੍ਹਾ ਵੀ ਗਾਲਾਂ ਕੱਢਣ ਦੀ ਕੋਈ ਤਾਲੀਮ। ਦੁਨੀਆ ਦੀ ਕਿਹੜਾ ਮਜ਼ਹਬ ਹੈ, ਕਿਹੜੀ ਕਮਿਊਨਿਟੀ ਹੈ, ਕਿਹੜੀ ਮਜ਼ਹਬੀ ਤਾਲੀਮ ਵਿੱਚ ਆਉਂਦਾ ਗਾਲਾਂ ਕੱਢਣਾ? ਕਿਸੇ ਵੀ ਇੱਕ ਰਹਿਨੁਮਾ ਦੀ ਇਹ ਤਾਲੀਮ ਨਹੀਂ ਕਿ ਤੁਸੀਂ ਜਾ ਕੇ ਗਾਲਾਂ ਕੱਢੋ। ਇਹ ਦਾਅਵਾ ਕਰਨਾ ਕਿ ਜਮਾਤ ਅਹਿਮਦੀਆ ਦੀ ਤਾਲੀਮ ਨਹੀਂ, ਬਈ ਹੈ ਕਿਹਦੀ ਇਹ ਤਾਲੀਮ? ਕਿਸੇ ਦੀ ਵੀ ਤਾਲੀਮ ਨਹੀਂ। ਜਿਹੜੇ ਗਾਲਾਂ ਕੱਢਦੇ ਨੇ ਉਹ ਬਾਗੀ ਹੁੰਦੇ ਨੇ, ਜਾਂ ਉਹ ਹਰ ਮਜ਼ਹਬ ਤੋਂ, ਹਰ ਤਾਲੀਮ ਤੋਂ, ਹਰ ਇੱਕ ਤੋਂ ਬਾਗੀ ਹੁੰਦੇ ਨੇ। ਕਾਰਟੂਨ ਬਣਾਉਣਾ, ਗਾਲਾਂ ਕੱਢਣਾ, ਤਮਸਖਰ ਕਰਨਾ ਔਰ ਪ੍ਰੋਵੋਕ ਕਰਨਾ, ਅਸਲ ਵਿੱਚ ਉੱਥੋਂ ਅਲਫਿਤਨਾ ਤੋਂ ਅਸ਼ਦ ਮਿਨਲ ਕਤਲ ਹੈ ਨਾ। ਗੱਲ ਪ੍ਰੋਵੋਕ ਤੋਂ ਸ਼ੁਰੂ ਹੁੰਦੀ ਹੈ, ਜਿਹਨੂੰ ਅਸੀਂ ਗਾਲ ਤੇ ਨਹੀਂ ਕਹਿ ਸਕਦੇ, ਲੇਕਿਨ ਉਹ ਤਰ੍ਹਾਂ ਉਹ ਗੁੜ ਲਾਣਾ ਹੁੰਦਾ ਹੈ ਦੀਵਾਰ ਦੇ ਉੱਤੇ, ਜਿਹਦੇ 'ਤੇ ਮੱਖੀ ਆਉਂਦੀ ਹੈ, ਅਤੇ ਫਿਰ ਅੱਗੇ ਕੰਮ ਸ਼ੁਰੂ ਹੋ ਜਾਂਦਾ, ਅਤੇ ਫਿਰ ਡਾਂਗੋ ਡਾਂਗੀ ਹੋ ਜਾਂਦਾ ਕੰਮ। ਇਹੋ ਹੀ ਗੱਲ ਹੈ। ਨਹੀਂ ਤਾਂ ਉਹਨਾਂ ਨੇ ਇਹੋ ਹੀ ਕਿਹਾ ਨਾ ਕਿ ਸਾਡੀ ਜਮਾਤ ਦੀ ਤਾਲੀਮ ਨਹੀਂ ਹੈਗੀ ਗਾਲਾਂ ਕੱਢਣੀਆਂ। ਉਹਨਾਂ ਕਿਸੇ ਤੇ ਇਲਜ਼ਾਮ ਤੇ ਨਹੀਂ ਲਾਇਆ ਕਿ ਫਲਾਣੇ ਲੋਕ ਜਿਹੜੇ ਉਹ ਗਾਲਾਂ ਕੱਢਦੇ ਨੇ। ਉਹਨਾਂ ਤੇ ਆਪਣੀ ਕਿਹਦੀ ਜਮਾਤ ਦੀ ਇਹ ਤਾਲੀਮ, ਕਿਸ ਮਜ਼ਹਬ ਦੀ ਇਹ ਤਾਲੀਮ ਹੈ? ਅਗਰ ਕੋਈ ਹੋਰ नहीं मिर्जा साहब अली वाला साहब ਤੁਸੀਂ ਇਸ ਪਾਸੇ ਜਾਂਦੇ ਕਿਉਂ ਜੇ? कादियानियत की तालीम है, गलत है गल, इस तरह ਤੁਸੀਂ नहीं ਇਸ है। ਪਾਸੇ ਕਿਉਂ जा रहे जी? उन्होंने तो यही किया कि गालियां सुन के दुआ दो, आके दुख आराम दो, बस ठीक है। देखो तुम दिखाओ इनकसार। तो ये गल ਮਤਲਬ ਇਹ ਵੀ ਉਹਨਾਂ ਨੇ ਆਪਣੀ ਜਮਾਤ ਦੇ ਬਾਰੇ ਕਿਹਾ ਨਾ ਕਿ ਸਾਡੀ ਤਾਲੀਮ ਨਹੀਂ ਹੈਗੀ, जी ਤੇ ਤੁਸੀਂ ਹੁਣ ਇਹ ਸੋਚੋ ਜੀ ਸਾਡੀ ਤਾਲੀਮ ਨਹੀਂ ਹੈਗੀ ਤੇ ਇਹਦਾ ਮਤਲਬ ਦੂਸਰੇ ਦੀ ਤਾਲੀਮ ਹੈਗੀ। ਇਹ ਕਿਉਂ ਸੋਚਦੇ ਜੀ ਤੁਸੀਂ? ਆਜ਼ਾਈਤਨੀ ਖੁਬਸਨ, ਕਿਸੇ ਦੀ ਵੀ ਨਹੀਂ ਤਾਲੀਮ ਹੈਗੀ। ਇਹ ਕਿਹਦੀ ਤਾਲੀਮ ਹੈ? ਆਜ਼ਾਈਤਨੀ ਖੁਬਸਨ ਫਲਸਤ ਬਿਸਾदिकिन इल्लम तमुत बिलखिज़्य या इब्ने बगा। ਇਹ ਕਿਹਦੀ ਤਾਲੀਮ? ਅਸਲ ਗੱਲ ਇਹ ਹੈ ਕਿ ਜਿਹੜੇ ਮੌਕੇ ਦੀ ਮੁਨਾਸਬਤ ਨਾਲ ਅਲਫਾਜ਼ ਨੇ ਨਾ, ਜਿਸ ਤਰ੍ਹਾਂ ਇੰਨਾ ਸ਼ਰਤ ਦਵਾਬ ਹੈ, ਤੇ ਹਰ ਜ਼ੁਬਾਨ ਦੇ ਵਿੱਚ, ਹਰ ਮਜ਼ਹਬ ਦੇ ਵਿੱਚ ਉਹਨਾਂ ਨੂੰ ਤਬਤ ਯਦਾ ਅਬੀ ਲਹਬ व तब ਹੈ। ਉਹਨੂੰ ਅਸੀਂ ਜਰਨਲ ਨਹੀਂ ਲੈ ਸਕਦੇ। ਉਹ ਤਾਂ ਠੀਕ ਹੈ ਜਿਨ੍ਹਾਂ ਦੋ ਬੰਦਿਆਂ ਦੇ ਦਰਮਿਆਨ ਹੈ, ਉਹਨਾਂ ਦੇ ਦਰਮਿਆਨ ਹੀ, ਉਹਨੂੰ ਅਸੀਂ ਸਾਰਿਆਂ ਦੇ ਉੱਤੇ ਤਾਂ ਨਹੀਂ ਫੈਲਾ ਸਕਦੇ ਕਿ ਇਹ ਕੋਈ ਤਾਲੀਮ ਦਿੱਤੀ ਗਈ ਹੈ ਕਿ ਸਾਰੇ ਇਸ ਤਰ੍ਹਾਂ ਕਰੋ। ਅਤੇ ਇਹ ਸਿਰਫ ਅਸਲ ਵਿੱਚ ਇਨਲ ਇਨਸਾਨਾ ਅਲਾ ਨਫਸਿhi ਬਸੀਰਤੁ ਵਲੋ ਅਲਕਾ ਮਾਜ਼ੀਰਾ, ਅਤੇ ਇਨਸਾਨ ਉਹਦੇ ਵਾਸਤੇ ਉਜ਼ਰ ਖਾਈਆਂ ਬਣਾਉਂਦਾ ਹੈ ਨਾ, ਅਤੇ ਫਿਰ ਉੱਥੇ ਛੇੜ ਸ਼ੁਰੂ ਹੋ ਜਾਂਦੀ ਹੈ, ਅਤੇ ਵਕਤ ਤੱਕ ਫਿਰ ਉਹ ਬਾਅਦ ਵਿੱਚ ਉਹਨੂੰ ਪੈਚ ਲਗਾਉਣਾ ਅਤੇ ਉਹ ਸਾਰਾ। ਬਾਕੀ ਦੋਏ ਪਾਸੇ ਕੰਮ ਇੱਕੋ ਜਿਹਾ ਹੀ ਹੈ, ਕੋਈ ਐਸੀ ਗੱਲ ਨਹੀਂ। ਇਹ ਨਹੀਂ ਹੈ ਵੀ ਪ੍ਰਵੋਕ ਇੱਕ ਪਾਰਟੀ ਕਰਦੀ ਹੈ ਅਤੇ ਦੂਸਰੀ ਨਹੀਂ ਕਰਦੀ, ਗਾਲਾਂ ਇੱਕ ਕੱਢਦੀ ਹੈ ਅਤੇ ਦੂਸਰੀ ਨਹੀਂ ਕੱਢਦੀ। ਦੋਏ ਪਾਰਟੀਆਂ ਮੈਦਾਨ 'ਚ ਖੜੀਆਂ ਨੇ, ਇੱਕ ਦੂਸਰੇ ਨਾਲ ਸ਼ਰਾਰਤ ਦਾ ਹਰ ਵਕਤ ਪ੍ਰੋਗਰਾਮ ਹੁੰਦਾ ਹੀ ਰਹਿੰਦਾ। ਦੇਖੋ, ਤਾਲੀਮ ਤੇ ਕਿਸੇ ਦੀ ਵੀ ਨਹੀਂ ਹੁੰਦੀ ਨਾ। ਬਸ ਜਿਸ ਵੇਲੇ ਲੋਕੀ ਸ਼ੁਰੂ ਹੋ ਜਾਂਦੇ ਨੇ ਤੇ ਫਿਰ ਉਹ ਭੁੱਲ ਆ ਜਾਂਦੇ ਨੇ ਆਪਣੀਆਂ ਤਾਲੀਮਾਂ ਨਾਲ। ਬਾਕੀ ਇਹ ਵੀ ਕਿ ਜਿਹੜੀ ਤੁਸੀਂ ਗੱਲ ਪੇ ਕਰਦੇ ਹੋ ਨਾ, ਕੁਰਾਨ ਨੇ ਜਿਹੜੇ ਉਹਨਾਂ ਦੇ ਮੁਖਾਲਫੀਨ ਸਨ ਨਬੀ ਅਲੈਹਿਸਸਲਾਤੁ ਵਸਸਲਾਮ ਦੇ, ਉਹਨਾਂ ਨੂੰ ਜਵਾਬਨ ਜਾਂ ਉਹਨਾਂ ਦੇ ਇਨਕਾਰ ਦੀ ਵਜ੍ਹਾ ਤੋਂ ਸਖਤ ਵਈਦਾਂ, ਸਖਤ ਅਲਫਾਜ਼ ਤੇ ਸੁਣਾਏ ਨੇ। ਲੇਕਿਨ ਇਸ ਤਰ੍ਹਾਂ ਦਾ ਤਾਂ ਕਿਸੇ ਨੇ ਉਹਨਾਂ ਨੇ ਆਖਿਆ ਵੀ ਹੈ
ਇਹ ਫਲਾਣਾ ਬੰਦਾ ਜਿਹੜਾ ਹੈ ਮਤਲਬ ਉਹਦੀ ਮਾਂ ਗਾਲਾਂ ਜਾਂ ਪਿਓ ਨੂੰ ਗਾਲਾਂ ਇਹੋ ਜਿਹੀ ਕਲੀਮ ਕੋਈ ਨਹੀਂ ਦਿੱਤੀ। ਕੋਈ ਪਸ ਮੰਜ਼ਰ ਹੋਏਗਾ ਨਾ, ਉਹ ਇਸ ਤਰ੍ਹਾਂ ਹੀ ਹੈ ਨਾ, ਜਿੱਥੇ ਵੀ ਕੋਈ ਐਸੀ ਗੱਲ ਹੁੰਦੀ ਹੈ ਉਹਦੇ 'ਚ ਕਿਸੇ ਨਾ ਕਿਸੇ ਜਗ੍ਹਾ ਤੋਂ ਟ੍ਰਿਗਰ ਹੋਈ ਹੁੰਦੀ ਨਾ ਗੱਲ, ਤੇ ਫਿਰ ਉਹਦੀ ਵਜ੍ਹਾ ਨਾਲ ਉਹਨਾਂ ਦੇ ਦਰਮਿਆਨ ਉਹ ਗੁਫ਼ਤਗੂ ਹੁੰਦੀ ਹੈ। ਉਹਨੂੰ ਅਸੀਂ ਜਰਨਲ ਦੇ ਉੱਤੇ ਤੇ ਨਹੀਂ ਨਾ, ਵਰਨਾ ਤਾਂ ਫਿਰ ਉਹੀ ਹੋਏਗਾ ਕਿ ਤਾਲੀਮ ਹੈ ਕਿ ਤੁਸੀਂ ਗਾਲਾਂ ਸ਼ੁਰੂ ਕਰੋ ਤੇ ਹਰ ਵਕਤ ਗਾਲਾਂ ਕੱਢੋ, ਤੇ ਉਹਦਾ ਤਾਂ ਫਿਰ ਕੋਈ ਗੁਫ਼ਤਗੂ ਕਰਨ ਦਾ ਤਾਂ ਫਿਰ ਉਮੀਦ ਰੱਖਣੀ ਗਲਤ ਹੈ ਨਾ। ਕਿਸੇ ਨੂੰ ਕਹਿਣਾ ਕਿ ਗੁਫ਼ਤਗੂ ਅਗਰ ਇਹ ਪਤਾ ਲੱਗ ਜਾਏ ਕਿ ਇੱਥੇ ਤਾਲੀਮ ਹੀ ਗਾਲਾਂ ਦੀ ਹੈ, ਤੇ ਉਹਨਾਂ ਨਾਲ ਗੁਫ਼ਤਗੂ ਕਰਨ ਦਾ ਮਕਸਦ ਕੀ ਹੈ? ਫਿਰ ਕਿਉਂ ਕਰਦੇ ਹੋ ਗੁਫ਼ਤਗੂ, ਕਿਉਂ ਤਵੱਕੋ ਰੱਖਦੇ ਹੋ ਗੁਫ਼ਤਗੂ? ਮੇਰਾ ਖਿਆਲ ਹੈ ਕਿ ਜਿਹੜੀ ਨਾ ਸਾਇੰਸ ਸੋਸ਼ਲ ਮੀਡੀਆ ਵਾਲੀ ਸਾਰੀ ਜੀ ਜੀ ਇਹ ਬੜੀ ਐਜੂਕੇਟਡ ਲੋਕਾਂ ਵਾਸਤੇ ਜਾਂ ਸਿਵਲਾਈਜ਼ਡ ਸੁਸਾਇਟੀਆਂ ਵਾਸਤੇ ਵੇ, ਜਾਂ ਜਿਹੜੇ ਬੜੇ ਬਾਰੀਕ ਬੀਨ ਔਰ ਸਮਝਦੇ ਨੇ ਮਾਮਲੇ ਦੀ ਨਜ਼ਾਕਤ ਨੂੰ, ਵੀ ਅਸੀਂ ਕਿਸ ਹੱਦ ਤੱਕ ਗੱਲ ਕਰਨੀ ਹੈ ਤੇ ਕਿੱਥੇ ਜਾ ਕੇ ਆਪਣਾ ਡਾਇਲੌਗ ਛੱਡ ਕੇ ਪਿੱਛੇ ਹਟ ਜਾਣਾ, ਜਾਂ ਜਿਨ੍ਹਾਂ ਦੀ ਕੋਈ ਡੈਡਲਾਈਨ ਹੈ ਕਿ ਬਈ ਇੱਥੋਂ ਤੱਕ ਅਸੀਂ ਗੱਲ ਕਰਨੀ ਹੈ। ਜਾਂ ਅਸੀਂ ਮੇਰਾ ਖਿਆਲ ਹੈ ਯਾਨੀ ਕਿ ਕੌਮੀ ਲਿਹਾਜ਼ ਨਾਲ ਹੀ ਉੱਥੇ ਤੱਕ ਨਹੀਂ ਪਹੁੰਚੇ। ਇਹਦੇ 'ਚ ਨਾ ਕੋਈ ਮੈਂ ਮੁਸਲਮਾਨਾਂ ਨੂੰ ਕਹਿ ਰਿਹਾ ਨਾ ਦੂਜਿਆਂ ਨੂੰ ਕਹਿ ਰਿਹਾ, ਕੌਮੀ ਲਿਹਾਜ਼ ਨਾਲ ਹੀ, ਕਿਉਂਕਿ ਅਸੀਂ ਪਿੱਛੇ ਰਹੇ ਹਾਂ ਜਹਾਲਤ ਵੱਲੋਂ, ਜਾਂ ਇਲਮ ਵੱਲੋਂ, ਤੇ ਉਹ ਸਾਡੀ ਕੌਮ ਜਿਹੜੀ ਹੈ ਨਾ ਮਜਮੂਈ ਤੌਰ ਤੇ ਉਹਦਾ ਮਿਆਰ ਹੀ ਇਹ ਚੀਜ਼ਾਂ ਯੂਜ਼ ਕਰਨ ਵਾਲਾ ਇੰਨਾ ਨਹੀਂ ਹੈ। ਠੀਕ ਹੈ। ਉਹ ਜਦ ਤੱਕ ਉਹਨਾਂ ਦਾ ਟਾਇਰਡ ਖੁੱਲ ਨਹੀਂ ਰਹਿੰਦਾ, ਉਹ ਗੁਫ਼ਤਗੂ ਕਈ ਵਾਰੀ ਮੈਂ ਵੇਖਿਆ ਗੁਫ਼ਤਗੂ ਹੋ ਚੁੱਕੀ ਹੁੰਦੀ ਹੈ, ਜਾਂ ਪਤਾ ਪਿਆ ਲੱਗਦਾ ਹੁੰਦਾ ਵੀ ਇਹਨਾਂ ਦੇ ਦਰਮਿਆਨ ਜੋ ਕੋਈ ਕੱਟੀ ਕੱਟਾ ਨਿਕਲਣਾ ਹੈ ਉਹ ਨਿਕਲ ਗਿਆ ਹੈ, ਜਾਂ ਲੇਕਿਨ ਇਹ ਉਹ ਛੱਡ ਨਹੀਂ ਰਹੇ ਇੱਕ ਦੂਜੇ ਨੂੰ। ਛੱਡਣਾ ਉਹਨਾਂ ਉਸ ਵੇਲੇ ਜਿਸ ਵੇਲੇ ਕਿਸੇ ਦੀ ਮਾਂ ਪੈ ਕੇ ਕਰਦੇ, ਕਿਸੇ ਦੀ ਮਾਂ ਪੈ ਕੇ ਕਰਦੇ। ਉਹ ਲੱਜ ਲੱਗਦੀ ਹੈ ਨਾ ਨਿਕਲਿਆ ਜਾਂਦਾ ਨਾ ਉਗਲਿਆ ਜਾਂਦਾ, ਸੱਪ ਦੇ ਮੂੰਹ 'ਚ ਕਿਰਲਾ, ਤੇ ਇਹ ਗੱਲ ਬਣੀ ਪਈ ਹੁੰਦੀ ਹੈ। ਠੀਕ ਹੈ ਗੱਲ। ਨਹੀਂ, ਇਹ ਵੀ ਤਾਂ ਕਿਹਾ ਜਾ ਸਕਦਾ ਹੈ ਵੀ ਲੋ ਜਿਹੜੀ ਗੱਲ ਤੁਸੀਂ ਕਰਨੀ ਤੁਹਾਡੀ ਵੀ ਆ ਗਈ ਤੇ ਜਿਹੜੀ ਮੈਂ ਕਰਨੀ ਮੇਰੀ ਵੀ ਆ ਗਈ। ਜੀ ਸਾਨੂੰ ਵੀ 2.5 ਸਾਲ ਹੋ ਗਏ ਨੇ ਇੱਥੇ, ਅਸੀਂ ਤੇ ਕਦੇ ਕੋਈ ਸਖਤ ਲਫ਼ਜ਼ ਕਿਸੇ ਦੇ ਮੁਤਲਕ ਨਹੀਂ ਬੋਲਿਆ, ਤੇ ਸਾਰਿਆਂ ਦਾ ਗੱਲ ਤੇ ਇੱਕ ਤਰਫ ਰਹਿ ਗਈ, ਸਖਤ ਲਫ਼ਜ਼ ਵੀ ਨਹੀਂ ਬੋਲਿਆ। ਬਹਰਹਾਲ ਸੁਣ ਰਹੇ ਹਾਂ ਸਾਰੀਆਂ ਗੱਲਾਂ, ਫੋਟੋਆਂ ਤੇ ਤੁਹਾਡੀਆਂ ਚੰਗੀਆਂ ਨੇ ਨਾ ਲੋਕਾਂ ਨੇ, ਠੀਕ ਹੈ, ਉਹਨਾਂ ਦੀ ਮਿਹਰਬਾਨੀ ਹੈ। ਉਂਝ ਪਹਿਲਾਂ ਇਲਜ਼ਾਮਾਤ ਤੁਹਾਡੇ ਤੇ ਵੀ ਲੋਕਾਂ ਨੇ ਮੈਂ ਤੇ ਨਹੀਂ ਨਾ ਕਿਸੇ ਦੀ ਫੋਟੋ ਟੰਗੀ, ਨਾ ਮੈਂ ਕਿਸੇ ਦੀ ਫੋਟੋ ਟੰਗੀ ਹੈ, ਨਾ ਮੈਂ ਕਿਸੇ ਦਾ ਕਾਰਟੂਨ ਬਣਾਇਆ ਹੈ, ਨਾ ਮੈਂ ਕਿਸੇ ਨੂੰ ਜਵਾਬਨ ਵੀ ਗਾਲੀ ਨਹੀਂ ਦਿੱਤੀ। ਨਹੀਂ, ਤੁਸੀਂ ਤੇ ਜਿੰਨੀ ਕੁ ਤੁਹਾਡੇ 'ਚ ਬਰਦਾਸ਼ਤ ਹੈ ਇੰਨੀ ਤੇ ਮੈਂ ਸਮਝਦਾ ਕਿ ਸਗੋਂ ਬੰਦੇ ਨੂੰ ਇਰੀਟੇਸ਼ਨ ਸ਼ੁਰੂ ਹੋ ਜਾਂਦੀ ਹੈ ਕਿ ਇੰਨੀ ਬਰਦਾਸ਼ਤ ਤੇ ਬੰਦੇ 'ਚ ਹੋ ਸਕਦੀ ਨਹੀਂ ਹੈ। ਵੱਲਾ ਮੈਂ ਤਾਂ ਸਹੀ ਗੱਲ ਕਹਿਣਾ, ਅਸੀਂ ਤੇ ਖੁਦ ਤੁਹਾਡੇ ਕੋਲੋਂ ਕਈ ਚੀਜ਼ਾਂ ਸਿੱਖੀਆਂ ਨੇ। ਤੁਹਾਡੇ 'ਚ ਵੀ ਹੈ, ਤੁਸੀਂ ਵੀ ਨਿਹਾਇਤ ਦਰਜਾ ਬਰਦਾਸ਼ਤ ਕਰਦੇ ਹੋ, ਬਹੁਤ ਖੂਬਸੂਰਤ ਗੁਫ਼ਤਗੂ ਕਰਦੇ ਹੋ, ਅੱਛੀ ਤਰ੍ਹਾਂ ਪਾਉਂਦੇ ਹੋ, ਦੇਰ ਤੱਕ ਮੌਕਾ ਦਿੰਦੇ ਹੋ ਕਿ ਬਈ ਠੀਕ ਹੈ। ਫਿਰ ਜ਼ਾਤੀਆਤ ਦੇ ਉੱਤੇ ਤੁਸੀਂ ਕਦੇ ਜਵਾਬ ਨਹੀਂ ਦਿੱਤਾ, ਇਹ ਵੀ ਠੀਕ, ਇਹ ਵੀ ਗੱਲ ਤੁਹਾਡੀ ਬਿਲਕੁਲ ਠੀਕ। ਇਹ ਸਾਰੇ ਤੁਹਾਡੇ ਆਲਾ ਅਖਲਾਕ ਨੇ। ਉਹ ਇਹ ਗੱਲ ਜਦੋਂ ਮੈਂ ਕਹਿਣਾ ਤੇ ਇਹ ਅਸਲ ਵਿੱਚ ਸੱਚਾਈ ਦਾ ਇਤਰਾਫ ਹੈ, ਇਹਦੇ 'ਚ ਕੋਈ ਤੁਹਾਡੀ ਮੈਂ ਪਜ਼ੀਰਾਈ ਨਹੀਂ ਕਰ ਰਿਹਾ, ਕੋਈ ਕੁਛ ਨਹੀਂ ਕਰ ਰਿਹਾ, ਬਸ ਜੋ ਸੱਚੀ ਗੱਲ ਇੰਝ ਹੀ ਹੈ। ਤੇ ਫਿਰ ਦੋਸਤ ਇਹਦੇ ਤੇ ਨਾਰਾਜ਼ ਹੁੰਦੇ ਨੇ ਵੀ ਤੂੰ ਉਹਨਾਂ ਦੇ ਮੁਤਲਕ ਇਹ ਗੱਲ ਕਿਉਂ ਕਹੀ ਹੈ। ਮਲਿਕ ਸਭ ਤੋਂ ਪਹਿਲਾਂ ਮਲਿਕ ਸਾਹਿਬ ਨਾਰਾਜ਼ ਹੋਏ, ਮਲਿਕ ਕਮਾਨ ਸਾਹਿਬ, ਤੇ ਉਹ ਜਿਹੜੇ ਸਾਡੇ ਖਾਨ ਸਾਹਿਬ ਹੈ, ਖਾਨ ਸਾਹਿਬ ਅੱਜ ਕੱਲ੍ਹ ਆਉਂਦੇ ਨਹੀਂ, ਪਤਾ ਨਹੀਂ ਕਿੱਧਰ ਗਏ ਨੇ, ਕਿਸੇ ਹੋਰ ਬਰਾੜ ਤੇ ਆਉਂਦੇ ਨੇ। ਉਹਨਾਂ ਨੇ ਮੈਨੂੰ WhatsApp ਤੇ ਮੈਸੇਜ ਆਹ ਸਵੇਰੇ ਕੀਤੇ ਆ, ਅੱਛਾ, ਇਸਮੋ ਅਹਿਮਦ ਦੇ ਬਾਰੇ। ਅੱਛਾ, ਤੇ ਮੇਰਾ ਖਿਆਲ ਹੈ ਮੈਂ ਤੁਹਾਨੂੰ ਕੱਢ ਕੇ ਬਹਾਨਾ ਆਪਣਾ ਤਾਹਿਰ ਖਾਨ ਦੀ ਗੱਲ ਪੁੱਛਦੇ ਪਏ ਹੋ। ਜੀ 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 ਜੀ, ਮੈਂ ਤੁਹਾਨੂੰ ਦੱਸਣਾ ਉਹਨਾਂ ਮੈਨੂੰ ਮੈਸੇਜ ਕੀ ਕੀਤਾ ਹੈ। ਮੇਰੇ ਹਾਲੇ ਕੋਈ ਵੀਡੀਓ ਘੱਲੀ ਨੇ, ਥੱਲੇ ਉਹਨਾਂ ਨੇ ਕੋਈ ਮੈਸੇਜ ਲਿਖ ਕੇ ਕੀਤਾ ਹੈ। ਅੱਛਾ, ਤੇ ਉਹਦਾ ਫਿਰ ਮੈਂ ਉਹਨਾਂ ਨੂੰ ਜਵਾਬ ਦਿੱਤਾ ਹੈ। ਕਹਿੰਦੇ ਨੇ ਹਾਂ ਸੂਰਾ ਸਾਫ ਦੀ ਉਹ ਆਇਤ ਘੱਲ ਕੇ ਨਾ, ਇਸਮੋ ਅਹਿਮਦ ਅਲੀ ਯਾ वाइस काला ईसा इब्न मरियम या बनी इसराइल इन्नी रसूलुल्लाह इलैकुम मुसद्दिक़न लिमा बैना यदैया मिनत तौरात व मुबश्शिरन बिरसूल याती मिन बाद इस्मुहु अहमद फलम्मा जाअहुम बिल बैयिनात क़ालू हाज़ा सिहरुन मुबीन। थल्ले ਉਹਦਾ ਤਰਜਮਾ ਵੀ ਲਿਖਿਆ ਤੇ ਥੱਲੇ ਆਪਣੇ ਨੂੰ ਜਿਹੜਾ ਮੈਸੇਜ ਲਿਖਿਆ ਨੇ, ਕਹਿੰਦੇ ਨੇ ਮੁਹੰਮਦ रसूलुल्लाह सल्लल्लाहु अलैहि वसल्लम की दूसरी बेइज्जत की पेशगोई अहमद नाम से हजरत ईसा की जुबान से कि वो मेरे बाद आएगा, मतलब मेरे मरने के बाद आएगा।
ਇਹ ਉਹਨਾਂ ਨੇ ਮੈਨੂੰ ਮੈਸੇਜ ਸਵੇਰੇ ਕਿੰਨੇ ਵਜੇ ਕੀਤਾ ਹੈ? 11:37 ਤੇ। ਤੇ ਮੈਂ ਉਹਨਾਂ ਨੂੰ ਫਿਰ ਨਾ ਮਿਰਜ਼ਾ ਸਾਹਿਬ ਦਾ ਉਹ ਸਕੈਨ ਘੱਲਿਆ ਰੂਹਾਨੀ ਖਜ਼ਾਇਨ ਦੀ 17ਵੀਂ ਜਿਲਦ ਦਾ 443 ਸਫੇ ਤੇ ਜੀ ਮਿर्जा साहब 40 ਚ ਲਿਖਿਆ है, 40 नंबर 4 ਚ। या कि तुम सुन चुके हो कि हमारे नबी सल्लल्लाहु अलैहि वसल्लम के 2 नाम हैं, एक मोहम्मद सल्लल्लाहु अलैहि वसल्लम और ये नाम तौरात में लिखा गया है, जो एक आदशी शरीयत है, जैसा कि शायद से ज़ाहिर मोहम्मद रसूलुल्लाह वल्लज़ीना माअहु अशिद्दउ अलल कुफ़ार रुहमाउ बैनहुम या ज़ालिका मिस्लुहुम फित तौरात। दूसरा नाम अहमद है या सल्लल्लाहु अलैहि वसल्लम, और ये नाम इंजील में है या जो एक जमाली रंग में तालीम इलाही है, जैसा कि शायद से ज़ाहिर होता है। व मुबशरम बे रसूल याती मिन बाद इस्मुहु अहमद। ते मैं थले लिखा है भी झूठ के पाँव नहीं होते, ये मिर्जा साहब तो कहते हैं कि वो पेशगी रसूल करीम के लिए है। ते पढ़ के ना धर सड़िया ने पर ठप के बस जवाब नहीं फिर दिता। पता नहीं बेसत जब बात तो आपने मिर्जा बशीरुद्दीन महमूद अहमद साहब रज़ी अल्लाह अन्हु ने भी लिखी है, वो तफसीर सगीर में क्या है जो उनका नाम ये अहमद मोहम्मद का ये फारकलीत के तौर पे आया है उसमें, ये इशारा किया अंजील में या बाइबल में। या तो ये मिर्जा साहब के लिए कैसे होगी पेशगी? अलग एक लिखा है नोट लिखा, वो कहते हैं अल्लामा साहब की एक ये खूबी भी है कि इल्मी लोगों से इख्तलाफ ज़रूर करते हैं लेकिन फालतू ज़िद नहीं करते। जज़ाकल्लाह। जज़ाकल्लाह जी। जी जी हाँ नहीं वो ਜਦੋਂ मिर्जा साहब ने बड़ा वादे तौर ਤੇ देखो ना कि नबी करीम सल्लल्लाहु अलैहि वसल्लम ਦੀ ਦੋਏ ਨਾਂ ਨੇ मोहम्मद ਜਿਹੜਾ ਹੈ ਉਹ ਜਲਾਲੀ ਨਾਂ ਹੈ, ਅਹਿਮਦ ਜਿਹੜਾ ਹੈ ਉਹ ਜਮਾਲੀ ਨਾਂ ਹੈ। ਉਹਨੂੰ ਤੌਰਾਤ ਦੀ ਤਰਫ ਮਨਸੂਬ ਕੀਤਾ ਹੈ, ਇਹਨੂੰ ਇੰਜੀਲ ਦੀ ਤਰਫ ਮਨਸੂਬ ਕੀਤਾ ਹੈ। ਇਹ ਸਾਰੀਆਂ ਗੱਲਾਂ ਕਹਿ ਕੇ ਫਿਰ ਪਤਾ ਨਹੀਂ ਕਿਉਂ ਉਹਦੇ ਚੋਂ ਕੀ ਨਤੀਜਾ ਕੱਢਦੇ ਨੇ। ਔਰ ਜਿੱਥੇ ਤੱਕ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਦੀ ਬਿਸਤ ਸਾਨੀਆ ਹੈ, ਅਗਰ ਕੋਈ ਗੱਲ ਹੁੰਦੀ ਤਾਂ ਰਸੂਲullah ਖੁਦ ਫਰਮਾਉਂਦੇ ਨਾ। ਇਹ ਕਿਸੇ ਹਦੀਸ ਵਿੱਚ ਮਿਲਦਾ ਹੈ ਕਿ ਰਸੂਲullah ਨੇ ਬਿਸਤ ਸਾਨੀਆ ਦਾ ਕੋਈ ਜ਼ਿਕਰ ਕੀਤਾ ਹੋਵੇ? कदे भी नहीं। हाँ मतलब ये पता नहीं कित्थों बना लिया लफ्ज। बस जिस वेले करना होवे कोई गड़बड़ करनी होवे कुरान नाल हदीस नाल आयतां नाल ते जो मर्जी हो ਜਿਹੜੀ ਆਖਰੀ ਨਾ ਮਿਨਹੁਮ ਲੰਮਾ ਯਲਹਕੂ ਬਿਹਿਮ हाँ जी ਉਹਦੇ ਵਿੱਚੋਂ ਕਰਕੇ ਤੇ ਆਂਦੇ ਨੇ ਇੱਥੇ ਦੂਸਰੀ ਬੇਇੱਜ਼ਤ ਹੀ ਦੱਸਿਆ ਗਿਆ। ਆਖਰੀਨ ਮਿਨਹੁਮ ਜਿਹੜਾ ਹੈ ਉਹਦੇ ਚ ਆਖਰੀਨ ਦਾ ਲਫ਼ਜ਼ ਵੀ ਜਮਾ ਦਾ ਲਫ਼ਜ਼ ਹੈ, ਲੰਮਾ ਯਲਹਕੂ ਬਿਹਿਮ ਵੀ ਜਮਾ ਦਾ ਲਫ਼ਜ਼ ਹੈ। ਔਰ ਜਿਹੜੀ ਉਹਦੇ ਨਾਲ ਹਦੀਸ ਮਿਲਾਈ ਜਾਂਦੀ ਹੈ ਉਹਦੇ ਚ ਪੁੱਛਣ ਵਾਲਿਆਂ ਨੇ ਪੁੱਛਿਆ ਮਨਹੁਮ ਯਾ ਰਸੂਲullah, ਇਹ ਕੌਣ ਲੋਕ ਨੇ? ਰਸੂਲullah ਦੇ ਜਵਾਬ ਵੀ ਉਹਦੇ ਚ ਇਹ ਹੈ ਕਿ ਜਿਹੜਾ ਜਮਾ ਦਾ ਸੀਗਾ ਹੈ ਰਿਜਾਲੁਨ ਔਰ ਰਜੁਲੁਨ, ਪਹਿਲੇ ਰਿਜਾਲੁਨ ਹੈ ਫਿਰ ਰਜੁਲੁਨ ਹੈ। ਉਹਨੂੰ ਗਲਤੀ ਲੱਗੀ ਹੈ ਬਿਆਨ ਕਰਨ ਵਾਲੇ ਨੂੰ, ਉਹ ਕਹਿੰਦਾ ਸ਼ਾयद रिजालन किया या रजुलन किया। सारे जैसे नबी एक होता है और सहाबा उसके सहाबा। हाँ जी, नबी एक ही होता है और उसके सहाबा होते हैं, इसमें कोई शक नहीं। हाँ, एक और एक से ज्यादा लोग हैं नहीं, एक और एक से ज्यादा लोग सहाबी या ज्यादा सहाबी या एक नबी और ज्यादा नबी, क्या क्या कहना चाहते हैं? मान होम का क्या मतलब है? नबी और उसके सहाबा, उम्मती नबी और उसके कहाँ से उम्मती नबी? इसमें कहाँ लिखा है उम्मती नबी? अपनी तरफ से अपनी खुशनुदी की खातर, अपने आप को शाबाश देने की खातर मानहुम का तर्जमा उम्मती नबी बना दें, कोई है बात करने वाली? मानहुम नहीं मिनहुम, एक मिनट, मानहुम है भाई, मानहुम जो पूछा है वो भाई जो उन्होंने हदीस में पूछा है वो मनहुम है, वो मिनहुम नहीं है। वो कौन लोग हैं? हाँ, हदीस में ये पूछा है। हाँ, वो कौन लोग हैं? वो आखिरी का पूछा ना कि वो कौन लोग? वो ये नहीं पूछा वो कौन बंदा है, एक बंदे का नहीं पूछा। हाँ, कौन लोग ही पूछा है। कौन लोग हैं जो अभी नहीं मिले, तो वो लोग हैं, वो लोग हैं जिनका जिक्र है इदा जा नसरुल्लाह वल फतह वरायत नासा यदखुलून फी दीनिल्लाहि अफवाजा।
ऐसा होता रहा है कि नहीं? بے شک ہاں جی، لیکن ایمان سوریا پہ چلا گیا، چلا گیا. ٹھیک ہے، ٹھیک ہے. اور وہ پھر بھی ایمان حاصل کر لیں گے. یہ وہ لوگ بات یہ ایک ہے یا ایک سے زیادہ. سانی بھائی بلال بھائی دی کال لے لو. ਇਹ ਹੁਣ ਤੁਹਾਡੇ ਨਾਲ ਗੱਲ ਉਹ ਜਿਹੜਾ ਨਹੀਂ ਆਪਣੇ ਅਬਦੁਲ ਸ਼ੇਖ ਸਾਹਿਬ ہاں جی اچھا عبد الشیخ حسینی صاحب صاحب، جانتے ہو نا؟ ایک چھوٹی سی بات ہے، یہ جو گالی باز لوگ ہیں، یہ یہاں یہ تو جو کوئی بھی گالی بات نہیں، کسی نے کوئی گالی نہیں دی. بات صفیہ آپا ایک بات کہہ رہی تھیں ٹھیک ہے. کہ وہ نا انہوں نے کوئی لیگل ایکشن وہ لے رہی ہیں اچھا ٹھیک ہے. گالی بازوں کے اگینسٹ. تو ٹھیک ہے. میں یہ پوچھنا چاہ رہا تھا ہاں کہ یہ جو گالی باز لوگ ہیں ان کے اگینسٹ لیگل ایکشن لیا جا سکتا ہے؟ جو بھی کورٹ میں کسی کیس کیا لیگل جا سکتا ہے؟ ہر جگہ پہ کوئی نہ کوئی قانون لاگو ہو رہا ہوتا ہے، اس کی اپلیکیشن اگر ہوتی ہو تو ضرور ہو سکتی ہے، کیوں نہیں. یہ یعنی تو وہ ڈیفیمیشن کے انڈر آئے گا. ڈیفیمیشن بھی ہو سکتی ہے. کوئی بھی قوانین جتنے کسی پرسن کے خلاف، چوری کے خلاف، دشنا ہیٹ کرائم کے خلاف، دنیا میں کئی قسم کی ایلز ہیں جن کے خلاف قوانین بنے ہوئے ہیں. ان کو کیسے چسپاں کرنا ہے، کون سا اس کی جورسڈکشن ہے جو اسے کور کرے گی، تو یہ اس کے ساتھ تو ان کو ہی پتہ ہے، لیگل والوں کو. مجھے نہیں اس کا تو پتہ. یہ جس کنٹری میں وہ بندہ ہوگا اسی کنٹری میں کیس ہوگا نا. لام اللہ جورسڈکشن اسی کا نام ہے نا. بعض دفعہ جورسڈکشن چاہے وہ سوشل میڈیا پہ بھی بول رہا ہے، لیکن اس کا کیس پھر بھی وہ لے لیں گے، وہ کنٹری لے سکتی ہے کیس اس کے کیس. سائبر کے متعلق جو قوانین ہیں اس کے دائرے تھوڑے وسیع ہیں، اس میں بھی اس کے بھی کورٹ بنے ہوئے ہیں. اسی طرح لوکل علاقوں کے بھی ہیں. تو ساری چیزیں اس میں وکیل سے مشورہ کریں تو اس سے وہ خود بتائے گا ہاں کہ کیا چیز کہاں اپلائی کرتی ہے. ਕਰਦੇ ਸੋ ਪਤਾ ਕਰ ਲਓ ਵੀ ਰਜੁਲਨ ਤੇ ਰਜਾਲਨ ਦੇ ਵਿੱਚ ਉਹ ਆਵੇ ਤੇ ਕੀ ਮਤਲਬ ਹੈ. ہاں جی پہلے رجالن ہے پھر اور رجلن ہے. ਇਹਦਾ ਕੀ ਮਤਲਬ ਹੈ ਕੁਝ ਸਿੱਖਣ ਦੀ. جی تو سکر صاحب بتائیں. نہیں ایک یا ایک سے زیادہ نہیں. ایک اور ایک سے زیادہ. نہ یہ نہیں. رجالن اور رجلن کا کیا ترجمہ ہوگا؟ میرے حساب سے تو ہوگا ایک یا ایک سے زیادہ. رجالن ایک کو کہتے ہیں، رجالن جو ہے وہ جمع کو کہتے ہیں. تو پھر اس کو ایک کیوں کہہ رہے ہیں آپ؟ رجالن پہلے ہے، رجلن بعد میں ہے. رجال وہ لوگ یا ایک بندہ ہیں؟ کچھ لوگ یا ایک بندہ، ہاں کچھ ایک یا ایک سے زیادہ. ہاں زیادہ لوگ یا ایک. تو وہ اس باتوں میں جب وہ درمیان میں یا کا لفظ ہے تو اس کا مطلب ہے اس بندے کو غلطی لگی ہے زیادہ کہنے میں یا ایک کہنے میں. تو وہ لیکن اس نے ترتیب میں زیادہ کو پہلے لیا ہے، اور باقی ترتیب بھی ساری جمع کی کیفیت کو ہی بتا رہی ہے. میں نے آیت کریمہ جو آخرین ہے جو ہے وہ آخری ایک بندہ نہیں ہے بلکہ آخرین ہے، زیادہ. آخرین منہم یہ زیادہ لوگ ہیں، لما یلحقوا بہم جو ملے نہیں ہیں. ایک بندے نے نہیں ملنا، زیادہ نے ملنا ہے. یہ آیت کریمہ یہ بتا رہی ہے. سوال پوچھنے والا بھی یہی پوچھ رہا ہے مانم یا رسول اللہ، رسول اللہ کون ہے یہ لوگ؟ نبی کریم صلی اللہ علیہ وسلم 2 دفعہ یا 3 دفعہ خاموش رہے، پھر آپ نے حضرت سلمان فارسی کے کندھے پہ ہاتھ رکھ کے فرمایا لو کان الایمان معلقا بالثریہ لنالہ رجال اور رجل من ابناء الفارس من ہولائے من ہاؤلائے، ان میں سے. ہاں جی یہ ابنا پتہ نہیں کہاں سے آ گیا اس میں، ہاؤلا ان میں سے.
ان میں سے کچھ لوگ، یہ ان میں سے جو مانا اولا یہ بھی جمع ہی ہے، یہ سارے جمع کسی کے ہیں کہ جو بتا رہے ہیں کہ گروپ میں جنہوں نے آ کے ملنا ہے۔ ہاں جی جمع کسی گئی ہیں کیونکہ وہ ہے نا وہ آخرین منہم لما یلحقوا بہم، جی بالکل، اور آخرین یا آخر میں آنے والے لوگ یا بعد میں آنے والے لوگ یا جو ابھی ان سے نہیں ملے یا تو وہ جمع ہی ہے نا۔ ایگزیکٹلی یہی میں نے بھی، کن سے ملنا ہے انہیں صحابہ سے ملنا ہے۔ نہیں صحابہ سے نہیں ملنا انہوں نے، پچھلی آیت میں جن کا ذکر ہو رہا ہے ان سے ملنا ہے نا، اور کن سے ملنا ہے؟ جو ہمیشہ تو آیت تو ہمیشہ موجود ہے نا، تو لوگوں نے آ کے ٹائم فریم اس میں دیا ہوا نہیں ہے نا کہ کب ملنا ہے، 6 مہینے بعد ملنا ہے، سال بعد ملنا ہے، 100 سال بعد ملنا ہے، 300 سال بعد ملنا ہے، تو لام اللہ صحابہ اتنا لمبا تو زندہ نہیں رہیں گے، لیکن لوگ آ ملیں گے، کن کو آ ملیں گے؟ رسول اللہ کے نظام کو آ ملیں گے، جو نمائندگی ہے مدینے میں اور مکے میں۔ یہ تو آپ تھوڑی طویل کر رہے ہیں نا، یہ تو دیکھیں آیت میں، چلو ٹھیک آیت ہے، میں اب یہ نہیں کرتا تو پھر ٹھیک ہے، انہوں نے آ کے صحابہ کو ملنا ہے تو ملے ہوں گے صحابہ کو، ٹھیک۔ کیونکہ اس میں آپ یہ غور کریں وا آخرین منہم، منہم ہوتا ہے میں سے، آخرین آخر میں آنے والے لوگوں میں سے، ٹھیک ہے، ٹھیک ہے۔ ٹھیک ہے، اچھا منہم آ رہا ہے، اچھا پچھلی آیت میں کیا ہے؟ هو الذی بعث فی الامیین رسولا منہم، هو الذی وہی ہے، هو الذی وہی ہے، هو الذی بعث جس نے مبعوث کیا، فی الامیین امیوں میں، رسول منہم رسول ان میں سے، ادھر بھی منہم آیا نا، یا ٹھیک ہے۔ اگلی آیت پھر کیسے سٹارٹ ہو رہی ہے؟ واو عاطفہ سے سٹارٹ ہو رہی ہے، یعنی جس میں جیسے ہم اردو میں ایک جملہ جملے کے بعد آگے لکھتے ہیں اور، ٹھیک ہے، تو اسی جملے کی کنٹینیوٹی ہے، اور اس جملے کی کنٹینیوٹی کیسے ہے؟ آگے ہے منہم، پھر منہم آیا ہے۔ ٹھیک ہو اچھا گیا۔ پچھلے منہم میں کیا ہے کہ ان میں سے رسول مبعوث کیا، اور باقی منہم اور آخرین میں سے، یہ پہلے منہم پہلے جو منم آیا یہ کون لوگ ہیں؟ منم یہ امیین، امیین ہیں، تو دوسرے منم کون ہیں؟ آخرین، او بھائی آخرین تو بعد میں آنے والے ہیں، لیکن ہیں کون؟ منم ہے نا، منہم ہے تو- آخری، او بھائی آخرین میں سے، آخرین کا مطلب تو صرف بعد میں آنے والے ہیں نا، آخرین ہاں جی، منہم، منم کون ہے؟ آخرین من، وہ آخرین، آخرین میں سے، او بھائی آخرین ہیں منہم، ان میں سے، میں وہی تو آپ کو وہی تو آپ کو اوپر والے بتا رہا منہم، ہوں کہ یہ اوپر آپ والے ربط منہم۔ بنا، ہاں جی یہ آپ ربط بنا ہی نہیں سکتے۔ منہم دونوں جو آیات میں آیا ہے واو عاطفہ سے اگلی آیت سٹارٹ ہو رہی ہے، تو منہم اس چیز کی اجازت نہیں دیتا سوائے اس کے کہ جو پچھلی آیت میں ذکر ہو رہا ہے کہ جیسے اسی آخرین کی میں میں سے بھی رسول بات کر رہا ہوں نا، پچھلی آیت میں امیین میں سے رسول مبعوث ہوا، اسی منہم طرح جو ہے، آخرین میں سے ہوگا۔ آخرین تو بندے کوئی نہیں ہیں، آخرین اصل میں منہم ہے، منہم جو ہیں وہ امیین ہیں۔ ایک منٹ مجھے آپ یہ بتائیں، آپ کہنا کیا چاہ رہے ہیں؟ مجھے یہ بتائیں ذرا۔ یہی کہنا چاہ رہا منہم ہوں کا جیسا آپ مجھے منہم آپ کیا کہہ رہے ہیں یہاں پہ؟ بعد میں آنے والے ان میں سے، نہیں 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 نہیں، ہاں بعد میں آنے والے ان میں سے نہیں، اس کی طرف نہیں، اس کی طرف ضمیر کا لفظ ہی نہیں ہے۔ وہ اسی کے بھاؤ آتوا تو یہی اشارہ کر رہا ہے، نہیں نہیں، واو عاطفہ تو پچھلی آیت کے ساتھ کنیکٹ کر رہا ہے نا۔ وہی میں بھی پچھلی آیت کے ساتھ ہی کنیکٹ کر رہا ہاں ہوں، جی ہاں جی، تو جو منہم ہے منہم وہی ہیں، وہ منہم امیین اس جو کے ہے ساتھ کنیکٹ ہوگا نا، پچھلی آیت کے منہم کے ساتھ، اور تو کسی چیز کی اجازت پہلے دے نہیں والی رہا آیت منہم کے یہاں۔ ساتھ ملائیں گے اگر ان کو، تو وہ منہم جو ہیں وہ امیین نکلیں گے۔ او نہیں، کیا نہیں بات وہ کر رہے نہیں، ہیں؟ وہ نہیں پتا، میں ٹھیک ہے، بتاتا ہوں آپ کو، دیکھیں اچھا اس سے کوئی تعلق نہیں دیکھیں ہے، ٹھیک ہے، دیکھیں تعلق ہے نا واو عطفہ کے ساتھ، منہم کے وہی معنی لیے جائیں گے جس طرح پچھلی آیت میں منہم استعمال ہو رہا ہے۔ جیسے یہ کہوں کہ میں اتوار کو سیر کرنے گیا اور وہاں فیملی کے ساتھ سیر کرنے گیا، اور ہم نے وہاں پہ پکنک بنائی، بڑا انجوائے کیا، اور اگلے ہفتے اتوار سیر کرنے گئی۔ اور اگلی اتوار کو بھی، ٹھیک ہے۔ اچھا اب یہ یہ مطلب دونوں ہوا نا میں کہ بندہ بھی وہی ہے، اور سے
नज़ारा भी वही है। और अगली इतवार क्या होगा, यानी वो अगली इतवार ये को भी जो सैर आपने करने जाएगा? कैफियत बयान की है वो इस बात की तरफ इशारा कर रही है कि जो वाकया पिछले हफ्ते गुजरा है वही वाकया अगले हफ्ते भी गुजरा है, वही लोग हैं। हाँ यही तो बात है ना हम्म, कि मैं इतवार को सैर करने गया और फैमिली के साथ सैर करने गया और वहाँ पे पिकनिक मनाई, खूब एंजॉय किया, और अगली इतवार को भी जाएंगे। जी ठीक है, तो अगली जाएंगे क्या अगली करने इतवार जाएंगे? को- वही पिकनिक मनाने। अगली इतवार को कोई और लोग जाएंगे। होगी, लेकिन जाने वाले लोग कुछ और होंगे, वो नहीं होंगे हैं? नहीं, वो जुमले पे डिपेंड करता है ना, जुमले में आप कोई कुछ चेंज करते हैं। मसलन मैं मतलब बंदे बताता हूं, मैं बदलने हैं या जगह बदलनी है? जुमले से ही पता चल जाता है ना। मैं ये ये देखिए कह रहा ना, हूं कि मैं समझ गया आपकी बात ये है कि अगली इस इतवार को गए कुछ लोग पिकनिक के लिए और वो जगह बता दी, फलां जगह गए और पिकनिक, और अगली इतवार को भी। अब दो सूरतें हैं कि अगली इतवार को ये बंदे नहीं होंगे, बंदे कोई और होंगे, जगह वही रहेगी, या बंदे यही होंगे, जगह बदल जाएगी, या बंदे भी वही होंगे, जगह भी वही होगी। ये भी सब इसको समझने का सिंपल सा तरीका ये है अली वाला कि अगर तुमने आप- गालियां निकाली हैं, तुम इस वक्त बदतमीजी इसका ना बोलो बीच में। इसमें कोई हुसैनी गाली की साहब, बात नहीं है, हुसैनी साहब, हुसैनी इसमें साहब, कोई भी गाली की बात है। मैं ये कह रहा हूं, हुसैनी साहब, ये देखो ये पूछ लो, बीच में मैं ना तेरी बोले, बात कर ये इतना गंदा इंसान है, इसकी आवाज भी मैं सुनना चाहता। नहीं कोई मैं जो बात कर हुसैनी रहा था, साहब, वो- इन्हें तुझे चुप मैं जो कराना है या बात मैं कर तेरा रहा था, मानूं? ये बीच में क्यों बोल रहे हैं अब? हाँ मैं ये कहना चाह रहा था कि मैं, वो डिपेंड करता है अगले सेंटेंस में मैं क्या चेंज करता हूँ। मसलन अगर सेंटेंस मैं ये बोल रहा हूँ हाँ कि मैं इतवार को अपने दोस्तों के साथ सैर करने गया सही बात। और हमने वहां पे जाके खाना पकाया, खूब एंजॉय किया, और सही है। अगली इतवार को मैं अपनी फैमिली के साथ जाऊंगा। ठीक है, अब मैंने चेंज कर दी ना, लोग चेंज कर दिए ना। हाँ मैंने पहले मैं दोस्त कह दी, अगली में मैंने फैमिली कर दी, तो लेकिन अगले करने में क्या family। जाऊंगा? वही जो पिछले सेंटेंस में जिक्र हुआ है कि पिकनिक मनाने जाऊंगा। ठीक है, तो मिनिमम जो कहने वाला है वो और है, दूसरा मिनिमम और है। स्ट्रेट फॉरवर्ड सी बात है। हम्म। बात सिर्फ इतनी है कि अकीदे बंदे बचाने बदल के लिए आप चीजों को कॉम्प्लेक्स कर रहे हैं, हम्म। लेकिन बात तो बहुत स्ट्रेट फॉरवर्ड है। ठीक है, जी नहीं आप समझा देते हैं बात को बहुत। जी जी नाजिल हुई थी अरबी के अंदर। जा मेरे ख्याल से अल अरब को अरबी कोई नहीं थी आती, और ये आती सिर्फ ट्रुथ साहब को अरबी समझ आई है, उन्हें कोई नहीं था पता इस बात हम में ना। कैसे कह सकते हैं, हमारी क्या मजाल है ये बात कहने की। वो जिस जगह ये अरबी की बात वक्त के हुई साथ थी, साथ हर मजहब में हुआ है, वक्त के साथ साथ लोग ऐसे चीजें वक्त के ले आते साथ साथ हैं अरबी जो बदल गई। कुरान से ताल्लुक नहीं होता, यानी गलत मतलब ले आते हैं। इसी वजह से भाई तो जी। इमाम मेहदी ने आना था। बात इसकी स्ट्रेट फॉरवर्ड होती है कि बड़े आराम से मसला हल हो जाता है। अरबी गलत लोग मतलब अपने ले आते हैं, अजमी सही मतलब ले आए हैं। अकीदे बदल लेते हैं लोग, अपने फिर गलत मुताले बना लेते हैं। इसलिए तो असल तफहीम वापस लाने के लिए इमाम मेहदी ने आना था। अजम में से हैं, इमाम मेहदी अरबियों कहाँ को से आ समझ गया नहीं इस आई। आयत में? इमाम मेहदी का लफ्ज़ कहाँ से आ गया? ना करो यार, खुदा को जो कुछ यहाँ लिखा हुआ है मैंने कब कहा कि इमाम मेहदी है इस आयत में? इमाम मेहदी का मतलब जिक्र है। कहाँ से इमाम मेहदी कहाँ से आप उठा के ले आए हैं कि मैंने इमाम कब कहा? अभी तो सब मैंने कब कहा? उम्मती नबीदा मैं नहीं तो उनको जिक्र दे जवाब दे रहा हूँ। चंद्र मैं तो मुस्लिम साहब को जवाब दे रहा हूँ। ਇਹਦੇ ਚ ਤੇ ਆਖਰੀਨ ਮਿਨਹੁਮ ਲਮਾ ਯਲਹਕੂ ਬਹਿਮ ਦੇ ਵਿੱਚ ਉਮਤੀ ਨਬੀ ਦਾ ਨਹੀਂ ਜ਼ਿਕਰ ਆਉਂਦਾ। कोई ना उमती नबी तो आ सकता है ना इमाम मेहदी तो आ सकता है, ਉਹ ਆਂਦਾ ਸੀ ਪਰ ਜ਼ਿਕਰ ਕਿ ਉਮਤੀ ਨਬੀ हाँ बेस्ट सानिया तो आ सकता है। ये तो मुझसे सवाल ही नहीं किसी ने किया, मैं तो जवाब कोई और मसीह मौद का भी नहीं आ सकता सनी भाई। नबी और उसके साथी रजालुन और रजुलुन दा मतलब मसीह का कोई है लगता है। नहीं सनी भाई ये बात अगर आपको एक सवाल एट ए टाइम एक सवाल करें, जो आपने हाँ। ये पूछना है कि उम्मती नबी क्यों होगा? वो रसूल तो हो गया ना, कि रसूल तो नहीं नहीं क्यों नहीं होगा। हमारा ये सवाल है कि इसमें होगा, वो मैं समझा देता हूँ। सुने ना, आप बात सुन। नहीं, हम ये पूछ रहे हैं कि इसमें उम्मती नबी, इमाम महदी, मसीह मऊद, महदी मऊद या उम्मती। जबरदस्ती मैं जवाब दे रहा हूँ, बात तो करने दीजिए। जबरदस्ती समझा अज नहीं भी कुछ समझना चाहता था भी समझा यार मैं सनी साहब से बात कर रहा हूँ। अस्सलाम वालेकुम सनी साहब। एक मिनट ना खामोश हो जाएंगे, जवाब देने अच्छा, दीजिए। अस्सलाम वालेकुम सनी साहब। आखिरी ना मिन यलहुकूबहिम में ना, यलहुकूबहिम है कि जो अभी इनसे नहीं मिले, हाँ जी, किनसे हाँ जी। मिलेंगे? सहाबा से मिलेंगे।
یہ किस तरह मिलेंगे कि वो उसी हालत में आएंगे जिस हालत बात तो में ठीक हो गई। सहाबा थे। नहीं जिस हालत में सहाबा थे साड़ी जान किस तरह छुटेगी सैनी साहब इस और चीज तो सहाबा इस आजाद तो किस हालत में थे, सहाबा किस हालत में थे कि हुजूर सल्लल्लाहु अलैहि वसल्लम इस्लाम जो लेके आए उन्होंने गुमराही से निकाला उन्हें और एक अखलाक के और इल्म के आला मेयार पे पहुंचाया। इसी तरह बाद में आने वाला जो उम्मती नबी होगा वो उम्मती नबी खुदा होगा। का खौफ करो, नए से नए मज़ामीन नए से नए आप बात जा करने रहे हैं। दें, बात तो करने इस दें। लाइन में इतनी लफड़ों की गुंजाइश नहीं है। सोनी भाई अक्सर कहते होते हैं नीचे कि या अल्लाह जहालत से बचा, उनके अक्सर ना इस तरह के नीचे कमेंट। अस्सलाम वालेकुम सनी भाई, कैसे हैं आप? ठीक है। मेरा ख्याल है कि काफी जोर की दलील लगी है, जो तकलीफ होने लग पड़ी है, तो ठीक है अब तकलीफें निकालें अपनी। ये ठीक है, बहुत शुक्रिया। जो बात आप सुना रहे हैं वो जरूर सुनाएं, लेकिन आपने 3-4 लफ्ज उसमें बाहर से ला के डाले। इस सारी आयत को पहली आयत भी पढ़ लें, दूसरी आयत भी पढ़ लें। आपका सवाल फर्क था। आपके सवाल के जवाब के बाद मुझसे सवाल किसी ने किया कि वो उम्मती क्यों होगा, तो उसकी मैं बात ये कर रहा था। ये किसने किया? ये किसने किया? सहाबा, ये आमिर नज़ीर साहब ने। आमिर भाई आपने ये सवाल किया है? अगर उन्होंने नहीं किया तो ठीक है, मैं जवाब नहीं करता। सौ ले लो, मैं इन्हू की चलें ठीक है, अगर नहीं किया तो ठीक है, मैं समझाता था। पंजाबी च कहंदे या अल्लाह केड़ी गड्डी दे हत्थ दे बैठे। हमेशा ये याद रखिएगा कि कुरान मजीद की दलील इतनी स्ट्रेट फॉरवर्ड होती है कि आप लोगों के आगे नहीं ये स्ट्रेट फॉरवर्ड तो है ना फिर सनी साहब, ये कितनी स्ट्रेट फॉरवर्ड दलील है। सिर्फ और सिर्फ भाई साहब अस्सलाम वालेकुम। कुरान की आयतें मुहक्कम और ਅਸੀਂ यार नहीं सिर्फ और सिर्फ दूसरी बेइज्जत की गल की है कि क्या दूसरी बेइज्जत का जिक्र है कि इन्नी गल की बस। वो समझा बाकी दिया, वो सब काफी समझा दिया। बाकी सब जो कोई ਤੁਸੀਂ ਕੀਤਾ ਹੈ ਨਾ ਉਹਦੇ ਚ ਅਸੀਂ ਬੇਕਸੂਰ ਹਾਂ ਵੱਲਾ। क्या किया मैंने और तो मैंने जो बताया कुछ कि ਤੁਹਾਡੇ आपको ਨਾਲ ਮੇਰੇ ਨਾਲ ਤੇ ਸੈਣੀ ਸਾਹਿਬ ਨਾਲ हमेशा एक दो लफ्ज ये बोलते होंगे ना हाशिया राई, मैंने आज समझ आया ਉਹਦਾ ਮਤਲਬ। आज ये भी समझ आया मैंने तो अभी कुछ बात की नहीं। अच्छा अभी की नहीं सकता। आप लोगों को बजाय ये कि कुरान की आयत की जो स्ट्रेट फॉरवर्ड सामने आपके रखी है, तो जी, आप उससे बर्दाश्त नहीं हुई और अब आप इस तरह की कमेंट्स करने पे आ गए हैं। ਮੈਂ ਕਿਹਾ ਵੀ ਮੈਂ ਤੇ ਸੈਣੀ ਸਾਹਿਬ ਨੂੰ ਸਿਰਫ ਐਨੀ ਟੁੱਟ ਸਿਕਰ ਗੱਲ ਪੁੱਛੀਏ ਵੀ ਦੂਸਰੀ ਬੇਇੱਜ਼ਤ ਦੇ ਬਾਰੇ ਮੈਨੂੰ ਤਾਹਿਰ ਖਾਨ ਸਾਹਿਬ ਨੇ ਮੈਸੇਜ ਕੀਤਾ ਹੈ ਕਿ ਨਬੀ ਪਾਕ ਦੀ ਦੂਸਰੀ ਬੇਇੱਜ਼ਤ ਹੈ ਇਹਦੇ ਵਿੱਚ, ਤੇ ਮੈਂ ਕਿਹਾ ਵੀ ਦੂਸਰੀ ਬੇਇੱਜ਼ਤ ਦਾ ਕਿਹੜੇ ਜ਼ਿਕਰ ਹੈ, ਐਨੀ ਗੱਲ ਹੈ। नीचे जद्दा साहब भी कह रहे हैं टूसिकर साहब को कि चबले मार जारी आप रखें। झूठ बोल रहे हैं, आपने ये सवाल नहीं आखरीन किया। मिनहुम आपका लम्मा सवाल यल किसी और आयत पे था। खुद जिक्र है। आपको तकलीफ हुई है जब मैंने आपके सामने आयत का ऐसा तर्जुमा बयान किया ना कि आपके अकीदे के हाँ, खिलाफ लाजवाब है। कर। अब गल सुन ना, अब आपकी मैं आपका क्या आपकी जो सिर्फ ये दस दे ये भाई जो बीच में ये जला कटा असर है ना, ये जल के तो यही बस जिक्र जली कटिया निकलनी है अब। मैंने ऐसा चल मैं तर्जुमा सवाल पेश कर किया। देना यार, कर देना। मैं ਕਿਹਾ ਉਹ ਜਿਹੜਾ ਤਾਹਿਰ ਖਾਨ ਸਾਹਿਬ ਨੂੰ ਮੈਸੇਜ ਕੀਤਾ ਹੈ, ਇੱਕ ਮਿੰਟ ਸੁਣ ਤੇ ਲੈ, ਉਹਦੇ ਵਿੱਚ ਜਿਹੜਾ ਉਹਨਾਂ ਨੇ ਗੱਲ ਆਖੀ ਹੈ ਦੂਸਰੀ ਬੇਇੱਜ਼ਤ ਨਬੀ ਪਾਕ ਦੀ, ਉਹ ਇਸ ਆਇਤ ਵਿੱਚ ਪਾਈ ਜਾਂਦੀ ਆਖਰੀ ਨਾ ਮਿਨਹੁਮ ਵਿੱਚ। आपका वो सवाल तो मैं जवाब दे नहीं था रहा, वो तो ਵੈਸੇ सवाल ही फर्क था। ਮੈਂ ਸਵਾਲ ਪਿਆ ਕਰਨਾ, ਉਹ ਜਿਹੜੀ ਦੂਸਰੀ ਬੇਇੱਜ਼ਤ ਤੁਸੀਂ ਕਹਿੰਦੇ ਹੋ ਉਹ ਆਖਰੀ ਨਾ ਮਿਨਹੁਮ ਵਿੱਚ ਪਾਈ ਜਾਂਦੀ ਹੈ। ਤੁਹਾਨੂੰ ਤੇ ਕੋਈ ਨਹੀਂ ਸਮਝਾ ਸਕਦਾ ਨਾ, ਤੁਹਾਡੇ ਸਾਹਮਣੇ ਜਿਹੜੀ ਆਇਤ ਹੈ ਤੁਸੀਂ ਆਇਤ ਹੀ ਨਹੀਂ ਮੰਨੀ ਤੇ ਅਸੀਂ ਕੀ ਸਮਝਾਈਏ। ਹੋਰ ਮੈਂ ਤਾਂ ਤੁਹਾਡੇ ਸਾਹਮਣੇ ਲਫ਼ਜ਼ੀ ਤਰਜਮੇ ਦੇ ਮੁਤਾਬਿਕ ਆਇਤ ਰੱਖੀ ਹੈ, ਤੁਸੀਂ ਉਹ ਨਹੀਂ ਮੰਨੀ। ਅੱਛਾ ਇੰਨਾ ਤੇ ਹੁਣ ਦੱਸਦੇ ਬਈ ਆਖਰੀ ਨਾ ਮਿਨਹੁਮ ਲੰਮਾ ਯਲਹਕੂ ਬਿਹਿਮ ਦੇ ਵਿੱਚ ਨਬੀ ਪਾਕ ਦੀ ਦੂਸਰੀ ਬੇਇੱਜ਼ਤ ਦਾ ਜ਼ਿਕਰ ਹੈ ਕਿ ਨਹੀਂ? ਬਸ मैं आपको बता रहा हूँ, आपने तो सीधी सीधी कुरान की आयत की नहीं मानी होती, आप तो आयत को ਸਾਹਿਬ मनसूख कर ਤੁਸੀਂ देते ਲੈ ਦਿਓ ਜੀ ਜਵਾਬ, ਸਾਡੀ ਤਾਂ ਬਸ ਹੋ ਗਿਆ ਇੰਨਾ ਹੀ। थोड़ा साहब उन्होंने नहीं माननी होती, लेकिन आप तो वजाहत कर देना। नहीं वो उन्होंने अभी तो कुछ एक्सप्लेन वजाहत तो नहीं मैंने किया। की है, मैंने वजाहत तो की है, मैंने एग्जांपल देके वजाहत की है। ਨਬੀ ਪਾਕ ਦੀ उनके ਮੈਂ सवाल की वजाहत ਬੇਇੱਜ਼ਤ करें। ਹੋਣੀ ਹੈ, होनी बेइज्जत दूसरी। कुरान की आयतों को यार मनसूख कर आप देते उसे हैं। बोलने तो देते नहीं, मौका तो देते नहीं है। कुरान से और अल्लाह से आगे निकल गए हुए हैं कि कुरान की आयतें ही मनसूख कर देते हैं। ये तो आपका अकीदा है। आप कसम उठाएं कि आपका ये अकीदा नहीं है, क्या मनसूख नहीं करते? बिल्कुल नहीं है।
ये सारे एक मिनट, आमिर नजीर साहब कसम खाएं कि ये कुछ आयतों को मनसूख नहीं मानते। कसम क्यों ये खाएं कसम यार? उठाएं। क्यों इतनी सख्ती कर रहे क्यों? नहीं, ये नहीं, जो कसम बंदा आमन नजीर की आप कबूल कर लेंगे? अपने अकीदे के लिए कुरान की आयतें मनसूख कर देता है, उसको नहीं क्या करते, कुरान नहीं से समझाएं? करते। नहीं नहीं, वन सेकंड हाँ जी, सैनी ਮੌਲਾ साहब ਸਾਹਿਬ अगर ਇਹ ਜਿਹੜੀਆਂ ਆਇਤਾਂ ਨੇ ਦੋਏ ਸੂਰਤ ਜੁਮਾ ਦੀਆਂ, ਜੀ ਤੁਸੀਂ ਇਹਨਾਂ ਨੂੰ ਇੰਜ ਹੀ ਮੰਨਦੇ ਹੋ ਜਿਸ ਤਰ੍ਹਾਂ ਲਿਖੀਆਂ ਨੇ ਕੁਰਾਨ ਕਰੀਮ ਵਿੱਚ, ਠੀਕ ਹੈ ਨਾ ਗੱਲ? ਬਿਲਕੁਲ ਤੇ ਇਹਨਾਂ ਨੂੰ ਮਨਸੂਖ ਤੇ ਨਹੀਂ ਉਹਨਾਂ ਕਹਿੰਦੇ? ਨਹੀਂ ਨਹੀਂ ਨਹੀਂ। ਆ ਤੁਹਾਡੇ ਸਾਹਮਣੇ ਦੇਖ ਲਓ, ਐਵੇਂ ਖਾਮ ਖਾਓ अच्छा मानते नहीं, इन्होंने ये आयतें मनसूख, ये कसम उठा, एक कभी कसम नहीं उठाएंगे यार। इनका अच्छा जी। इनका अकीदा है कि कुरान की आयतें मनसूख नहीं हैं। नहीं, सैनी साहब एक बात पूछ लें कि अगर आमन नजीर बात नहीं हुई जिस पे और आमिर नजीर जो है ना, इनको कहें कि सूरज जुम्मा की जो आयत है ना, ये हमें समझा दे जरा, ये दोनों आयतें समझा दें। आपने भी नहीं, कोशिश वो- की थी सैनी साहब, फिर आपने हाथ खड़े कर दिए थे ना। हाय अभी इनका हाल देखिएगा, हाय। इनका हाल क्या होगा। सैनी साहब आपने ये काम बिस्मिल्लाह करें किया? आमिर नजीर साहब, ये जो दो आयतें हैं ना सूरज जुम्मा की, ये इनकी जो है ना, ये समझा दें हमें, लफ्ज़ी तर्जुमा पढ़ के हमें बताएं ये क्या यहाँ पे बात हो रही है। जब ये बिस्मिल्लाह पढ़ेंगे, जब ये दोनों आयतें पढ़ेंगे तो सैनी ये- साहब आपने तो हाथ खड़े कर दिए थे ना, आप तो मिन हम नहीं समझा पाए ना, अब इनको समझाने दें। सोनी भाई कह रहे हैं आज हफ्ता आमिर है, नजीर जुम्मा साहब गुजर चुका है, यानी उनका इशारा यकीनन खुतबे की तरफ नहीं, आप होगा लोग इस काबिल, आप लोग नहीं कि हैं इस आप काबिल। खुतबा ये बताएं कि कल का आप खुतबा लोग सुना काबिल आपने नहीं कि हैं, नहीं? ये बड़ी अच्छी सिर्फ बात है। इतराज ही कर सकते हैं। मैंने कहा कल का खुतबा सुना है 11 भाई साहब? बड़ा ईमान फरोज खुतबा सी अल्हम्दुलिल्लाह ਕੀ ਅਸਾਂ ਨੇ ਬਿਆਨ ਫਰਮਾਇਆ ਦੱਸੋ ਤਾਂ। ਹਾਂ ਹੁਣ ਇੱਕ ਇੱਕ ਲਫ਼ਜ਼ ਨਹੀਂ ਨਾ ਬਿਆਨ ਕਰ ਸਕਦੇ ਨਹੀਂ ਨਹੀਂ, ਇੱਕ ਇੱਕ ਤੇ ਨਹੀਂ, ਕੋਈ ਖੁਲਾਸੇ ਤਾਂ ਤੁਹਾਨੂੰ ਉਹਦੇ ਚ ਜਿਹੜਾ ਮਰਕਜ਼ੀ ਗੱਲਾਂ ਨੇ ਸ਼ੁਰੂ ਚ ਕੀ ਓਪਨਿੰਗ ਗਈ ਕੀ ਖਤਵੇ ਦਾ ਖੁਲਾਸਾ ਆ, ਕੋਈ ਦੱਸੋ ਗੱਲ ਤੇ ਅੱਛਾ ਤਰ੍ਹਾਂ ਉਹਦੀ ਦੁਹਰਾਈ ਹੋ ਜਾਏਗੀ। ਉਹਦੇ ਚ ਇੱਕ ਜਿਹੜੀ ਰੂਹਾਨੀ ਮੇਰੀ ਰੂਹ ਨੂੰ ਖੁਸ਼ੀ ਪਹੁੰਚੀ ਹੈ ਨਾ, ਉਹ ਜੀ। ਇਹ ਵੇਖ ਕੇ ਦਿਨ ਬ ਦਿਨ ਅਹਿਮਦੀਅਤ ਦਾ ਜਜ਼ਬਾ ਜਿਹੜਾ ਉਹ ਹਮੇਸ਼ਾ ਮਾਲੀ ਕੁਰਬਾਨੀ, ਜਾਨੀ ਕੁਰਬਾਨੀ, ਹਰ ਕਿਸਮ ਦੀ ਕੁਰਬਾਨੀ ਦੇ ਉੱਤੇ ਵੱਧਦਾ ਜਾ ਰਿਹਾ। ਅੱਛਾ, ਤੇ ਤਰੀਕੇ ਜਦੀਦ ਦੇ ਬਾਰੇ ਚ ਉਹਨਾਂ ਨੇ ਦੱਸਿਆ ਹੈ ਕਿ ਜਾਨੀ ਕੁਰਬਾਨੀ ਤਾਂ ਹੈ ਜ਼ਿਕਰ ਇਹਦੇ ਚ? ਨਹੀਂ ਮੈਂ ਤੁਹਾਨੂੰ ਦੇਖੋ ਨਾ, ਮੈਂ ਦੱਸਣਾ ਤੇ ਆਪਣੇ ਅਲਫਾਜ਼ਾਂ ਨਾਲ ਦੱਸਣਾ। ਨਹੀਂ, ਆਪਣੇ ਅਲਫਾਜ਼ਾਂ 'ਚ ਤੇ ਦੱਸੋ, ਲੇਕਿਨ ਇਹ ਹੈ ਕਿ ਆਪਣੇ ਅਲਫਾਜ਼ਾਂ 'ਚ ਜਦੋਂ ਅਸੀਂ ਦੱਸਨੇ ਆ ਖੁਲਾਸੇ ਦਾ ਤਕਾਜ਼ਾ ਹੁੰਦਾ ਹੈ ਕਿ ਆਪਣੇ ਅਲਫਾਜ਼ਾਂ 'ਚ ਅਸੀਂ ਨਵੇਂ ਜਾਨੀ ਦਾ ਜ਼ਿਕਰ ਹੈ ਜਾਨੀ ਜਿਹੜਾ ਮਾਲ ਹੁੰਦਾ ਨਾ, ਮਾਲ ਹਾਂ ਉਹ ਬੰਦੇ ਨੂੰ ਜਾਨ ਤੋਂ ਵੀ ਜ਼ਿਆਦਾ ਪਿਆਰਾ ਹੁੰਦਾ ਹੈ। ਅੱਛਾ, ਇਹ ਮਕਸਦ ਹੈ ਤੁਹਾਡਾ? ਜਦੋਂ ਉਹ ਜਾਨ ਉਸ ਕੱਢ ਲੈਂਦਾ, ਮਕਸਦ ਨਾਲ ਠੀਕ ਹੋ ਗਿਆ। ਨਹੀਂ, ਮੈਂ ਇਹ ਗੱਲ ਕਰ ਰਿਹਾ ਕਿ ਉਹਦੇ ਚ ਮਾਲੀ ਕੁਰਬਾਨੀ ਦਾ ਜਿਸ ਤਰ੍ਹਾਂ ਜ਼ਿਕਰ ਦੱਸਿਆ ਗਿਆ ਜਾਨ ਕੱਢ ਲੈਂਦਾ, ਸਹੀ ਹੈ। ਉਹ ਅੱਲਾਹ ਤਾਲਾ ਦੇ ਫਜ਼ਲ ਕਰਮ ਦੇ ਨਾਲ ਹਰ ਸਾਲ ਦੀ ਤਰ੍ਹਾਂ नहीं सैनी साहब आके जान काट लेना मां। खुदा की कसम बिल्कुल जाहिल और अनपढ़ सा, और वो जो आवारा नहीं होते, गली महल्ले में फेरे होते हैं। मैंने तुम्हारी पिटाई कर देनी, चुप करो। बहुत ही करैत आती है इस बंदे से। गंजू आदमी चुप ਸਭ करो। ਇਹ ਵੇ ਕਿ ਉਹ ਜਜ਼ਬਾ ਜਿਹੜਾ ਨਾ, ਉਹ ਕਹਿ ਲੋ ਕਿ ਅਲਹਮਦੁਲਿਲਾ ਹਰ ਸਾਲ ਦੀ ਤਰ੍ਹਾਂ ਵੱਧਦਾ ਹੀ ਗਿਆ ਤੇ ਕੀ ਵੀ, ਤੇ ਉਹਦੀ ਮੈਂ ਤਕਲੀਫ ਵੇਖ ਰਿਹਾ ਵਾਂ ਕਿ ਬੜੀ ਕਹਿ ਲੋ ਕਿ ਤਕਲੀਫ ਹੋਈ ਉਹਦੀ ਮੁਖਾਲਫੀਨ ਨੂੰ ਸੁਣ ਕੇ ਉਹ ਖੁਤਬੇ ਦੀ, ਕਿ ਇੰਨਾ ਚੰਦਾ ਇਹਨਾਂ ਕੋ ਇਕੱਠਾ ਕਸਰ ਹੋ ਗਿਆ। ਮੈਂ ਕਿਹਾ ਇਹ ਇਹਨਾਂ ਨੂੰ ਦੱਸ ਦਿੱਤੇ ਜਾਣ ਆਪਣੇ ਪ੍ਰੋਜੈਕਟ ਕਿ ਅਸੀਂ ਕੀ ਕੁਝ ਖਰੀਦਣ ਦਾ ਪ੍ਰੋਜੈਕਟ, ਕੀ ਕੁਝ ਸਾਡੇ ਪਲੈਨਿੰਗ ਸਾਡੀ ਚੱਲ ਰਹੀ ਹੈ, ਕਿਹੜਾ ਕਿਹੜਾ 에어ਪੋਰਟ ਖਰੀਦਿਆ ਜਾ ਰਿਹਾ, ਕਿਹੜਾ ਕਿਹੜਾ 에어ਪੋਰਟ ਦੀ ਗੱਲ ਚੱਲ ਰਹੀ ਹੈ, ਕਿੰਨੇ ਬਿਲੀਅਨ ਯੂਰੋ ਚ ਫਲਾਣਾ 에어ਪੋਰਟ ਲੈਣਾ ਸੀ, ਕਿੰਨੇ ਬਿਲੀਅਨ ਯੂਰੋ ਚ ਕਿਹੜੀ ਚੀਜ਼ ਲੈਣੀ ਹੈ। ਮੈਂ ਕਿਹਾ ਉਹ ਪਤਾ ਚੱਲ ਜੇ ਉਹ ਤੇ ਫਿਰ ਹਨੇਰੀਆਂ ਹੀ ਲਿਆ ਦੇ। Okay, you can go. हुसैनी साहब, जी, ये जो आईडी, ये जो डीपी नहीं लगी हुई इस्लाम 1122 साहब वाली, या इस तरह की डीपियों पे कोई ब्रॉड पे मैं गया था, वो पता नहीं क्यों आमिर नज़ीर साहब को इतनी इतनी गालियां निकाल रहे थे और बड़ी बदअखलाकी के साथ, और तस्वीर लगाई हुई। अच्छा, अब मुझे नहीं पता वो कौन लोग हैं, क्या मामला है क्या नहीं। ठीक है। अच्छा, मैं क्या ਅਸੀਂ ਖੁਤਬੇ ਦੀ ਗੱਲ ਕਰ ਰਹੇ ਤੇ ਖੁਤਬੇ ਦਾ ਖੁਲਾਸਾ ਫਿਰ ਤੁਸੀਂ ਜਿਹੜਾ ਦੱਸਿਆ ਉਹ ਬਸ ਮਾਲੀ ਕੁਰਬਾਨੀ ਦੱਸਿਆ ਹੈ,
ਤੇ ਉਹਦੀ जानी कुर्बानी मिसाल साहब, जानी कुर्बानी ਅੱਛਾ ਜਾਨੀ ਕੁਰਬਾਨੀ ਔਰ ਮਾਲੀ ਕੁਰਬਾਨੀ, ਇਹ ਦੋ ਕੁਰਬਾਨੀਆਂ ਦੱਸੀਆਂ ਨੇ। नहीं, ये दोवें एक ही चीज है। यानी माल बंदा कमाਉਂਦਾ है, लेकिन माल देन लगा बंदे ਦੀ जान निकल जाती है। ਜਾਨ ਨਿਕਲ इस तरह ਜਾਂਦੀ। जानी कुर्बानी भी होगी ना। ਉਹ ਇਹ ਤੁਸੀਂ ਦੱਸ ਰਹੇ ਹੋ, ਮੈਂ ਉਹਨਾਂ ਦੀ ਗੱਲ ਕਰ ਰਿਹਾ, ਉਹ ਸੁਣਾਉਣ ਜਿਨ੍ਹਾਂ ਨੇ ਖੁਤਬਾ ਸੁਣਿਆ ਹੈ। ਤੇ ਟਰੂਥ ਸੀਕਰ ਸਾਹਿਬ, आपने सुना है खुतबा? मैं इस वक्त ट्रैवलिंग कर रहा हूँ, मैं नहीं सुन सका। नहीं, ये नहीं सुनता। कल नहीं सुन सके आप खुतबा? नहीं, मैं वेकेशन पे थोड़ा ट्रैवलिंग पे अच्छा, कहीं बाहर गए हुसैन हुए साहब, हैं। इसको कोई चीज का नहीं पता होता। इसने ठीक है। हमेशा जो है ना इस तरह, या आप इससे दूसरों से पूछें, इसने कभी कोई शायद नहीं पढ़ी। वैसे तो वो लेकिन आपने खुतबा अगर तो पढ़ा है तो आ आप जाता है। बताएं। टेलीफोन पे भी सुन सकते हैं आप, जहाँ कहीं भी हो। अब तो हर जगह ही आसानी होगी। मेरा ख्याल है उन्होंने ये बताया है खुतबे में। ਤੁਹਾਨੂੰ ਉਹਨਾਂ ਨੇ ਦੱਸਿਆ, ਸ਼ਾਇਦ ਤੁਸੀਂ ਬੱਚੇ ਨਾਲ ਮਸਰੂਫ ਆਏ। 1122 ਸਾਹਿਬ ਨੇ ਉਹ हाँ। ਕਹਿ ਰਹੇ ਨੇ ਕਿ ਇਹ ਸਾਡੇ ਕੋਈ ਖੁਫੀਆ ਪਲਾਨ ਨੇ, ਕੋਈ 에어ਪੋਰਟ ਖਰੀਦਣਾ ਹੈ, ਕੋਈ ਬਿਲੀਅਨ ਯੂਰੋ ਦੀ ਜਿਹੜੀ ਇਨਵੈਸਟਮੈਂਟ ਹੋ ਰਹੀ ਹੈ ਜਮਾਤ ਵਾਲੇ ਕਰ ਰਹੇ ਨੇ, ਤੇ ਕੋਈ ਖੁਫੀਆ 에어ਪੋਰਟ ਖਰੀਦਣ ਦੀ ਜਿਹੜੀ ਹੈ ਨਾ ਉਹ ਕੋਈ ਕਰ ਰਹੇ ਨੇ। ये तो नहीं किया उन्होंने वो खुतबे ਕਿਹਾ में। ਜੀ ਉਹਨਾਂ ਨੇ, हैं? ਕਿਹਾ हुसैन साहब, दूसरा बुरा बच्चे ना लगे हो। ਬੱਚਿਆਂ ਨਾਲ ਲੱਗੇ, ਤੁਸੀਂ ਸੁਣਿਆ ਹੀ ਨਹੀਂ। नहीं नहीं, ये नहीं किया ना, मैं भी तो कह रही ਕਿਹਾ हूँ। ਉਹਨਾਂ ਨੇ ਸੈਣੀ ਸਾਹਿਬ। किने किया? हुसैन साहब, ये तुसी ना कोई गल सुनी होवे ते ਇਹਦਾ मतलब ਇਹ ਤੇ। ਉਹ ਮੈਂ ਅਸਲ ਖੁਤਬਾ ਸੁਣਿਆ, ਇਸ ਕਰਕੇ ਮੈਨੂੰ ਪਤਾ ਹੈ ਉਹਦੇ ਚ ਨਹੀਂ ਕਿਹਾ ਅੱਛਾ ਉਹਨੇ। ਅੱਛਾ, ਨਹੀਂ ਉਹਨਾਂ ਨੇ ਨਹੀਂ ਨਹੀਂ, ਆਖਿਆ। ਅਸਲ ਖੁਤਬਾ ਨਹੀਂ, ਹਾਂ, ਇਹ ਜਿਹੜਾ 1122 ਸਾਹਿਬ ਨੇ ਬਿਆਨ ਕੀਤਾ, ਮੈਂ ਕਹਿ ਉਹੀ ਰਹੇ ਨੇ ਤਾਂ ਹੀ- ਕਿ ਸਾਡੇ ਤਾਂ ਹੀ ਕੋਈ ਮੈਂ ਕਹਿ ਖੁਫੀਆ ਰਿਹਾ ਨਾ ਪਲਾਨ ਨੇ। ਤਾਂ ਹੀ ਮੈਂ ਅਰਜ਼ ਕਰਨਾ ਪਿਆ ਵੀ ਨਹੀਂ ਕਿਹਾ। ਮੈਂ ਉਹਨਾਂ ਨੂੰ ਪੁੱਛ ਰਿਹਾ ਕਿ ਕੀ ਖੁਲਾਸਾ ਹੈ ਖੁਤਬੇ ਦਾ। ਨਹੀਂ, ਉਹਨਾਂ ਨੇ ਕਿਹਾ ਕੋਈ 에어ਪੋਰਟ ਖਰੀਦਣ ਦਾ, ਉਹਨਾਂ ਨੇ ਕਿਹਾ ਨਹੀਂ ਨਹੀਂ, ਕੋਈ ਜ਼ਿਕਰ ਨਹੀਂ ਹੈ ਅਸਲ ਖੁਤਬੇ ਚ। ਇਹ 1122 ਸਾਹਿਬ ਬਸਰਾ ਸਾਹਿਬ ਦੱਸਿਆ ਜੇ, ਮੈਂ ਨਹੀਂ ਕਿਹਾ ਜੀ ਕਿ ਉਹਨਾਂ ਨੇ ਕਹਿੰਦੇ ਤੁਸੀਂ ਕਿਹਾ ਕਿ ਨਹੀਂ ਕਿਹਾ? 에어ਪੋਰਟਾਂ ਦਾ ਕੋਈ ਮੈਂ ਖੁਫੀਆ ਕਿਹਾ ਪਲਾਨ ਜਾਂ ਨਹੀਂ? ਮਹਾਲਫੀਨ ਸਾਡੇ ਜਿਹੜੇ ਨੇ ਘਬਰਾਏ ਨੇ ਜੇ ਤੋਂ। ਸੁਣ ਲਓ ਮੈਂ ਕਿਹਾ ਇਹ ਨਹੀਂ ਕਿਹਾ, ਮੈਂ ਇਹ ਨਹੀਂ ਕਿਹਾ ਕਿ ਖੁਤਬੇ ਦੇ ਵਿੱਚ ਬਿਆਨ ਹੋਏ, ਹਾਂਜੀ, ਇਹ ਨਹੀਂ ਮੈਂ ਕਿਹਾ। ਖੁਤਬੇ ਦਾ ਨਹੀਂ ਖੁਲਾਸਾ। ਖੁਤਬੇ ਦੀ ਗੱਲ ਨਹੀਂ ਕਹਿ ਰਹੇ, ਅਸੀਂ ਕਹਿ ਰਹੇ ਹਾਂ ਕਿ ਉਹਨਾਂ ਨੇ ਕਿਹਾ ਕਿ ਸਾਡੇ ਖੁਫੀਆ ਪਲਾਨ। ਨਹੀਂ ਉਹ ਮੈਂ ਗੱਲ ਕੀਤੀ ਹੈ ਕਿ ਜਿਵੇਂ ਚੰਗੇ ਦਾ खुतबे का खुलासा यही है भाई, बस ज्यादा ज्यादा माली कुर्बानी करो, चंदा दो, बस है भाई खुतबे का खुलासा। बस नहीं नहीं, ये नहीं। इस सब बयान कर दो, क्योंकि 1122 साहब ਨੂੰ ਵੀ ਨਹੀਂ ਪਤਾ ਤੇ ਟਰੂ ਸੀਕਰ ਸਾਹਿਬ ਨੂੰ ਵੀ ਨਹੀਂ ਪਤਾ ਤੇ ਵੀ ਸ਼ੇਖ ਸਾਹਿਬ ਤੇ ਵੈਸੇ ਨਹੀਂ ਸੁਣਦੇ। ਬੰਦੇ ਆਉਂਦੇ ਨੇ ਜਿਹੜੇ ਉਹਨਾਂ ਨੂੰ ਪੁੱਛਣੇ ਆ ਕਿਸੇ ਨੇ ਸੁਣਿਆ ਕਿ ਨਹੀਂ। ਇਤਨੀ ਇਹ ਵੀ ਸਾਹਿਬ ਤੁਸੀਂ ਜਮਾਤਾਂ ਦੀ ਵਸੇ ਕਿ ਅਜ਼ਮਾਇਸ਼ ਰੱਖ ਛੜੀ ਹੈ। ਮੈਂ ਖੁਤਬੇ ਦਾ ਪੁੱਛਣਾ ਵੀ ਜਮਾਤਾਂ ਦੀ ਵਸੇ ਕਿ ਅਜ਼ਮਾਇਸ਼ ਰੱਖ ਛੜੀ। ਹੁਸੈਨ ਸਾਹਿਬ, ਕਿੰਨਾ ਟਾਈਮ ਹੁੰਦਾ ਹੈ ਖੁਤਬੇ ਦਾ? ਕੋਈ 10-15 ਮਿੰਟ ਦਾ ਹੁੰਦਾ ਜਾਂ ਲੰਬਾ ਹੁੰਦਾ ਹੈ? ਨਹੀਂ ਨਹੀਂ, 1 ਘੰਟੇ ਦਾ ਹੁੰਦਾ ਹੈ, ਕਮ ਸੇ ਕਮ 1 ਤਾਂ ਘੰਟਾ। ਇੱਥੇ ਸੁਣ ਲੈਂਦੇ ਆ ਜੇ ਕੋਈ ਜ਼ਰੂਰੀ ਗੱਲ ਹੈ ਤੇ। ਮੈਂ ਖੁਲਾਸਾ ਦੱਸ ਦਿੰਦਾ ਉਹਦੀ ਸਬਰੀ ਜਾ ਜਾਏਗੀ। ਕਿਉਂਕਿ ਪਿਛਲੀ ਦਫਾ ਵੀ ਉਹਨਾਂ ਨੇ ਬੜਾ ਜ਼ੋਰ ਦਿੱਤਾ ਸੀ ਕਿ ਸੋਸ਼ਲ ਮੀਡੀਆ ਤੇ ਗਾਲੀਆਂ ਵਗੈਰਾ ਨਾ ਦਿੱਤਾ ਕਰੋ, ਤੇ ਕੈਮ ਦੀ ਨੇ ਨਹੀਂ ਸੁਣੀ ਉਹਨਾਂ ਦੀ। ਤੇ ਇਸ ਦਫਾ ਵੀ ਕੋਈ ਇੰਪੋਰਟੈਂਟ ਗੱਲ ਤੇ ਦੇ ਦਿਓ, ਕੋਲੋਂ ਅਸੀਂ ਪੈਗਾਮ ਪਹੁੰਚਾ ਦਿੰਦੇ ਆ। ਸਰੀ ਸਾਹਿਬ, ਅਜ਼ਮਾਇਸ਼ਾਂ ਜਿਹੜੀਆਂ ਨੇ ਮੋਮਨਾ ਤੇ ਹੀ ਆਉਂਦੀਆਂ ਨੇ। ਹਾਂ, ਉਹ ਕਹਿੰਦੇ ਨੇ ਕਿ ਹਾਸਿਬ ਨਾਸ ਯੁਤਰਕੂ ਵਲਾ ਯੁਫਤਨੂਨ, ਕਿ ਕਿਆ ਉਹ ਇਹ ਸਮਝਦੇ ਨੇ ਕਿ ਉਹਨਾਂ ਤੇ ਅਜ਼ਮਾਇਸ਼ ਨਹੀਂ ਆਏਗੀ ਔਰ ਇੰਜੀ ਉਹ ਉਹਨਾਂ ਦਾ ਬਗੈਰ ਹਿਸਾਬ ਦੇ ਹੀ ਅੱਗੇ ਚਲੀ ਜਾਣਗੇ। ਮੋਮਨਾ ਤੇ ਅਜ਼ਮਾਇਸ਼ ਆਉਂਦੀ ਹੈ ਔਰ ਜਿਹੜੇ ਕਾਫਰ ਨੇ ਉਹਨਾਂ ਦੇ ਉੱਤੇ ਅਜ਼ਾਬ ਆਉਂਦਾ ਹੈ। ਮਨਸੂਰ ਸਾਹਿਬ ਖੁਤਬਾ ਸੁਣਿਆ? ਹਾਂਜੀ ਸਰੀ ਸਾਹਿਬ, ਕਾਫੀ ਹੱਦ ਤੱਕ ਸੁਣਿਆ ਸੀਗਾ। ਤੇ ਦੱਸੋ ਉਹਦੇ ਕੀ ਖੁਲਾਸਾ ਕੀ ਹੈ? ਕਾਫੀ ਹੱਦ ਤੱਕ ਸੁਣਿਆ, ਥੋੜੀ ਹੱਦ ਤੱਕ ਸੁਣਾ ਦਿਓ ਜੀ। ਕਿਸ ਚੀਜ਼ ਦਾ ਜ਼ਿਕਰ ਸੀਗਾ? ਮੈਨੂੰ ਹੁਣ ਥੋੜਾ ਜਿਹਾ ਮਾਈਂਡ ਰਿਵਾਈਂਡ ਕਰਨਾ ਪੈਣਾ। ਰਿਵਾਈਂਡ ਕਰ ਲਓ, ਬਿਲਕੁਲ। ਚਲੋ जगह मैं सोनी साहब का मैसेज पढ़ दवा। सोनी साहब कहते हैं भी अगर मुरब्बियान को ट्रक और टैक्सी के काम पर लगा दे तो तनख्वाह भी बच जाएगी। एक मिनट मुकम्मल कर देना ना, गल मुकम्मल विच नहीं बोली था मंसूर साहब जी जी। तनख्वाह भी बच जाएगी अगर मुरब्बियान को ट्रक टैक्सी के काम पर लगा दें तो तनख्वाह भी बच जाएगी और टिकटॉक पर तबलीग भी हो जाएगी। ये तो ठीक है। बहुत जबरदस्त जी। भट्टी साहब, अपना सनी साहब इजाजत है? खड़े ही रहते ने। जी बिस्मिल्लाह, ਦੱਸੋ। ਉਹਦਾ ਕਾਫੀ ਹਿੱਸਾ ਤੇ ਸੀਗਾ ਤੇ ਜਿਹੜਾ ਤਹਿਰੀਕ ਜਦੀਦ ਸੀ, ਮੇਰਾ ਖਿਆਲ ਉਹਦਾ ਸਾਲ ਖਤਮ ਹੋਇਆ ਹੈ। ਤੇ ਨਵੇਂ ਸਾਲ ਦਾ ਕਿਹੜਾ ਸਾਲ ਖਤਮ ਹੋਇਆ?
तहरीक जदीद है या वक्फ जदीद है मेरा ख्याल है। अच्छा, या तारीख जदीद है या वक्फ जदीद है? मैं एक मिनट तुहानू चेक करके दस दूं, एक मिनट। खुतबा तुसां सुनिया है ते तुहानू तारीख ਉਹ ਹੁਣ जदीद ਹਰ ਚੀਜ਼ ਤੇ ਸਾਰੀ ਸਾਹਿਬ ਯਾਦ ਨਹੀਂ ਨਾ ਰਹਿੰਦੀ, ਮੋਟੀ ਮੋਟੀ ਗੱਲਾਂ ਯਾਦ हाँ नहीं, ਰਹਿੰਦੀਆਂ वक्त भी काफी गुजर गया ना। कल जुमा आया था, आज हफ्ता तो कैंडा भी तो काफी कर रहे हैं नहीं ना। ये एक गल कह दी। जी नहीं, मतलब ये तुसीं अंदाजा लाओ ना किथे कल ते किथे अज ते कोई मतलब थोड़ा जिहा पता थोड़ा वक्त भी तो चंगा भला मतलब सालां दे हिसाब नाल गुजर गया। ਹੁਣ ਸੈਣੀ ਸਾਹਿਬ ਜ਼ਬਾਨੀ ਤੇ ਖੁਲਾਸਾ ਹੀ ਤੁਸੀਂ ਦੱਸਿਆ ਜਾ एक गल है। लो सबर साइड साहब तुसीं दसो, खुतबा सुनिया, नया खुतबा दसो की फरमाया हजूर ने। ਤਹਿਰੀਕ ਜਦੀਦ ਹੀ ਹੈ ਸੈਣੀ ਸਾਹਿਬ। ਨਾਕਲੀ ਮੈਨੂੰ ਤਾਂ confuse ਕਰ ਛੱਡਿਆ। ਪੰਚਾਈ ਤੇ ਜਮਾਤ ਨੇ ਨਾਕਲੀ ਦਾ ਇੱਕ ਤਹਿਰੀਕ ਦਾ ਆਗਾਜ਼ ਕੀਤਾ ਕਿ ਮੁਖਾਲਫੀਨ ਜਿਹੜੇ ਨੇ ਉਹ ਸਾਨੂੰ ਨਾਕਲੀ ਦਾ ਉਹ ਤਕਲੀਫਾਂ ਪਹੁੰਚਾਉਣਾ ਚਾਹੁੰਦੇ ਨੇ, ਮਗਰ ਅਸੀਂ ਇਸਲਾਮ ਦੀ ਸ਼ਾਤ ਵਾਸਤੇ ਇੱਕ ਨਈ ਤਹਿਰੀਕ ਦਾ ਜਿਹੜੀ ਹੈ ਐਲਾਨ ਕਰਤਾ ਔਰ ਇਸਲਾਮ ਨੂੰ ਪੂਰੀ ਦੁਨੀਆ ਦੇ ਉੱਤੇ ਇਸ ਤਹਿਰੀਕ ਦੇ ਜ਼ਰੀਏ ਫੈਲਾਇਆ ਜਾਏਗਾ ਔਰ ਸ਼ਾਤ ਕੀਤੀ ਜਾਏਗੀ। ਉਹਨਾਂ ਨੇ ਮਜਲਿਸ ਹਰਾਰ ਜਿਹੜੀ ਸੀ ਉਸ ਟਾਈਮ ਜਮਾਤ ਦੀ ਮੁਖਾਲਫਤ ਚ ਉੱਠੀ ਔਰ ਉਹਨੇ ਕਿਹਾ ਸੀ ਅਸੀਂ ਕਾਦੀਆਨ ਤੋਂ ਬਾਅਦ ਨਹੀਂ ਆਵਾਜ਼ ਜਾਣ ਦੇਵਾਂਗੇ, ਤੇ ਉਦੋਂ ਇਹ ਮੇਰੇ ਖਿਆਲ ਉਸ ਟਾਈਮ ਇਹ ਤਹਿਰੀਕ ਦਾ ਆਗਾਜ਼ ਹੋਇਆ ਸੀਗਾ। ਵੈਸੇ ਇਹ ਜਿਹੜਾ ਤਾਰੀਕ ਜਦੀਦ ਹੈ ਇਹਦਾ ਮਾਲੀ ਸਾਲ ਕਿੱਥੋਂ ਸ਼ੁਰੂ ਹੋ ਕੇ ਤੇ ਕਿੱਥੇ ਖਤਮ ਹੁੰਦਾ ਹੈ? 31 ਅਕਤੂਬਰ ਨੂੰ ਖਤਮ ਹੁੰਦਾ ਹੈ ਤੇ 1 ਨਵੰਬਰ ਨੂੰ ਸਟਾਰਟ ਹੁੰਦਾ ਹੈ। ਦੇਖੋ ਠੀਕ ਹੋ ਗਿਆ, ਇਹਦਾ ਮਤਲਬ ਤਾਰੀਕ ਜਦੀਦ ਦੀ ਗੱਲ ਹੋ ਰਹੀ। ਠੀਕ ਹੈ, ਤੇ ਫਿਰ ਕਿਹੜੇ ਸਾਲ ਵਿੱਚ ਰਾਰੀਆਂ ਨੇ ਕੀ ਕੀਤਾ? ਨਹੀਂ ਇਹ ਹੁਣ ਐਡੀ ਡਿਟੇਲ ਤੇ ਮੈਨੂੰ ਤੁਹਾਨੂੰ ਨਹੀਂ ਪਤਾ। ਮੇਰਾ ਖਲੀਫਾ ਸਾਨੀ ਨੇ ਇਹਦਾ 1934 ਚ ਇਹਨਾਂ ਨੇ ਰਾਤ 1934 ਦੇ ਵਿੱਚ ਕੀ ਹੋਇਆ? ਹਾਂਜੀ ਖਲੀਫਾ ਸਾਨੀ ਦੇ ਦੌਰ ਦੀ ਗੱਲ ਨਹੀਂ 1 ਸੈਕਿੰਡ ਮਜਲਿਸ ਹਜ਼ਾਰ ਦਾ ਹਰਾਰ ਦਾ ਜਿਹੜਾ ਸ਼ੁਰੂਆਤ 1934 ਚ ਹੋਈ ਸੀ ਤੇ ਤੁਸਾਂ ਫਿਰ 1934 ਚ ਤਹਿਰੀਕ ਜਦੀਦ ਸ਼ੁਰੂ ਹੋ ਗਈ ਸੀ। ਬਈ ਡੇਟਾ ਤੇ ਇੱਕ ਚੀਜ਼ ਉਹ ਮੈਂ ਪਹਿਲੇ ਇਸ ਚੀਜ਼ ਦਾ ਕਿ ਜਿੰਨੀ ਚੀਜ਼ ਜਿੰਨਾ ਇਲਮ ਹੋਏਗਾ ਉਤਨਾ ਦੱਸ ਸਕਦਾ ਕਿ ਜਿਹੜੀ ਚੀਜ਼ ਨਹੀਂ ਸ਼ੋਰ ਉਹਨੂੰ ਐਵੇਂ ਚਲੋ ਜਿੰਨਾ ਕਹੇ ਉਹਨਾਂ ਨੂੰ ਬਿਆਨ ਕਰ ਸਕਦਾ। ਹਾਂਜੀ ਜਿਹੜੀ ਮੋਟੀ ਮੋਟੀਆਂ ਗੱਲਾਂ ਉਦੋਂ ਸਾਡੀ ਸਾਹਿਬ ਲੋਕ ਇੱਥੇ ਬਰਾਡਾ ਲਾਉਂਦੇ ਸੀਗੇ ਚੰਦੇ ਕਿਉਂ ਦਿੰਦੇ ਤੇ ਐਰਕਾ ਉਹਨਾਂ ਨੇ ਦੱਸਿਆ ਕਿ ਗੈਰ ਮਾਮੂਲੀ ਇਜ਼ਾਫਾ ਹੋਇਆ ਹੈ। ਠੀਕ ਹੈ, 50 ਮਿਲੀਅਨ ਤੋਂ ਉੱਤੇ ਹੋਇਆ ਕੋਈ कितने मिलियन चंदा कितने मिलियन पाउंड चंदा मसूल होया? 50 ਤੋਂ ਉੱਤੇ ਸੀਗਾ, ਐਗਜ਼ੈਕਟ ਫਿਗਰ ਮੈਨੂੰ ਯਾਦ नहीं ना जुल्म करो इस तरह ना करो। ये ठीक है, कल तो आज तक दा पेंडा ते है, वक्त ते बहुत गैर मामूली गुजर गया। 1.5 ਮਿਲੀਅਨ ਉਹਨਾਂ ਦੱਸਿਆ 15 ਲੱਖ। हैं जी 15 ਲੱਖ 1.5 ਮਿਲੀਅਨ ਪਾਉਂਡ ਕੇ ਡਾਲਰ 19.50 मिलियन पाउंड टोटल। ਇੰਗਲੈਂਡ ਦਾ ਵਾਹ ਹੋ ਸਕਦਾ ਮੈਨੂੰ ਫਿਰ ਸੁਣਨ ਚ ਗਲਤੀ ਲੱਗੀ ਹੋਏ, ਮੈਂ ਮੰਨ ਲੈਂਦਾ 50 ਤੇ 19 ਚ ਫਰਕ ਤੇ ਹੁੰਦਾ ਹੈ ਨਾ ਕੁਝ ਨਾ ਕੁਝ। ਨਹੀਂ ਮੈਂ ਤੁਹਾਨੂੰ ਦੱਸਿਆ ਕਿ ਸਿਫਰ ਦਾ ਫਰਕ ਤਾਂ ਹੈ ਜਿਹੜਾ ਮੈਨੂੰ ਲੱਗਾ ਸੀ ਉਸ ਟਾਈਮ ਇਹਦਾ 1.2 ਦਾ ਮਿਊਟ ਲਾ ਦੋ ਹਰੇ ਕੀ ਲਾ। जी 1.2 सब ठीक कह रहे हो। ਤੇ ਔਰ ਗੈਰ ਮਾਮੂਲੀ ਇਜ਼ਾਫਾ ਹੋਇਆ ਇਸ ਦਫਾ। ਨਹੀਂ ਗੈਰ इस ਮਾਮੂਲੀ दफा गैर ਮਤਲਬ मामूली कितना इजाफा होया वो भी दस दियो। ਪਿਛਲੇ ਸਾਲ ਕਿੰਨਾ ਸੀ? ਇਹ ਹੁਣ ਮੈਨੂੰ ਐਗਜ਼ੈਕਟਲੀ ਫਿਗਰ ਨਹੀਂ ਕਿਸੇ ਦਾ 1.5 ਮਿਲੀਅਨ ਲੇਕਿਨ ਤੁਹਾਨੂੰ ਐਗਜ਼ੈਕਟ ਫਿਗਰ ਨਹੀਂ ਯਾਦ ਸੈਣੀ ਸਾਹਿਬ, ਐਗਜ਼ੈਕਟ ਫਿਗਰ ਨਹੀਂ ਯਾਦ ਲੇਕਿਨ ਗੈਰ ਮਾਮੂਲੀ ਇਜ਼ਾਫਾ ਹੋਇਆ ਵਾ। यार तुसा भी सुनिया खुतबा ते मैं भी सुनिया। ਨਹੀਂ ਸਾਡੀ ਸਾਹਿਬ ਤੁਹਾਡੀ ਯਾਦਾਸ਼ਤ ਮਿਲੀਅਨ ਪਾਉਂਡ ਹੈ 55 ਮਿਲੀਅਨ ਪਾਉਂਡ ਹੈ ਜਿਹੜਾ ਇਕੱਠਾ ਹੋਇਆ ਹੈ। हैं जी ਠੀਕ ਹੋ ਗਿਆ। नहीं 55 मिलियन कोई नहीं किया उन्होंने। मेरा ख्याल है 55 ਦੇ ਲਾਗੇ 19.50 19.5 ਮਿਲੀਅਨ। ਅੱਛਾ ਮੈਨੂੰ ਵੀ ਇਹ 55 ਦੇ ਲਾਗੇ ਸ਼ਾਗੇ ਲੱਗਾ ਸੀ, ਇਸ ਲਈ ਮੈਂ ਇhtiyati ਦੁਬਾਰਾ ਸੁਣ ਲਵੋ ਇਹ ਕਿਹਾ ਉਹਨਾਂ ਨੇ। ਔਰ ਪਿਛਲੇ ਸਾਲ ਨਾਲੋਂ ਤੁਸੀਂ ਕਹਿ ਰਹੇ ਹੋ ਤੇ ਮੈਂ ਮੰਨ ਲਿਆ 1 ਮਿਲੀਅਨ ਤੇ 55,000 ਇਜ਼ਾਫਾ ਹੈ। ਠੀਕ ਹਾਂ 1.5 ਮਿਲੀਅਨ ਗਿਆ। ਅੱਛਾ ਸੈਣੀ ਸਾਹਿਬ ਇਹ ਜ਼ਕਾਤ ਕਿੰਨੀ ਇਕੱਠੀ ਕਰਦੇ ਨੇ ਪੂਰੇ ਸਾਲ ਚ?
ਉਹਦਾ ਵੀ ਕੋਈ ਹਿਸਾਬ ਕਿਤਾਬ ਹੈ ਬਈ ਨਹੀਂ ਜਾਂ ਉਹ ਤੇ ਨਹੀਂ, ਵਸੂਲ ਤੇ ਕਰਦੇ ਨੇ ਲੇਕਿਨ ਉਹਦਾ ਕੋਈ ਐਲਾਨ ਨਹੀਂ ਕਰਦੇ। ਕੋਈ ਐਲਾਨ ਨਹੀਂ ਤੇ ਉਹਦੇ ਤੇ ਕਿਉਂਕਿ ਮੈਂ ਨਾਰਮਲੀ ਜਦੋਂ ਵੇਖਿਆ ਉਹ ਯਾਨੀ ਜਿਹੜਾ ਜ਼ੋਰ ਦਿੰਦੇ ਨੇ ਜ਼ਿਆਦਾ ਉਹ ਚੰਦੇ ਤੇ ਦਿੰਦੇ ਨੇ ਹਾਂਜੀ, ਤੇ ਮੈਂ ਕਿਹਾ ਸ਼ਾਇਦ ਕੋਈ ਕਾਰ ਚੰਦਿਆਂ ਦਾ ਵੀ ਕੋਈ ਦੇ ਸਿਸਟਮ ਹੋਵੇ। ਜਿਹੜਾ ਹੈ ਨਾ ਤਾਰੀਖੀ ਜਦੀਦ ਦਾ ਮਾਲੀ ਸਾਲ ਉਹ 1 ਨਵੰਬਰ ਤੋਂ 31 ਅਕਤੂਬਰ ਤੱਕ ਹੈ। ਵਕਫੇ ਜਦੀਦ ਦਾ ਜਿਹੜਾ ਉਹ 1 ਜਨਵਰੀ ਤੋਂ 31 ਦਸੰਬਰ ਤੱਕ ਹੈ। ਹੁਣ ਅਗਲੇ ਮਹੀਨੇ ਜਿਹੜਾ ਹੈ ਅਗਰ ਤੇ 19.50 ਮਿਲੀਅਨ 19.19 ਮਿਲੀਅਨ ਪਾਉਂਡ ਅਗਰ ਇਕੱਠਾ ਹੋਇਆ ਸੰਤ ਸਾਹਿਬ ਜਾਂ ਤੇ ਮੈਨੂੰ ਉਮੀਦ ਹੈ ਕਿ ਇਸ ਦਫਾ ਅੱਲਾ ਕਰੇ ਖੈਰ ਤੇ ਜਿਹੜੇ ਮਲਾਈਸ਼ੀਆ ਔਰ ਦੂਸਰੇ ਮੁਲਕਾਂ ਚ ਥਾਈਲੈਂਡ ਔਰ ਮਲਾਈਸ਼ੀਆ ਗਾਲਬਨ ਜਾਂ ਇੰਡੋਨੇਸ਼ੀਆ ਚ ਜਿਹੜੇ ਅਹਿਮਦੀ ਜ਼ਰਾਤ ਦੇ ਗਰੀਬ ਲੋਕ ਨੇ ਉਹਨਾਂ ਦੀ ਮਦਦ ਕੀਤੀ ਜਾਏਗੀ। बड़ी उम्मीद है क्योंकि 19.50 मिलियन काफी रकम है सन साहब और अगर तो तीसरा हिस्सा भी ਜਿਹੜੇ ਪਾਕਿਸਤਾਨ ਉਹਨਾਂ ਦੀਆਂ ਮਿਲਾਂ ਚੱਲਦੀਆਂ ਨੇ ਪਈਆਂ ਉਹ ਇਹਨਾਂ ਨੇ ਨਹੀਂ ਬਿਆਨ ਕੀਤਾ। ਉਹਨਾਂ ਨੇ ਇਹ ਕਿਹਾ ਕਿ ਜਿਸ ਵਕਤ ਤਾਰੀਖ ਕੀਤੀ ਗਈ ਉਹਨਾਂ ਨੇ ਕਿਹਾ 27,000 ਰੁਪਇਆ ਚਾਹੀਦਾ ਤਾਂ ਕਿ ਅਸੀਂ ਇਰਾਨੀਆਂ ਦਾ ਇਹ ਕਹਿਣਾ ਆਇਆ ਕਿ ਅਸੀਂ ਅਹਿਮਦੀਅਤ ਨੂੰ ਸਫਾ ਹਸਤੀ ਤੋਂ ਮਿਟਾ ਦੇंगे और कादियान ਵਿੱਚ ਵੀ ਕੋਈ ਨਾਮ ਲੇਵਾ ਬਾਕੀ ਨਹੀਂ ਰਹੇਗਾ। ਉਸ ਵਕਤ ਦੀ ਗੌਰਮੈਂਟ ਵੀ ਉਹਨਾਂ ਦੀ ਪੁਸ਼ਪਨਾਈ ਕਰ ਰਹੀ ਹੈ। ਉਸ ਵਕਤ ਖਲੀਫਾ ਸਾਨੀ ਨੇ ਕਿਹਾ ਕਿ ਅਸੀਂ ਇਹ ਮਿਸ਼ਨ ਬਾਹਰ ਕਾਇਮ ਕਰਕੇ ਤੇ ਬਾਹਰ ਮਸਜਿਦਾਂ ਬਣਾ ਦੇंगे, ਮਿਸ਼ਨ ਹਾਊਸ ਦੀਆਂ ਬਿਲਡਿੰਗਾਂ ਬਣਾ ਦੇंगे ਤੇ ਇਹਦੇ ਵਿੱਚ ਉਹ ਸੱਚੇ ਨਿਕਲੇ ਨੇ। ਵਾਕਈ ਉਹਨਾਂ ਮਿਸ਼ਨ ਹਾਊਸ ਵੀ ਬਣਾਏ ਨੇ ਤੇ ਮਸਜਿਦਾਂ ਵੀ ਬਣਾਈਆਂ ਨੇ। ਅਗਰਚੇ ਮਸਜਿਦਾਂ ਬਣਾਉਣ ਵਿੱਚ ਮੋਸਟਲੀ ਜਿਹੜੇ ਲੋਕ ਬਾਹਰ ਆਏ ਨੇ ਉਹਨਾਂ ਦੇ ਚੰਦੇ ਨਾਲ ਹੀ ਉਹ ਮਸਜਿਦਾਂ ਬਣੀਆਂ ਨੇ ਤੇ ਬਾਹਰ ਆ ਕੇ ਤੇ ਮਿਸ਼ਨ ਹਾਊਸ ਵੀ ਇਸੇ ਹਿਸਾਬ ਨਾਲ ਨੇ। ਲੇਕਿਨ ਜਿਹੜਾ ਉਹਦੇ ਨਤੀਜੇ 'ਚ ਇਸ਼ਾਅਤ ਇਸਲਾਮ ਕਰਕੇ ਲੋਕਾਂ ਨੂੰ ਦਾਖਲ ਕਰਨਾ ਆ ਉਹ ਪਤਾ ਨਹੀਂ ਕਿਹੜੀ ਜਗ੍ਹਾ ਹੋਇਆ ਹੈ ਕਿਉਂਕਿ ਜ਼ਿਆਦਾਤਰ ਲੋਕ ਉੱਥੋਂ ਹੀ ਆਏ ਨੇ। ਅੱਛਾ ਹੁਸੈਨੀ ਸਾਹਿਬ ਲੇਕਿਨ ਇਹ ਗੱਲ ਤੁਹਾਡੀ ਬੜੀ ਬਜਾ ਹੈ। ਇੱਕ ਮਿੰਟ ਸਿਰਫ ਇੱਕ ਮਿੰਟ ਇਹ ਤੁਹਾਡੀ ਗੱਲ ਬਜਾ ਹੈ ਇਸ਼ਾਅਤ ਇਸਲਾਮ ਵਾਲੀ ਸੰਸਾ ਮੇਰਾ ਇਸੇ ਲਫ਼ਜ਼ ਤੇ ਨਾ ਜ਼ੇਨ ਸੀ ਉਦੋਂ ਦਾ ਮਤਲਬ ਅਟਕਿਆ ਹੋਇਆ ਕਿ ਇਸ਼ਾਅਤ ਇਸਲਾਮ ਦੀ ਅਗਰ ਡੈਫੀਨੇਸ਼ਨ ਕਰੀਏ ਜਿਹੜੀ ਮਿਰਜ਼ਾ ਸਾਹਿਬ ਕੀਤੀ ਹੈ ਤੇ ਉਹਨਾਂ ਦੀ ਤੇ ਇਹ ਹੈ ਕਿ ਮੇਰੀ ਤਾਲੀਮਾਤ ਦੀ ਇਸ਼ਾਅਤ ਯਾਨੀ ਮੇਰੇ ਤੋਂ ਬਗੈਰ ਕਹਿੰਦੇ ਮੈਨੂੰ ਛੱਡ ਕੇ ਤੁਸੀਂ ਕਿਹੜਾ ਇਸਲਾਮ ਪੇਸ਼ ਕਰੋਗੇ ਦੁਨੀਆ ਤੇ ਤੇ ਉਹ ਅਗਰ ਇਸ਼ਾਅਤ ਇਸਲਾਮ ਜਿਹੜਾ ਅਸਲ ਇਸ਼ਾਅਤ ਇਸਲਾਮ ਹੈ ਜਮਾਤ ਅਹਿਮਦੀਆ ਦਾ ਤੇ ਉਹ ਤਾਂ ਨਜ਼ਰ ਨਹੀਂ ਆਇਆ ਤੇ ਬਾਕੀ ਅਗਰ ਖਾਲੀ ਹੈ ਤੇ ਉਹ ਤੇ ਮੁੱਦਾ ਇਸਲਾਮ ਪੇਸ਼ ਕਰ ਰਹੇ ਨੇ ਬਾਹਰ ਹਾਂਜੀ ਹੁਸੈਨੀ ਸਾਹਿਬ ਇੱਕ ਮਿੰਟ ਮਨਸੂਰ ਸਾਹਿਬ ਇੱਕ ਮਿੰਟ ਮਨਸੂਰ ਸਾਹਿਬ ਇੱਕ ਮਿੰਟ ਮੌਕਾ ਦਿਓ ਹੁਸੈਨੀ ਸਾਹਿਬ ਜੀ ਹੁਸੈਨ ਸਾਹਿਬ ਤੁਸੀਂ ਆਖਿਆ ਹੈ ਕਿ ਉਹਨਾਂ ਨੇ ਆਪਣਾ ਜਿਹੜੀ ਇਸ਼ਾਅਤ ਇਸਲਾਮ ਕੀਤੀ ਉਹ ਨਜ਼ਰ ਨਹੀਂ ਆਉਣ ਡਈ ਤੁਹਾਨੂੰ ਤੁਹਾਡੇ ਕਿੰਨਾ ਚੰਦਾ ਲਿਖਾਇਆ ਹਜੇ ਤਰੀਕੇ ਜਦੀਦ 'ਚ ਤਾਰੀਖੀ ਦੇ ਕਿਹਨੇ ਚੰਦਾ ਲਿਖਾਣਾ ਤੁਸੀਂ ਮੈਂ ਕਿਉਂ ਲਿਖਾਂ? ਅੱਛਾ ਇਹਨ ਚੰਦਾ ਨਹੀਂ ਤੁਸੀਂ ਦਿੱਤਾ? ਅੱਛਾ ਮੈਂ ਵੀ ਚੰਦਾ ਦੇਣਾ ਮੈਂ ਲਿਖਾ ਦੇਣਾ ਕੋਈ ਗੱਲ ਨਹੀਂ ਜਿੱਦਾਂ ਅੱਛਾ ਨਹੀਂ ਮੈਂ ਕਿਹਾ ਸ਼ਾਇਦ ਤੁਸੀਂ ਪੁੱਛ ਰਹੇ ਸੋ ਕਿ ਇਸ਼ਾਅਤ ਇਸਲਾਮ ਤੁਹਾਨੂੰ ਨਜ਼ਰ ਨਹੀਂ। ਮੈਂ ਹੁਣ ਮਿਸਾਲ ਦੇ ਤੌਰ ਤੇ 300 ਦਿੱਤਾ ਹੈ ਠੀਕ ਹੈ ਤਰੀਕੇ ਜਦੀਦ ਦੇ ਵਿੱਚ ਜੀ ਠੀਕ ਹੈ ਤੇ ਮੈਨੂੰ ਹੁਣ ਨਜ਼ਰ ਆਇਆ ਨਹੀਂ ਜਿਹੜੀ ਇਸ਼ਾਅਤ ਮੈਨੂੰ ਨਜ਼ਰ ਆਇਆ ਤੇ ਅਗਰ ਮਿਸਾਲ ਤੌਰ ਤੇ ਇੱਕ ਬੰਦੇ ਨੇ ਦਿੱਤਾ ਹੀ ਨਹੀਂ ਭਾਈਆ ਇਸ਼ਾਅਤ ਇਸਲਾਮ ਦਾ ਪੈਸਾ ਨਾ ਕੀ ਲੈਣ ਦੇਣੇ। ਚਲੋ ਜਿਹੜੀ ਗੱਲ ਦੋ ਚੀਜ਼ਾਂ ਨੇ ਇੱਕ ਹੈ ਚੰਦਾ ਦੇਣ ਤੋਂ ਤੇ ਇਨਕਾਰ ਨਹੀਂ ਹੈ। ਚੰਦਾ ਲੋਕਾਂ ਨੇ ਦਿੱਤਾ ਹੈ। ਜਿਸ ਵਕਤ ਉਹਨਾਂ ਨੇ 27,000 ਦੀ ਤਾਰੀਖ ਕੀਤੀ ਤੇ ਵਸੂਲੀ 1 ਲੱਖ ਦੀ ਹੋਈ ਲੋਕਾਂ ਨੇ ਬਹੁਤ ਵੱਧ ਚੜ ਕੇ ਪੈਸੇ ਦਿੱਤੇ ਤੇ 1 ਲੱਖ ਰੁਪਇਆ ਹੋ ਗਿਆ। ਉਸ ਪੈਸੇ ਤੇ ਆ ਗਏ। ਪੈਸਿਆਂ ਦਾ ਮਸਰਫ ਵੀ ਉਹਨਾਂ ਨੇ ਦੱਸਿਆ ਕਿ ਅਸੀਂ ਉਹਦੇ ਨਾਲ ਕੀ ਕਰਾਂਗੇ ਕਿ ਬੈਰੂਨੇ ਉਹ ਲੱਗ ਗਏ ਹੈਂ ਉਹ ਲੱਗ ਵੀ ਗਏ ਇੰਜ ਨਹੀਂ ਲੱਗ ਗਏ ਇਤਨੀ ਸਪੀਡ ਨਾਲ ਨਾ ਲਾਓ ਥੋੜਾ ਜਿਹਾ ਪਰ ਰੱਖੋ। ਦੇਖੋ ਕੱਲ ਦਾ ਖੁਤਬਾ ਅੱਜ ਤੱਕ ਆਉਂਦਿਆਂ ਕਿਤਨੀ ਮੁਸ਼ਕਿਲ ਪੇਸ਼ ਆਈ ਦੇਰ ਲੱਗ ਗਈ ਇੰਜ ਪੁਆਇਆ ਕਿ ਉਹਦਾ ਸਾਰਿਆਂ ਦਾ ਕੁਝ ਉਮਰ ਕੱਢ ਇੰਜ ਨਾ ਕਰੋ। ਗੱਲ ਇਹ ਹੈ ਕਿ ਉਹਦੇ ਨਤੀਜੇ 'ਚ ਉਹਨਾਂ ਨੇ ਬੈਰੂਨੀ ਦੁਨੀਆ ਦੇ ਵਿੱਚ ਮਿਸ਼ਨ ਹਾਊਸ ਬਣਾਉਣੇ ਤੇ ਮਸਜਿਦਾਂ ਬਣਾਉਣੀਆਂ ਹੀ ਆ ਕਿਹਦੇ ਵਾਸਤੇ ਤਾਂ ਕਿ ਲੋਕਾਂ ਨੂੰ ਅਹਿਮਦੀ ਬਣਾਇਆ ਜਾਏ।
ਠੀਕ ਹੈ, ਇਹ ਹੈ ਨਾ ਅਸਲ ਮੁੱਦਾ। ਜੇ ਤੇ ਮੁੱਦਾ ਇਹ ਹੈ ਵੀ ਅਸੀਂ ਅਮਰੀਕਾ 'ਚ ਜਾ ਕੇ ਇੱਕ ਮਿਸ਼ਨ ਹਾਊਸ, ਇੱਕ ਬਿਲਡਿੰਗ ਬਣਾ ਦਿਆਂਗੇ ਬਹੁਤ ਵੱਡੀ 6 ਮੰਜ਼ਿਲਾ, ਠੀਕ ਹੈ, ਤੇ ਉਹ ਤੇ ਜਾਂ ਲੰਦਨ 'ਚ ਬਣਾ ਦਿਆਂਗੇ, ਤੇ ਉਹ ਠੀਕ ਹੈ, ਵਾਕਈ ਬਣਾ ਦਿੱਤੀ, ਉੱਥੇ ਹੈ ਨੇ ਬਿਲਡਿੰਗਾਂ ਬਣੀਆਂ ਨੇ, ਔਰ ਜਮਾਤ ਦੀਆਂ ਬਿਲਕੁਲ ਅਲਹਮਦੁਲਿਲਾ। ਹਾਂ, ਉਹਦੇ 'ਚ ਕੋਈ ਹੁਣ ਸ਼ੱਕ ਇਹ ਵੇ ਕਿ ਤੁਹਾਡਾ ਇਹ ਕਹਿਣਾ ਹੈ ਕਿ ਜਿਹੜਾ ਬਿਲਡਿੰਗਾਂ ਬਣਾਉਣੀਆਂ ਜਾਂ ਮਸਜਿਦਾਂ ਬਣਾਉਣੀਆਂ, ਇਹਦੇ ਉੱਤੇ ਪੈਸੇ ਲਾ ਹੀ ਨਹੀਂ ਰਹੇ ਜਮਾਤ ਵਾਲੇ, ਇਹ ਤੁਸੀਂ ਕਹਿ ਰਹੇ ਹੋ? ਮੈਂ ਤੇ ਨਹੀਂ ਇਹ ਕਿਹਾ, ਤੁਸੀਂ ਕਿਹਾ ਨਜ਼ਰ ਨਹੀਂ ਨਾ ਆ ਰਿਹਾ ਤੁਹਾਨੂੰ। ਸ਼ਾਤੇ ਇਸਲਾਮ ਕੀ ਹੈ ਤੁਹਾਨੂੰ ਉਹ ਦੱਸ ਰਹੇ ਨੇ। ਸ਼ਾਤੇ ਇਸਲਾਮ ਤੁਸੀਂ ਗੱਲ ਸੁਣਨ ਦੀ ਬਜਾਏ ਅਸਲ 'ਚ ਗੁੱਸੇ 'ਚ ਆ ਗਏ ਹੋ, ਉਹਦੀ ਵਜ੍ਹਾ ਨਾਲ ਇਹ ਮਸਾਇਲ ਪੇਸ਼ ਹੈ। ਹੱਸ ਕੇ ਗੱਲ ਕਰ ਰਹੇ ਹਾਂ ਤੁਹਾਨੂੰ। ਨਹੀਂ, ਹੱਸ ਕੇ ਤੇ ਕਰ ਰਹੇ ਹੋ, ਗੱਲ ਗੁੱਸੇ ਵਾਲੀ ਕਰ ਰਹੇ ਹੋ ਨਾ, ਹੱਸ ਕੇ। ਅੱਛਾ, ਮੈਂ ਇਹ ਨਹੀਂ ਕਹਿ ਰਿਹਾ, ਮੈਂ ਜਿੱਥੇ ਤੱਕ ਲੋਕਾਂ ਦੀਆਂ ਕੁਰਬਾਨੀਆਂ ਕਰਨ ਦਾ ਤਾਲੁਕ ਹੈ, ਉਹਦੇ 'ਚ ਵੀ ਕੋਈ ਸ਼ੱਕ ਨਹੀਂ, ਲੋਕਾਂ ਨੇ ਆਪਣੇ ਹੈਸੀਅਤ ਤੋਂ ਵੱਧ ਕੇ ਕੁਰਬਾਨੀਆਂ ਕਰਦੇ ਰਹੇ ਨੇ ਤੇ ਹੁਣ ਵੀ ਕਰਦੇ ਨੇ, ਤੇ ਉਹਦੀਆਂ ਮਿਸਾਲਾਂ ਉਹਨਾਂ ਨੇ ਦਿੱਤੀਆਂ ਨੇ, ਉਹਦੇ ਵਿੱਚ ਦਿੱਤੀਆਂ ਨੇ ਕਿ ਬਿਲਕੁਲ। ਕਿਸੇ ਇੱਕ ਘਰ ਦੇ ਵਿੱਚ ਇੰਡੋਨੇਸ਼ੀਆ ਦੇ ਵਿੱਚ ਉਹਨਾਂ ਦਾ ਵਾਧਾ ਆਇਆ 17,000 ਜਾਂ 17 ਲੱਖ ਦਾ। ਉੱਥੇ ਦੀ ਰੁਪਏ ਦੀ ਕੀਮਤ ਬਹੁਤ ਥੋੜ੍ਹੀ ਹੈ, ਇਸ ਕਰਕੇ ਉਹ ਪੈਸਾ ਬਹੁਤ ਬੜਾ ਹੈ, ਲੇਕਿਨ ਉਹ ਪਾਕਿਸਤਾਨ ਦੇ ਹਿਸਾਬ ਨਾਲ ਵੀ ਥੋੜ੍ਹੇ ਜਿਹੇ ਪੈਸੇ ਬਣਦੇ ਨੇ। ਤੇ ਉਹ ਘਰ ਵਾਲੀ ਬੀਬੀ ਜਿਹੜੀ ਹੈ, ਉਹਨੇ ਬੜੀ, ਉਹਨਾਂ ਦੀ ਖਵਾਹਿਸ਼ ਹੀ ਵਕਤ ਕਰੀਬ ਆ ਗਿਆ, ਤੇ ਉਹਨੇ ਬੈਂਕ 'ਚ ਦੇਖਿਆ ਕਿ ਉਹ 15,000 ਨੇ, ਕੁਛ ਉਸ ਤੋਂ ਥੋੜ੍ਹੀ ਜਿਹੀ ਰਕਮ ਘੱਟ ਹੈ। ਉਹ ਵੀ ਤੇ ਕੁਛ ਹੋਰ ਕਿਧਰੋਂ ਲੈ ਦੇ ਕੇ ਤੇ ਉਹਨਾਂ ਨੇ ਆਪਣਾ ਉਹ ਵਾਅਦਾ ਪੂਰਾ ਕਰ ਦਿੱਤਾ, ਤੇ ਉਹਨਾਂ ਦੇ ਪੱਲੇ ਕੁਝ ਵੀ ਨਹੀਂ ਰਿਹਾ, ਖਾਣ ਵਾਸਤੇ ਵੀ ਨਹੀਂ ਰਿਹਾ। ਤੇ ਇੱਕ ਹਫ਼ਤੇ ਦੇ ਅੰਦਰ ਉਹਨਾਂ ਨੂੰ 1 ਕਰੋੜ ਦੀ ਆਮਦ ਹੋ ਗਈ ਕਿਸੇ ਜਗ੍ਹਾ ਤੋਂ। ਠੀਕ ਹੋ ਗਿਆ। ਇਹ ਇਸ ਕਿਸਮ ਦੀਆਂ ਉਹਨਾਂ ਨੇ ਮਿਸਾਲਾਂ ਪੇਸ਼ ਕੀਤੀਆਂ। ਉਹ ਤਾਂ ਮਿਸਾਲਾਂ ਸੁਣੀਆਂ ਨੇ ਬਿਲਕੁਲ। ਹਾਂ, ਕਿ ਉਹਦੇ 'ਚ ਨਹੀਂ, ਉਹ ਹੁਣ ਮਸਲਾ ਵਿੱਚ ਕੀ, ਮੈਨੂੰ ਤਾਂ ਮਸਲੇ ਦੀ ਸਮਝ ਨਹੀਂ ਆ ਰਹੀ ਕਿ ਮਿਸਾਲਾਂ ਦੇ ਜਾਂ ਤੇ ਹੋਏਗੇ। ਹਾਂ, ਮਸਲਾ ਇਹ ਆ, ਪੈਸਾ ਹੁਣ ਵਾਪਸ ਚਾਹੀਦਾ ਕਿਸੇ ਨੂੰ, ਜਾਂ ਪੈਸਾ ਨਜ਼ਰ ਨਹੀਂ ਆਉਣ ਡਿਆ, ਜਾਂ ਕੋਈ ਕੀ ਮਸਲਾ ਜਿਨ੍ਹਾਂ ਨੇ ਪੈਸੇ ਦਿੱਤੇ ਨੇ, ਫਿਰ ਦੁਬਾਰਾ ਗੁੱਸੇ 'ਚ ਆ ਗਏ ਹੋ। ਜਿਨ੍ਹਾਂ ਪੈਸੇ ਦਿੱਤੇ ਹੁੰਦੇ ਨੇ ਉਹ ਬੜੀ ਖੁਸ਼ੀ ਨਾਲ ਪੈਸੇ ਦਿੰਦੇ ਨੇ, ਦਿਲੋਂ ਜਾਨ ਨਾਲ ਦਿੰਦੇ ਨੇ, ਉਹ ਕਦੇ ਵੀ ਵਾਪਸ ਨਹੀਂ ਮੰਗਦੇ। ਐਸੀ ਕੋਈ ਗੱਲ ਨਹੀਂ, ਕੋਈ ਇਹਦੇ ਤੇ ਇਤਰਾਜ਼ ਨਹੀਂ ਹੈ ਗੱਲ ਦਾ। ਔਰ ਜਿਨ੍ਹਾਂ ਕੋਲ ਪੈਸੇ ਜਾਂਦੇ ਨੇ ਉਹ ਵੀ ਠੀਕ ਨੇ, ਉਹਦੇ ਨਾਲ ਕੋਈ ਨਾ ਕੋਈ ਕੰਮ ਕਰਦੇ ਹੀ ਹੋਣਗੇ। ਹਾਂਜੀ, ਗੱਲ ਇਹ ਹੈ ਕਿ ਉਹਦੇ ਨਾਲ ਜਿਹੜੀ ਅਚੀਵਮੈਂਟ ਕਰਨੀ, ਉਹ 3 ਚੀਜ਼ਾਂ ਦੀ। ਠੀਕ ਹੈ। ਇਹ ਕਈ ਮਟੀਰੀਅਲ ਬਿਲਡਿੰਗ ਬਣਾਉਣਾ, ਜਿਹਦਾ ਨਾਮ ਮਿਸ਼ਨ ਹਾਊਸ ਹੋਵੇ, ਇੱਕ ਦਫ਼ਤਰ ਬਣਾ ਦਿੱਤਾ ਜਿਹਦੇ ਕੁਰਸੀਆਂ ਮੇਜ਼ ਪਏ ਹੋਣ ਤੇ ਦਫ਼ਤਰੀ ਕੰਮ ਹੋਵੇ। ਇੱਕ ਹੈ ਮਸਜਿਦ ਬਣਾਉਣਾ। ਠੀਕ ਹੈ। ਲੇਕਿਨ ਇਹ 2 ਚੀਜ਼ਾਂ ਕਿਉਂ ਬਣਾਈਆਂ ਜਾ ਰਹੀਆਂ ਨੇ? ਇਸ ਵਾਸਤੇ ਕਿ ਕੁਛ ਲੋਕ ਫਤਹ ਹੋਣ, ਲੋਕ ਕੁਛ ਅਹਿਮਦੀ ਹੋ ਜਾਣ, ਹਾਂਜੀ, ਉੱਥੇ ਮੁਰੱਬੀ ਭੇਜੇ ਜਾਣ, ਉਹ ਮਿਸ਼ਨ ਹਾਊਸ ਦੇ ਨਾਲ ਮੁਰੱਬੀ ਹਾਊਸ ਹੋਵੇ, ਉਹਦੇ 'ਚੋਂ ਰਹਿਣ, ਮਿਸ਼ਨ ਹਾਊਸ ਵਿੱਚ ਉਹ ਦਫ਼ਤਰ ਬਣਾਉਣ, ਮਸਜਿਦ ਵਿੱਚ ਨਮਾਜ਼ ਪੜ੍ਹਾਉਣ। ਤੇ ਇਹ ਸਾਰਾ ਮਿਸ਼ਨ ਜਿਹੜਾ ਆਇਆ, ਪ੍ਰੋਗਰਾਮ ਆਇਆ, ਉਹ ਕਾਹਦੇ ਵਾਸਤੇ ਆਇਆ? ਉਹ ਇਸ ਵਾਸਤੇ ਆਇਆ ਤਾਂ ਕਿ ਲੋਕਾਂ ਨੂੰ ਉਹ ਪੈਗਾਮ ਦੇ ਕੇ ਤੇ ਉਹਨਾਂ ਨੂੰ ਆਪਣੇ 'ਚ ਸ਼ਾਮਿਲ ਕੀਤਾ ਜਾਏ। ਬਿਲਕੁਲ, ਇਹ ਕੀ ਹੋ ਰਿਹਾ ਹੈ? ਕਿਆ ਇਹਦੇ 'ਚ ਕਾਮਯਾਬੀ ਹੋਈ ਹੈ? ਤੇ ਕਿਸ ਹੱਦ ਤੱਕ ਤੁਸੀਂ ਜਰਮਨ ਹੋ, ਤੇ ਜਰਮਨ ਦੇ ਵਿੱਚ ਮਿਸ਼ਨ ਆਏ ਆ, ਉਹਨੂੰ ਹੋ ਗਏ ਨੇ ਕਿਤਨੇ ਸਾਲ? 100 ਸਾਲ ਤਾਂ ਹੋ ਗਿਆ ਹੋਣਾ, 100 ਸਾਲ ਤੋਂ ਜ਼ਿਆਦਾ, 100 ਸਾਲ ਤਕਰੀਬਨ। ਨਹੀਂ, 100 ਸਾਲ ਨਹੀਂ ਹੋਇਆ, ਤਕਰੀਬਨ 57 ਦੇ ਕਰੀਬ ਆਇਆ ਆ। ਉਹਨੂੰ ਰੌਂਡ 60 ਵੀ ਕਰ ਲਓ ਤੇ 40 ਤੋਂ 67 ਸਾਲ, 40 ਸਾਲ ਜ਼ਿਆਦਾ ਹੈ, 60 ਤੇ 40, 60 65 ਚਲੋ 70 ਕਰ ਲਓ, 65 70 ਕਰ ਲਓ, 70 ਕਰ ਲਓ, 70 75 ਸਾਲ। ਲੇਕਿਨ ਮੇਰੇ ਖਿਆਲ ਨਾਲ ਜਦ ਮੇਰਾ ਬਸ਼ੀਰੁੱਦੀਨ ਮਹਿਮੂਦ ਅਹਿਮਦ ਸਾਹਿਬ ਦੇ ਦੌਰ 'ਚ ਆਇਆ ਸੀ, ਤੇ ਉਹਨਾਂ ਦੀ ਇਬਤਦਾਈ ਖਿਲਾਫਤ ਦਾ ਦੌਰ ਜਿਹੜਾ ਸੀ, ਉਹਦੇ 'ਚ ਆਇਆ ਸੀ। ਨਹੀਂ, ਇਬਤਦਾਈ ਦੌਰ 'ਚ ਨਹੀਂ ਆਇਆ। ਜਿਹੜੇ ਮੁਫਤੀ ਸਾਹਿਬ ਸਨ, ਜਿਨ੍ਹਾਂ ਨੇ ਕਹਿ ਲਓ ਕਿ ਉਹ ਇੱਕ ਕਾਲੀ ਨਾਲ ਵੀ ਸ਼ਾਦੀ ਕੀਤੀ ਸੀ, ਪਿਛਲੇ ਦਿਨਾਂ 'ਚ ਉਹਨਾਂ ਦਾ ਇੱਕ ਬੇਟਾ ਵੀ ਮੰਜ਼ਰ ਆਮ 'ਚ ਆਇਆ। ਨਹੀਂ, ਉਹਦਾ ਜਰਮਨੀ ਨਾਲ ਕੋਈ ਤਾਲੁਕ ਨਹੀਂ। ਉਹ ਜਰਮਨੀ ਨਹੀਂ ਸਨ ਆਏ? ਨਹੀਂ, ਉਹ ਆਏ ਲੰਦਨ ਦੇ ਵਿੱਚ 1917 'ਚ। 1917 'ਚ, ਠੀਕ ਹੈ। 1917 ਤੋਂ 1920 ਤੱਕ ਉਹ ਰਹੇ ਲੰਦਨ ਵਿੱਚ। ਉੱਥੇ ਇੱਕ ਔਰਤ ਹੈ ਜਿਹੜੀ ਘਰ ਕੰਮ ਕਰਦੀ, ਉਹਨਾਂ ਨਾਲ ਉਹ ਸ਼ਾਇਦ ਅਹਿਮਦੀ ਹੋ ਗਈ ਜਾਂ ਉਹਦੇ ਨਾਲ ਤਲਕਾਤ ਹੋ ਗਏ।
ਤੇ ਉਹਦੇ ਵਿੱਚੋਂ ਇੱਕ ਬੱਚਾ ਪੈਦਾ ਹੋਇਆ ਫਰੈਡਰਿਕ, ਹਾਂਜੀ ਹਾਂਜੀ ਲੇਕਿਨ ਉਹ ਜੂਨ ਦੇ ਵਿੱਚ ਅਮਰੀਕਾ ਆ ਗਏ ਉਸੇ ਸਾਲ। ਉਹਨਾਂ ਦੇ ਆਉਣ ਦੇ ਬਾਅਦ ਉਹ ਬੱਚਾ ਪੈਦਾ ਹੋਇਆ। ਉਸ ਬੱਚੇ ਦੀ ਬਹੁਤ ਸਾਰੀ ਔਲਾਦ ਹੈ ਜਿਹੜੀ ਹੁਣ ਪਿਛਲੇ ਸਾਲ ਮਸਜਿਦ ਫਜ਼ਲ ਆਈ, ਮੁਫਤੀ ਸਾਹਿਬ। ਮੁਫਤੀ ਸਾਹਿਬ ਦਾ ਯਾਨੀ ਕਹਿ ਲਓ ਕਿ ਜਮਾਤ ਦਾ ਕੰਮ ਵੇਖਣ ਆਏ ਹੋ, ਇੰਟਰਵਿਊ ਵੀ ਆਇਆ ਸੀ ਉਹਨਾਂ ਦਾ ਸੁਣਿਆ। ਹਾਂ ਹਾਂ, ਉਹਨਾਂ ਦੀ ਬੜੀ ਸਾਰੀ ਰਿਪੋਰਟ ਛਪੀ ਹੈ ਉਹਨਾਂ ਕਿਉਂਕਿ ਵਿੱਚ। ਉਹਨਾਂ ਦਾ ਵੇਖੋ ਅਸਲ ਇਸ਼ਾਅਤ ਮੈਂ ਤਾਂ ਸਮਝਣਾ ਅਸਲ ਇਸ਼ਾਅਤ ਕਰਨ ਦਾ ਤਰੀਕਾ ਹੀ ਇਹ ਵੇ ਜਿਹੜਾ ਮੁਫਤੀ ਸਾਹਿਬ ਨੇ ਕੀਤਾ। ਲੇਕਿਨ ਮੁਫਤੀ ਸਾਹਿਬ ਆਏ ਤੇ ਬਤੌਰ ਮੁਬਲਗੇ ਇਸਲਾਮ ਦੇ ਨਾ, ਲੇਕਿਨ ਔਲਾਦ ਸਾਰੀ ਈਸਾਈ ਛੱਡ ਗਏ ਨੇ। ਹਾਂ ਨਹੀਂ, ਉਹ ਵੇਖੋ ਨਾ ਹੁਣ ਐਸੇ ਤਰ੍ਹਾਂ ਹੀ ਨਾ ਉਸ ਟਾਈਮ ਤਾਂ ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਔਲਾਦ ਹੋਏਗੀ ਜਾਂ नहीं होएगी। ठीक है, मैं सैन साहब से बात करनी है। सैन साहब जी जी, हाँ जी, आपने एक खुतबा सुना है तो वहाँ पे एक रोमानियन बंदे का भी बात हुई थी खुतबे में। हाँ जी, एक रोमानियन बंदे की बात हुई थी जिन्हें 75 यूरो दिए थे। अच्छा। और एक इंडोनेशिया की बूढ़ी औरत जो अपने सर के ऊपर लकड़ियाँ लेके आई थी, उसका भी जिक्र हुआ था। जी जी, तो ये लोग बाय बोर्न पाकिस्तान के अहमदी तो नहीं आए थे? हाँ जी, ये पाकिस्तान के अहमदी थे या बाहर के अहमदी थे? नहीं, वो कह रहे नहीं सानू कोई मसला नहीं, शात हो रही है, उन्होंने इस चीज ना कोई इतराज नहीं। और दूसरा जो यूरोप वाली बात है ना सनी भाई, जी जी, यूरोप में ये है कि देखे जमात तो पूरा काम करती है, हर अहमदी जो है वो अब जमात का मैसेज जो है उनके घरों तक जाके पहुंचाता है, लीफलेट के ज़रिए जिस तरह भी है, और कॉन्फ्रेंस भी होती हैं। अब मानना ये तो नबी पाक सल्लल्लाहु अलैहि वसल्लम को भी अल्लाह ने कहा था कि क्या तू अपने आप को इतने वो जो है वो मुझे मैं एग्जैक्ट वर्ड क्या है कि वो इतना परेशान कर लोगे अपने आप को, तो वो तो किसी का मानना या ना मानना वो तो पर्सनल चॉइस है किसी की। तो जहाँ तक जमात का जो काम है वो तो हर वीक जो है वो उसके लिए तबलीगी जो लोग हैं वो काम करते हैं। हर बंदा, हर अहमदी जो है वो लीफलेट जमात का मैसेज जो है वो हर घर तक पहुंचाने की कोशिश करता है। और जो ट्रू इस्लाम है जो बताते हैं, जैसे लोग इस्लाम का नाम लेके डरते थे, हम उनको कॉन्फ्रेंसों में बुला के बताते हैं कि इस्लाम जो है पीस का मज़हब है, और उसको जमात तो अपना काम करती है, बाकी जो हमारे इख्तियार में नहीं है वो हम अपने इख्तियार में ले नहीं सकते। देखना ये है कि ਕਿਹੜੀ ਕੌਮੀਅਤ ਵਿੱਚ ਤੁਸੀਂ ਦਾਖਲ ਹੋਏ ਹੋ। ਮਸਲਨ ਬੈਲਜੀਅਮ ਵਿੱਚ ਗਏ ਹੋ ਤੇ ਕਿਤਨੇ ਬੈਲਜ ਜਿਹੜੇ ਨੇ ਉਹ ਅਹਿਮਦੀ ਹੋਏ ਨੇ, ਜਾਂ ਲੰਦਨ ਵਿੱਚ ਗਏ ਹੋ ਤੇ ਕਿਤਨੇ ਅੰਗਰੇਜ਼ ਅਹਿਮਦੀ ਹੋਏ ਨੇ, ਜਾਂ ਅਮਰੀਕਾ 'ਚ ਆਏ ਹੋ ਤੇ ਕਿਤਨੇ ਅਮਰੀਕਨ ਅਹਿਮਦੀ होए ने। ये है भाई देखना ये है कि कितने दुच को मैसेज गया है, देखना ये है कि क्या नाम ये, बाकी तो जो अल्लाह का काम है, जो किसी का मानना है, आप वो हमारे ज़िम्मे तो नहीं लगा सकते। आपको पता ही है कि वेस्टर्न कंट्री के लोग हैं ये मजहब से वैसे ही दूर हैं। और जो हमारा मैसेज है वो तो क्या नाम है, हम जो हमारी जिम्मेदारियां हैं वो जो लीफलेट छपते हैं, उनके पैसे जो तरीके जदीद के चंदे से आते हैं वो जाते हैं, लोग कॉन्फ्रेंसेस होती हैं, असल मकसद तो लीफलेट छापना ही है ना। नहीं छापना नहीं है, मैसेज ऑफ पीस है, वो लोगों के घरों मैसेज ऑफ पीस छाप के सट्टी जाना। गुस्सा कर गए हो भाई दी गल दा सैनी साहब, ये हम तो अपना काम कर रहे हैं। गए नहीं, गुस्सा नहीं, मैं मान गया ਉਹਨਾਂ ਦੀ ਗੱਲ ਨੂੰ। ਮੰਨਣ ਦਾ ਮਤਲਬ ਗੁੱਸਾ ਤੇ ਨਹੀਂ ਹੁੰਦਾ। सनी भाई आपके घर में ਮੈਨੂੰ ਵੀ ਤੁਸੀਂ ਇੰਜ ਹੀ ਕਹਿੰਦੇ ਹੋ। सनी भाई आपके घर ਮੈਨੂੰ ਵੀ ਤੁਸੀਂ ਇੰਜ ਹੀ ਕਹਿੰਦੇ, ਜੇ ਮਾੜੀ ਜੀ ਗੱਲ ਕਰਦੇ ਆ ਤੇ ਤੁਸੀਂ ਕਹਿਣ ਲੱਗ ਪਏ ਤੇ ਗੁੱਸਾ ਕਰ ਗਏ, ਤੁਸੀਂ ਗੁੱਸੇ ਨਾਲ ਬੋਲਣ ਲੱਗ ਪਏ। ਮੈਂ ਹੁਣ ਜਿਹੜੀ ਮੈਂ ਦੁਬਾਰਾ ਦੁਹਰਾ ਦੇਣਾ, ਜੇ ਉਹਨੂੰ ਸਮਝਦੇ ਹੋ ਗੁੱਸਾ ਤੇ ਮੈਂ ਉਹਨੂੰ ਬਦਲ, ਜੇ ਉਹ ਕਹਿੰਦੇ ਹੋ ਇੰਜ ਕਰ ਲੈਣਾ। नहीं कोई नहीं ठीक है, जी कहोगे मैं इंज कर लांगे। गुस्सा तो ता होवे जे मैं नहीं कोई नहीं मसला सैनी साहब, गल बस मैं ते हाजिर हां जनाब, जिस तरह कहोगे। भाई अगर हमारे दिल की पूछते हैं तो हमारा दिल करता है कि एक दिन में सारी दुनिया अहमदी हो जाए, ये है हमारे दिल की। मगर इंशाअल्लाह ताला एक दिन आएगा। कई चीजें हमारे कंट्रोल में नहीं है। अगर ये कंट्रोल में होती तो नबी पाक सल्लल्लाहु अलैहि वसल्लम के सबसे ज्यादा ये कंट्रोल उनको दिया जाता। तो वो कुरान में क्या याद है, मुझे याद नहीं है पूरा, मैं तर्जुमा नहीं गलत करना चाहता, कि अपने आप को वो इनके अपने आप को इतना
क्या है सॉरी भैया आपको पता ਨਹੀਂ ਉਹ ਮੈਂ ਦੱਸਣਾ ਉਹ ਨਾ ਨਬੀ ਕਰੀਮ ਸੱਲੱਲਾਹੁ ਅਲੈहि ਵਸੱਲਮ ਇੱਕ ਟਾਈਮ ਐਸਾ ਆਇਆ ਸੀ ਕਿ ਲੋਕ ਜਦੋਂ ਗੱਲ ਨਹੀਂ ਸਨ ਮੰਨਦੇ ਤੇ ਉਹ ਖੁਦਕੁਸ਼ੀ ਕਰਨ ਵਾਸਤੇ ਚਲੇ ਗਏ ਸਨ ਪਹਾੜੀ ਤੇ ਨਾ ਉੱਥੇ ਫਿਰ ਜਾ ਕੇ ਤੇ ਇੱਕ ਕੋਈ ਆਇਤ ਨਾਜ਼ਲ ਹੋਈਆਂ ਸਨ ਉਹਨਾਂ ਦਾ ਇਹ ਸੀ ਕਿ ਆਪਣਾ तू दरोगा तेरा काम है सिर्फ पहुंचा देना ना ऊपर तू मैसेज पहुंचा तू दरोगा नहीं लगा हुआ तो ये तो दरोगा नहीं लगा अल्लाह के प्यारे नबी को ये मैसेज खुदा ताला ने दिया है। हमारा मैसेज ये है कि हम हर घर तक पहुंचे अपना मैसेज लेके आगे नहीं मानते। और दूसरी बात 122 साहब ये है कि जो हमारी मस्जिदों में आते हैं जो आते हैं वो अब बिल्कुल मुखालफत छोड़ गए हैं सर। अशात तुसी चेक करो सुनो अशात चेक करो मैं पिछली बारी जुमा पढ़िया यकीन मनो मेरी अगली साफ के उत्ते एक भाभी ने जुमा पढ़िया मैं बात करना। हेलो जी सुन रहा हूँ। हुसैन साहब मौजूद हो? हुसैन साहब जी हाँ जी क्या कुरान पाक इस गल दी कि कोई तस्दीक या इशारा करता है कि नबी पाक सल्लल्लाहु अलैहि वसल्लम ने खुदकशी करने की कोशिश की थी? नहीं ये कुछ होती वो असल मेरा ख्याल कहना चाहते फला अल्लाह का बाकर का अला आसार मिलम जो मैनू हाजल हदीस असफा अगर ईमान नहीं लिया तो तू अपने आप में हिलाक कर लेगा। एड्रेस है 1918 उन्होंने कहा कि नबी पाक सल्लल्लाहु अलैहि वसल्लम जेड़े ने वो बंदे ईमान नहीं लिया रहे सन ते ओदी वजह तो जेड़े वो गए पहाड़ी ते खुद के ये वाकया सरासर घटिया लगदा है। कुरान पाक दी कोई तस्दीक नहीं सोचा था या तो यतीम है हाँ जी क्या फरमा रहे हो? आवाज कटी गई पूरी हदीस उनको भेज देना। मैं अली वाला साहब को पूछ रहा है एक रोल जो है ना आवाज नहीं सही आ रही थोड़ी मैंने खुद के बारे में ओके इंशाल्लाह मैं अभी जिम में बैठा हुआ हूँ। मेरी आवाज नहीं आ रही? हेलो 1122 साहब मेरी आवाज आ रही कि नहीं? कोई आवाज मसला आया लगता है। ये सारे तो माइक में तो खुले नजर आ रहे हैं लेकिन आवाज किसी दिन नहीं आ रही। नहीं आवाज बोल नहीं रहे असल च गल एवे कि तुहाडी गल सुन रहे आसान लेकिन तुहाडे सिग्नल नहीं सही आ रहे। दूसरा एवे कि जिहड़ी गल कर रहे ने अली वाला साहब के हदीस जिहड़ी है वो घड़ी आई है ते ਉਹ ਤੇ ਸਹੀਹੁਲ ਕਿਤਾਬਾਂ ਦੇ ਵਿੱਚ ਮੌਜੂਦ ਹੈ ਤੇ ਬੁਖਾਰੀ ਦੇ ਵਿੱਚ ਜਾਂ ਮੁਸਲਮ ਦੇ ਵਿੱਚ ਦੋਨੋਂ ਅਲੱਗ-ਅਲੱਗ ਮਤਨਾਂ ਦੇ ਵਿੱਚ ਮੌਜੂਦ ਹੈ। अली वाला साहब जो सही हदीस है ਉਹਦਾ ਮਤਨ ਵੀ ਠੀਕ ਹੈ ਉਹਦਾ कह लो कि और ਕਹਿੰਦੀ ਉਹ ਤੇ ਮੈਂ ਲੱਭ ਕੇ ਬਿਆਨ ਕਰ ਦਿਆਂਗਾ। नहीं तो सारे ही मान लाया सी एक ही कह रहे ने अली वाला साहब। नहीं ਉਹ ਕਰ ਰਹੇ ਨੇ ਖੁਦਕੁਸ਼ੀ ਵਾਲਾ ਜਿਹੜਾ ਵਾਕਿਆ ਹੈ ਨਾ ਉਹਦੇ ਉੱਤੇ ਗੱਲ ਕਰ ਰਹੇ ਨੇ। अच्छा ਉਹਦੇ ਤੇ ਗੱਲ ਕਰ ਰਹੇ। मैं सवाल अली वाला साहब ਦੇ ਸਾਹਮਣੇ ਇੱਕ दूसरी गल तो दुरुस्त है ना। एक मिनट मैं थल्ले जाके तो फिर आना है क्योंकि आवाज नहीं आ रही सही। जाहिद जमील साहब मैं आपको बताता हूँ बुखारी में कहाँ पे लिखा हुआ है। एक मिनट साहब जी मैं क्या मैं गल ਤੁਹਾਡੇ ਨਾਲ ਕਰ ਰਿਹਾ। ਮੈਂ ਉਹ ਸਵਾਲ ਤੁਹਾਡੇ ਕੋਲ ਪੁੱਛਿਆ ਸੀ ਇਹ ਜਿਹੜੀ ਗੱਲ ਕੀਤੀ ਜਾਂਦੀ ਹੈ ਕਿ ਨੌਜ਼ ਬਿਲਾ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਜਿਹੜਾ ਖੁਦ ਕਸ਼ੀ ਕਰਨ ਦੀ ਕੋਸ਼ਿਸ਼ ਕੀਤੀ
کیا یہ قرآن پاک وچ قرآن پاک دی کوئی آیت جڑی ہے دی تصدیق یا کوئی کردی؟ میرے حسین صاحب جی اگر ایک معیار پیش کیتا جاتا ہے بڑا بنا چڑھا کے کہ ایسی جڑی بھی چیز حدیث ہے وہ بخاری تے سوری بخاری دی ہوے مسلم دی ہوے جدی ہوے قرآن پاک تے پرکھنی تے پھر حدیثاں کیوں نہیں پرکھیاں جاندیاں قرآن پاک تے؟ ਅਸੀਂ ਤੇ ਪਰਖੀ ਹੈ, ਸਾਨੂੰ ਤੇ ਹਲਾਕ ਹੋਣ ਵਾਲੀ ਗੱਲ ਲੱਭਦੀ ਹੈ ਸਨੀ ਸਾਹਿਬ। ਸਨੀ ਸਾਹਿਬ ਇਹ ਹਲਾਕ ਹੋਣ ਵਾਲੀ ਜਿਹੜੀ ਆਇਤ ਹੈ, ਠੀਕ ਹੈ, ਇਹ ਇਸੇ ਵਾਸਤੇ ਇਹਦੀ ਉਹਦਾ ਕੀਤਾ ਜਾਏ ਕੀ ਉਹਨਾਂ ਕੀਤਾ ਨਜ਼ੂਲ ਦਾ ਚੈੱਕ ਕੀਤਾ ਜਾਏ ਕੀ ਉਹਨਾਂ ਦੇ ਨੇ ਆਇਤ ਦਾ ਨਜ਼ੂਲ ਕੀ ਉਹਨੂੰ ਆਖੀਦਾ ਯਾਰੋ ਜਿਹਦਾ ਨਜ਼ੂਲ ਸ਼ਾਨ ਨਜ਼ੂਲ, ਹਾਂ ਸ਼ਾਨ ਨਜ਼ੂਲ ਚੈੱਕ ਕੀਤਾ ਜਾਏ ਤੇ ਉਹਦੇ 'ਚ ਇਹੀ ਮਿਲਦਾ ਸਾਨੂੰ, ਇਹੀ ਹਦੀਸ ਮਿਲਦੀ। अल्लाह यकूनु मोमिनीन, ये बिल्कुल मुख्तलिफ है। जो ख़ुदकुशी वाला है वो बिल्कुल मुख्तलिफ है। ये सही बुखारी वॉल्यूम 9 87 हदीस नंबर 111, इसमें लिखा हुआ है कि हज़रत आयशा से रवायत है कि हुज़ूर सल्लल्लाहु अलैहि वसल्लम ने कई दफ़ा नाउज़ु बिल्लाह मिन ज़ालिक अपने आप को पहाड़ से गिराने की कोशिश की। ठीक है, ये लिखा हुआ है। ये हम तो नहीं मानते, जमात अहमदिया इस चीज़ को नहीं मानती। नहीं मानती? ये कैसे आपको पता चला कि नहीं मानती? रसूलुल्लाह सल्लल्लाहु अलैहि वसल्लम खुदकुशी की कोशिश कर ही नहीं सकते। नहीं, आपने ये कहा है कि हम जमात अहमदिया वाला नहीं मानते। ये आप जमात अहमदिया ऐसी किसी हदीस को नहीं मानती जो रसूलुल्लाह सल्लल्लाहु अलैहि वसल्लम की कसर शान करे। तो ये शान तो कसर, ये जो आप रवायत पढ़ रहे हैं ये कहाँ से पढ़ रहे हैं? बुखारी शरीफ की? हाँ जी, ये मैंने निकाली है। इसमें इंटरनेशनल नंबरिंग तो नहीं लिखी हुई, लिखा हुआ है वॉल्यूम नंबर 9 बुक नंबर 87 और हदीस नंबर 111। ये इसमें इंटरनेशनल नंबरिंग नहीं लिखी हुई। किताब कौन सी है? ये तो नंबरिंग तो सारी है, किताब कौन सी? वो निकालनी पड़ेगी, ठहरे 1 मिनट। अच्छा, किताब का पता नहीं है? नहीं, बुक नंबर 87 लिखा हुआ। हाँ जी, बुक नंबर 87 लिखा हुआ है। अब किताब का नाम, बुक का नाम जो है सियासता में से बुखारी है, मुस्लिम है, निसाई है। बुखारी सर मैंने बताया नहीं, बुखारी मैंने आपको बताया बुखारी में है। बुखारी की जो किताब आगे होती है, बुखारी की आगे होती है ना, किताबुल सलात, किताबुल ईमान, किताबुल फलाना, उसमें से बुक नंबर 87 है। बाब बता पूछ रहे हैं, बाब कौन सा? नहीं, बाब से पहले किताब होती है। ठहरे मैं निकालता हूँ कोशिश। नहीं है वो, ठीक है। अगर बुखारी की हदीस है तो उसको तो बड़ा वाइडली माना जाता है। हाँ जी, यही मैं बात कर रहा हूँ कि जो बात उसमें आई है तो जो लिखा हुआ है वैसे ही मानना पड़ेगा ना उसको। हाँ जी, नहीं, हाँ जी, नहीं ऐसे नहीं है कि बुखारी कोई कुरान की तरह लारैब है। बुखारी कुरान की तरह बिल्कुल भी लारैब नहीं है। तो ये इसको ना मानने की क्या वजह है? हुज़ूर सल्लल्लाहु अलैहि वसल्लम की कसर शान है इसमें। कोई कसर अच्छा, मतलब ये कि आपने अंदाजा करना है कि किस में कसर शान है और किस में बुलंदी शान है, या इस्लाम के खिलाफ है या कुरान के खिलाफ है? इस्लाम के खिलाफ है या कुरान के खिलाफ है? ये मेरा शेख साहब आपने अल्फाज दुरुस्त यूज किए, इसके लिए बेहतर ये क्या मेरे अंदाजे के मुताबिक कहा जा सकता है कि जो ਇੱਕ ਤੇ ਯਾਰ ਹੁਸੈਨ ਸਾਹਿਬ ਪਹਿਲੇ ਨੰਬਰ ਤੇ ਗੱਲ ਹੈ ਜੇ ਕਿ ਜਦੋਂ ਕੋਈ ਚੀਜ਼ ਸਹੀ ਪੜ੍ਹਨੀ ਨਾ ਆਉਂਦੀ ਖਤਮ ਹੋ ਗਈ ਸੀਗੀ ਜਾਂ ਉਹਦਾ ਕੀ ਕਹਿੰਦੇ ਨੇ ਪਤਾ ਨਾ ਹੋਵੇ ਦੇ ਵਿੱਚ ਨਹੀਂ ਆਵੀਦਾ। ਇਹਨਾਂ ਨੂੰ ਇੰਨਾ ਨਹੀਂ ਪਤਾ ਕਿ ਉਸ ਹਦੀਸ ਦੇ ਵਿੱਚ ਉਹ ਕੌਣ ਗੱਲ ਕਰ ਰਿਹਾ। ਇਹਨਾਂ ਨੇ ਕਿਹਾ ਕਿ ਸਈਦਾ ਆਇਸ਼ਾ ਜਿਹੜੇ ਨੇ ਉਹ ਫਰਮਾ ਰਹੇ ਨੇ। ਸਈਦਾ ਆਇਸ਼ਾ ਦੇ ਅਲਫਾਜ਼ ਨੇ ਕਿ ਨਬੀ ਪਾਕ ਸੱਲਮ ਤੇ ਕੁਝ ਅਰਸੇ ਵਾਸਤੇ ਜਿਹੜੀ ਵਹੀ ਰੁਕ ਗਈ। ਠੀਕ ਹੈ, ਉਸ ਤੋਂ ਅੱਗੇ ਫੀਮਾ ਬਲਗ ਨਾ ਜਿਹੜੇ ਨੇ ਜ਼ੋਰੀ ਦੇ ਅਲਫਾਜ਼ ਨੇ। ਜੇ ਅਗਰ ਤੁਸੀਂ ਹਦੀਸ ਪੜ੍ਹੀਏ ਤਾਂ ਉਹਦੇ ਵੇਖੋ, ਪੜ੍ਹੋ ਉਹ ਆਪਣੇ ਅਲਫਾਜ਼ ਜਿਹੜਾ ਬਿਆਨ ਕਰ ਰਿਹਾ, ਮੈਂ ਫਲਾਣੇ ਕੋਲ ਸੁਣਿਆ, ਮੇਰੇ ਸਾਡੇ ਕੋਲ ਇਹ ਖਬਰ ਪਹੁੰਚੀ ਹੈ, ਉਹਨਾਂ ਨੇ ਇਹ ਤੇ ਹਿੱਸਾ ਬਣਦਾ ਹੀ ਨਹੀਂ ਕੋਈ ਬੰਦਾ ਖੁਦਕਸ਼ੀ ਵਾਲਾ। ਪੜ੍ਹੋ ਇੱਥੇ ਲਾਓ ਹਦੀਸ ਬਹਾਰੀ ਦੀ। ਜੀ ਵਾਲੇਕੁਮ ਸਲਾਮ। ਅੱਜ ਹੁਸੈਨ ਸਾਹਿਬ ਉਹ ਅਸੂਲ ਵੀ ਟੁੱਟ ਜਾਂਦਾ ਰਿਹਾ ਜੇ ਨਾ ਜਿਹੜਾ ਕੁਰਾਨ ਪਾਕ ਤੇ ਪਰਖਣਾ ਹੈ। ਕੁਰਾਨ ਪਾਕ ਤੇ ਕੋਈ ਨਹੀਂ ਕੋਈ ਪਰਖਦਾ ਇੱਥੇ। बस वो सुनी सुनाई गल जिस तरह किसी कह देती है चला दियो बस। बुखारी किताब ताबीर है। ਇੱਕ ਸੈਕਿੰਡ, ਮੈਂ ਛੋਟੀ ਜਿਹੀ ਗੱਲ ਕਰਨੀ ਸੀ। ਤੁਸੀਂ ਕਹਿ ਰਹੇ ਸੀ ਕਿ ਇਹ ਦੇਖਣਾ ਹੈ ਕਿ ਕਿੰਨੇ ਬੰਦੇ ਜਰਮਨ ਦੇ ਵਿੱਚ ਹੋ ਗਏ ਨੇ ਜਾਂ ਇੰਗਲੈਂਡ ਦੇ ਵਿੱਚ, ਠੀਕ ਹੈ ਨਾ। ਅਸਲ ਦੇ ਵਿੱਚ ਹਜ਼ਰਤ ਮਸੀਹ ਮਊਦ ਅਲੈਹਿਸਸਲਾਮ ਨੂੰ ਜਿਹੜਾ ਐਲਾਨ ਹੋਇਆ ਸੀ ਨਾ, ਉਹ ਇਹ ਨਹੀਂ ਸੀ ਕਿ ਸਾਰੀ ਦੁਨੀਆ ਜਾਂ ਸਾਰੇ ਬ੍ਰਿਟਿਸ਼ ਜਾਂ ਜਰਮਨ ਇਸਲਾਮ, ਉਹ ਇਹ ਸੀ ਕਿ ਆਈ ਵਿਲ ਸਪਰੈਡ ਥਾਈ ਮੈਸੇਜ ਟੂ ਦ ਕਾਰਨਰਸ ਆਫ ਦ ਵਰਲਡ।
तो अगर आप आज जाके ना गूगल में डालें अहमदिया मस्जिद के जमात अक्रॉस द वर्ल्ड, आपको वो जजीरों पर मस्जिदें मिलेंगी जो आपको पता भी नहीं था सुन्नियों को दुनिया में। मैं आपको गारंटी कर रहा हूँ ये बात। ये देखना है कि 100 साल में एक विलेज में एक बंदा आया जहाँ पर कोई मतलब के इलेक्ट्रिक भी नहीं, कोई ट्रेन, कुछ भी नहीं, ठीक है ना। और उन्होंने दावा किया कि अल्लाह ताला ने मुझे बताया कि ये मैसेज दुनिया के किनारों तक जाएगा, और न्यूज़पेपर में छपा दिया। और फिर अल्लाह ताला उसको पूरा करे और इस शान के साथ पूरा करे। देखें, मुखालफ तो हमेशा होती है, वो तो रसूलुल्लाह सल्लल्लाहु अलैहि वसल्लम की भी होती है। मिर्ज़ा साहब तो फिर कुछ भी नहीं है ना उनके सामने। तो एक्चुअली आपको इंसाफ, जिसने भी करना ना, इंसाफ करना है अपने आप के साथ। तो ये मेन चीज़ है। शैतान ने भी जो अल्लाह ताला को कहा था कि वो इंसान को अपनी तरफ खींचेगा, अल्लाह ताला ये नहीं कहा था कि मैं सबको अपनी तरह, अल्लाह ताला ने कहा था ले जाओ जितने भी ले जाओ, लेकिन मैं चांद अपने अच्छे रखूंगा, ठीक है ना। ये काजी शाह भाई भी हमें यही बता रहे थे कि इट्स नॉट अबाउट द नंबर्स। कुरान में तो ये लिखा हुआ है कि जो अक्सरियत में होंगे वो गलत होंगे, ठीक है। तो मैसेज पहुंच गया, अल्लाह ताला का पूरा हो गया, हमने देख लिया। मैं इधर यूके में बॉर्न हूँ, मैंने अपनी आंखों से देखा है। जज़ाकल्लाह। अच्छा, वो हदीस नंबर मिल गया है। हदीस नंबर है 6982, जो इंटरनेशनल नंबरिंग है अल बुखारी के अंदर, वो है 6982। जज़ाकल्लाह। फिर अली वाला साहब कोई माइक ही नहीं पटदे यार। के फिर मैं क्या कि वो इस गल नूं ते मनदे हो ना कि ਉਹ ਜਿਹੜੇ ईमान नहीं सी लैके आए, ਇਹ ਤਾਂ ਜਵਾਬ ਨਹੀਂ ਤੁਸੀਂ ਦਿੱਤਾ ਕਿ ਮੈਨੂੰ ਉਹ ਕਿਉਂ ਨਹੀਂ ਸੀ ईमान लैके आए। ਕਿਉਂ ਨਹੀਂ ਲੈ ਕੇ ਆਏ? ਉਹਨਾਂ ਦੀ ਮਰਜ਼ੀ, ਉਹ ਨਹੀਂ ਲੈ ਕੇ ਆਏ। ਹਾਂ, ਇਹ ਉਹਨਾਂ ਦੀ ਮਰਜ਼ੀ ਸੀਗੀ। ਹਾਂਜੀ, ਪੈਗਾਮ ਅੱਲਾ ਨੇ ਤੁਹਾਡੇ ਤੇ ਛੱਡਿਆ ਨਾ, ਤੁਸੀਂ ਜਿੱਧਰ ਦਿਲੇ ਟੁਰ ਜਾਓ, ਅੱਲਾ ਨੇ ਤੁਹਾਡੇ ਤੇ ਛੱਡਿਆ। ਬਿਲਕੁਲ ਠੀਕ ਗੱਲ ਹੈ। ਕਿੱਧਰ ਨੂੰ ਅਸੀਂ ਤੁਰਨਾ ਹੈ ਤੇ ਕਿੱਧਰ ਨੂੰ ਨਹੀਂ ਤੁਰਨਾ, ਇਹ ਵੀ ਦੱਸ ਦਿਓ ਅਸੀਂ ਕਿੱਥੇ ਖਲੋਤੇ ਆ। ਤੁਸੀਂ ਪਤਾ ਨਹੀਂ ਖਲੋਤੇ ਹੋ ਜਾਂ ਬੈਠੇ ਹੋ, ਫਿਲਹਾਲ ਤੇ ਤੁਸੀਂ ਟੈਕਸੀ ਕਰ ਰਹੇ ਹੋ। ਨਹੀਂ ਦੱਸੋ ਤਾਂ ਸਹੀ, ਤੁਸੀਂ ਕੀ ਸਮਝਦੇ ਅਸੀਂ ਕਿੱਥੇ ਆ ਇਸ ਟਾਈਮ? ਤੁਸੀਂ ਜੋ ਮੌਕਫ ਆਪਣਾ ਪੇਸ਼ ਕੀਤਾ, ਤੁਹਾਨੂੰ ਕੀ ਲੱਗਦਾ ਕਿ ਕਿੱਥੇ ਖਲੋਤੇ ਆ? Sie können mich ruhig hier rauslassen, ist okay. Geht schon. Danke. Tschüss. Tschüss. ਜੀ अस्सलाम वालेकुम। सानी साहब की गल, अज काम मट्ठा ही पिया है हर पासे ही। जी जी फरमाओ। अज मैं सोनी साहब ने बड़ी वड्डी बराड़ लवाई सी। ओके, बराड़ लवाई सी अपना की ना लेदा मोहतरमा दे कोलों। अच्छा, ये ਉਹਨਾਂ ਦੇ ਮੋਡਰੇਟਰ ਨੇ? हाँ जी, मोडिएटर ने। ਇਹ ਉਹਨਾਂ ਦੇ ਮੋਡਰੇਟਰ ਨੇ? ਅੱਛਾ, हाँ जी हाँ जी हाँ जी। ਅੱਛਾ। नहीं इन्होंने मतलब ये नहीं कि भाई मोडिएटर की है, इन्होंने बकायदा तो उत्ते लवाई है। लवान तो मुराद ये वे कि सब ਨੂੰ ਇਕੱਠਾ ਕੀਤਾ ਨਾ ਉੱਥੇ। ਫਿਰ ਮਤਲਬ ਇਹਨਾਂ ਦੀ ਬਰਾੜ ਹੈ ਉਹ? ਤਾਂ ਜ਼ਾਰੀ ਗੱਲ ਹੈ, ਤਕਰੀਬਨ ਇਹਨਾਂ ਦੀ ਹੀ ਕਰ ਸਕਦੇ ਹੋ ਕਿ ਤੁਸੀਂ ਕਹਿ ਸਕਦੇ ਹੋ ਇਹਨਾਂ ਨੂੰ, ਕਿਉਂਕਿ ਇਹ ਆਪਣਾ ਸਾਡੇ ਆਪਣੇ ਨਾਂ ਸਾਦਿਕ ਸਾਰਿਆਂ ਨੂੰ ਇਹੀ ਲੈ ਕੇ ਗਏ ਨੇ ਸੋਨੀ ਸਾਹਿਬ ਹੀ ਸਾਡੇ। ਇਹ ਤੇ ਬੋਲਦੇ ਤੇ ਦਿੱਤੇ ਨਹੀਂ ਇੱਥੇ ਆਏ। ਨਹੀਂ ਬੋਲਣ ਨਾ ਬੋਲਣ, ਲੇਕਿਨ ਇਹ ਵੇ ਕਿ ਮੈਸੇਜ ਕਰ ਦਿੰਦੇ ਨੇ, ਆਂਦੇ ਨੇ ਕਿ ਆ ਜਾਓ, ਬੜੀ ਅਹਿਮ ਮੌਜੂ ਦੇ ਉੱਤੇ ਬਰਾੜ ਲਾਉਣ ਲੱਗੇ ਆ ਤੇ ਆ ਜਾਓ। ਬੋਲਦੇ ਨਹੀਂ ਲੇਕਿਨ ਆਵਾਜ਼ ਕੱਟੀ ਗਈ ਜੀ ਸੋਨੀ ਸਾਹਿਬ ਤੁਹਾਡੀ। ਅੱਛਾ ਅੱਛਾ, ਹਾਂਜੀ। ਮੈਂ ਕਿਹਾ ਅੱਜ ਲਵਾਈ ਸੀ ਸੋਨੀ ਸਾਹਿਬ ਨੇ, ਤੇ ਅਸੀਂ ਸੋਨੀ ਸਾਹਿਬ ਦੇ ਕਹਿਣ ਦੇ ਉੱਤੇ ਲਬੈਕ ਕੀਤਾ ਤੇ ਅਸਾਂ ਆਖਿਆ ਪਹੁੰਚ ਜਾਓ। ਤੇ ਮੋਡਰੇਟਰ ਸਨ ਸਾਡੇ ਸੋਨੀ ਸਾਹਿਬ, ਤੇ ਮੋਡਰੇਟਰ ਕਰਨ ਤੋਂ ਬਾਅਦ ਸਾਨੂੰ ਉਹਨਾਂ ਨੇ ਚੁੱਕਿਆ। ਉਹ ਫਿਰ ਸਾਡੇ ਕੋਲ ਕੋਈ ਹੋਰ ਬੰਦਾ ਆਇਆ, ਉਹਨੇ ਆਖਿਆ, ਮੈਂ ਤੇ ਆਖਿਆ ਵੀ ਭਾਈ ਜੀ ਬੈਤ ਕਰੀਏ, ਸਹੀ ਹੈ, ਇਹੀ ਹੱਲ ਹੈ, ਉਸ ਤੋਂ ਇਲਾਵਾ ਕੋਈ ਹੱਲ ਨਹੀਂ।
ਵਰਨਾ ਇਸੇ ਤਰ੍ਹਾਂ ਹੀ ਕਹਿ ਲਓ ਕਿ ਪਿੱਛੇ ਪਿੱਛੇ ਫਿਰਦੇ ਰਹਾਂਗੇ ਤੇ ਉਹ ਅੱਗੇ ਅੱਗੇ। ਤੇ ਉਹ ਮੈਂ ਅੱਜ ਬੈਤ ਦਾ ਪਲਾਨ ਪੂਰਾ ਬਣਾਇਆ ਸੀ ਕਿ ਅਸੀਂ ਮੁਹਤਰਮਾ ਦੀ ਬੈਤ ਕਰਨੀ। ਉਹ ਬੰਦਿਆਂ ਨੇ ਬੜਿਆ ਮੈਨੂੰ ਆਖਿਆ ਕਿ ਯਾਰ ਅਸੀਂ ਤੇਰੇ ਨਾਲ ਆ ਬੈਤ ਦੇ ਵਿੱਚ ਤੇ ਬੈਤ ਕਰਨੇ ਆ ਨਾ। ਤੇ ਉਹ ਬੈਤ ਦਾ ਸਾਰਾ ਪਲਾਨ ਬਣੂ ਕੇ ਅਸੀਂ ਵਿਹਲੇ ਹੋਏ ਆ ਤੇ ਸਾਡੇ ਕੋਲ ਭਾਜੀ ਆਏ ਨੇ ਮੁਹੰਮਦ ਅਹਿਮਦ ਸਾਹਿਬ। ਨਾ ਲੰਮੀਆਂ ਛੱਡਿਆ ਕਰੋ, ਨਾਲ ਹੀ ਤੁਸੀਂ ਦੂਜੀ ਬਰਾੜ ਦੇ ਬਹਿ ਕੇ ਜੋ ਕੁਝ ਲੱਗੇ ਇਹ ਪੈਗਾਮ ਦੇਣ। ਸਰ ਮੈਂ ਇਹੀ ਖੁਦਾ ਦੀ ਕਸਮ ਖਾ ਕੇ ਆਨਾ ਕਿ ਇਹੀ ਪਲਾਨ ਸੁਣ ਲਓ, ਇਹੀ ਪਲਾਨ ਯਾਰ ਸੁਣ ਤੇ ਲਵੋ। ਦੂਜੀ ਬਰਾੜ ਦੇ ਜਿਹੜੇ ਸਿਸਟਰ ਗਏ ਉਹਨਾਂ ਦੇ ਪੈਗਾਮ ਦੇਣ ਲੱਗੇ ਹੋ ਜੀ ਇਹ ਕਰੋ ਤੇ ਇਹ ਉਹਨਾਂ ਨੂੰ। ਆਹੋ ਤੇ ਇਹੀ ਦੱਸ ਰਹੇ ਸਨ ਨਾ, ਇਹੀ ਤੁਹਾਡਾ ਬੈਤ ਤੁਸੀਂ ਦੂਜੀ ਬਰਾੜ ਦੇ ਬੈਠੇ, ਤੁਸੀਂ ਉਸ ਬਰਾੜ ਦੇ ਬੈਠੇ ਵੀ ਨਹੀਂ ਆਏ। ਹਾਂਜੀ ਸੁਣ ਲਓ, ਜਿਸ ਟਾਈਮ ਤੁਹਾਡੇ ਅਲਾਮਾ ਸਾਹਿਬ ਆਏ ਨੇ ਨਾ ਉੱਥੇ, ਠੀਕ ਹੈ, ਉਸ ਟਾਈਮ ਥੱਲੋਂ ਬੰਦੇ ਨਿਕਲ ਕੇ ਸਾਰੇ 40-50 ਤੇ ਉਧਰ ਤੁਰ ਗਏ ਨੇ ਸਾਡੇ ਕੋਲ। ਜਦੋਂ ਮੈਂ ਵੀ ਫਿਰ ਉਸ ਟਾਈਮ ਨਿਕਲ ਗਿਆ ਸੀ ਨਾ, ਠੀਕ ਹੈ। ਉਸ ਟਾਈਮ ਮੈਂ ਉਹ ਬਰਾੜ ਛੱਡੀ ਹੈ। ਉਸ ਟਾਈਮ ਤੱਕ ਜਦੋਂ ਹੁਣ ਅਲਾਮਾ ਸਾਹਿਬ ਦਾ ਮੈਂ ਇੱਕ ਲਫ਼ਜ਼ ਨਹੀਂ ਉੱਥੇ ਸੁਣਿਆ ਨਾ, ਉਸ ਤੋਂ ਪਹਿਲਾਂ ਹੀ ਕਹਿ ਲਓ ਕਿ ਮੈਂ ਨਿਕਲ ਕੇ ਤੇ ਆ ਕੇ ਬਰਾੜ ਲਾਈ ਸੀ ਇਹਨਾਂ ਨੇ। ਮੈਂ ਆਂਦਾ ਰਿਹਾ ਇਰਫਾਨ ਜੱਟ ਸਾਹਿਬ ਨੂੰ ਕਿ ਤੁਸੀਂ ਲਾਓ, ਉਹਨਾਂ ਨੇ ਹੀ ਲਾਈ। ਤਾਰ ਸਾਹਿਬ ਨੇ ਲਾ ਲਈ, ਮੈਂ ਉੱਥੇ ਆ ਗਿਆ। ਉੱਥੇ ਆ ਕੇ ਹਾਂ, ਕਿਉਂਕਿ ਹੁਣ ਉੱਥੇ ਸਾਨੂੰ ਚੁੱਕਿਆ ਨਹੀਂ ਜਾ ਰਿਹਾ, ਨਾ ਗੱਲ ਸੁਣੀ ਜਾ ਰਹੀ ਸੀ। ਫਿਰ ਅਸੀਂ ਇਹ ਗੱਲ ਆਖੀਏ ਕਿ ਭਾਈ ਅਸੀਂ ਬੈਤ ਕਰਨ ਨੂੰ ਤਿਆਰ ਹਾਂ, ਠੀਕ ਹੈ, ਤੁਸੀਂ ਆਓ ਸਾਡੇ ਨਾਲ ਬਵੋ, ਸਾਨੂੰ ਲਿਖ ਕੇ ਦਿਓ ਕਿ ਇਹ ਸ਼ਰਾਇਤ ਨੇ, ਠੀਕ ਹੈ, ਤੇ ਅਸੀਂ ਇਹਨਾਂ ਸ਼ਰਾਇਤਾਂ ਦੇ ਉੱਤੇ ਭਾਈ ਜੀ ਅਮਲ ਕਰਕੇ ਤੇ ਟਿਕਟਾਕ ਦੀ ਜ਼ਿੰਦਗੀ ਗੁਜ਼ਾਰਾਂਗੇ, ਭਾਵੇਂ ਉਹ 2 ਦਿਨ 4 ਦਿਨ ਜਿੰਨੀ ਦੇਰ ਵੀ ਹੈ। ਉਹਨੇ ਗੁਜ਼ਾਰਨੀ ਤੁਸੀਂ ਕੋਈ ਨਹੀਂ, ਸਿਰਫ ਡਰਾਮੇਬਾਜ਼ੀ ਕਰ ਰਹੇ ਹੋ। ਅਸਤਗਫੁਰੁੱਲਾਹ ਇਹ 20 ਵਾਰੀ ਤੁਸੀਂ ਗੱਲਾਂ ਕਰ ਰਹੇ ਹੋ। ਸਾਡੇ ਈਮਾਨ ਤੇ ਸ਼ੱਕ, ਬਸਰਾ ਸਾਹਿਬ ਤੁਹਾਡੇ ਸਾਡੇ ਈਮਾਨ ਤੇ ਸ਼ੱਕ ਯਾਰ, ਸਾਡੇ ਦਿਲ ਚ ਵੜ ਕੇ ਤੁਸੀਂ ਵੇਖਿਆ ਜੇ ਹਰ ਚੀਜ਼ ਤੇ ਸ਼ੱਕ ਹੈ। ਅਲੀ ਵਾਲਾ ਭਾਈ ਸਾਡੇ ਨਾ ਕਰੋ। ਅਲੀ ਵਾਲਾ ਸਾਹਿਬ ਇਹ ਜਿਹੜੀਆਂ ਗੱਲਾਂ ਨੇ ਨਾ ਕਿ ਉਹ ਆਵੇ ਤੇ ਉਹਦੇ ਮੁਤਾਬਕ ਅਸੀਂ ਇੰਜ ਕਰਾਂਗੇ ਤੇ ਇਹ ਸਭ ਝੂਠ ਹੈ। ਸੁਣ ਲਓ ਨਾ, ਨਾ ਕਰਨਾ ਯਾਰ ਇਹ ਤੁਸੀਂ ਗੱਲ ਮੇਰੀ ਗੱਲ ਸੁਣ ਲਓ, ਇਹ ਤਾਂ ਕਿਸੇ ਗੱਲ ਤੇ ਰਿਹਾ ਹੋ। ਅੱਜ ਤੁਸੀਂ ਮੈਨੂੰ ਖਿਲਾਰੋ ਕਿਹੜੀ ਗੱਲ ਤੇ ਖਿਲਾਰੋ ਕਿਸੇ ਗੱਲ ਤੇ। ਅੱਲਾ ਦੇ ਬੰਦੇ ਉਹ ਗੱਲ ਜਿਹਦੇ ਤੁਸੀਂ ਪੂਰਾ ਨਹੀਂ ਉਤਰ ਆਉਂਦੇ ਯਾਰ। ਤੁਸੀਂ ਸਾਡਾ ਦਿਲ ਵੇਖਿਆ, ਉਹਨੇ ਲਾਈ ਉਹਨੇ ਕਿਹਾ ਕਿ ਜਿਹੜੇ ਗਾਲੀਬਾਜ਼ ਨੇ ਇਹਨਾਂ ਨੂੰ ਕਹੋ ਕਿ ਗਾਲਾਂ ਨਾ, ਉਹਨੇ ਗਲਤ ਗੱਲ ਕੀਤੀ ਹੈ। ਮੈਂ ਕਹਿਣ ਡਿਆ ਕਿ ਵੇਖੋ ਨਾ, ਗਾਲੀ ਦੇ ਖਿਲਾਫ ਬਰਾੜ ਲਾਈ, ਠੀਕ ਹੈ, ਗਾਲੀ ਦੇ ਖਿਲਾਫ ਬਰਾੜ ਲਾਈ ਨਾ ਜੀ ਹਾਂ, ਤੇ ਫਿਰ ਗਾਲਾਂ ਕਿਉਂ ਕਢਵਾਈਆਂ? ਕਿਹਨੇ ਗਾਲਾਂ ਕੱਢੀਆਂ? ਕਿਸੇ ਗਾਲਾਂ ਨਹੀਂ ਕੱਢੀਆਂ। ਉੱਥੇ ਬਿਲਾਲ ਹਨੀਫ ਨੇ ਕਰੋੜ ਗਾਲ ਕੱਢੀ ਹੈ। ਨਹੀਂ ਕਿਸੇ ਕਰੋੜ ਗਾਲ ਨਹੀਂ ਕੱਢੀ। ਚਲੋ ਛੱਡੋ ਇਸ ਗੱਲ ਨੂੰ, ਬਹਰਹਾਲ ਤੁਹਾਡੇ ਨਾਲ ਬਹਿਸ ਕਰਨਾ ਬਣਦਾ ਨਹੀਂ, ਤੁਹਾਡੇ ਨਾਲ ਬਹਿਸ ਕਰਨਾ ਨਹੀਂ ਬਣਦਾ। ਬਹਿਸ ਸਿਰਫ ਇੰਨੀ ਹੈ ਕਿ ਮੈਂ ਪੈਗਾਮ ਹੁਸੈਨੀ ਸਾਹਿਬ ਨੂੰ ਦੱਸ ਰਿਹਾ ਸਾਂ ਕਿ ਸੋਨੀ ਸਾਹਿਬ ਨੇ ਬਰਾੜ ਲਵਾਈ ਸੀ ਤੇ ਮੈਂ ਇਹੀ ਸਾਰਿਆਂ ਨੂੰ ਮਸ਼ਵਰਾ ਦਿੱਤਾ ਕਿ ਭਾਈ ਜੀ ਹੁਣ ਜਿਹੜਾ ਨਾ ਉਹਨਾਂ ਨੂੰ ਲਿਆਓ, ਮੈਦਾਨ 'ਚ ਬਿਠਾਓ ਤੇ ਅਸੀਂ ਉਹਨਾਂ ਦੇ ਮਗਰ ਤੇ ਉਹ ਸਾਨੂੰ ਜਿਸ ਤਰ੍ਹਾਂ ਲੈ ਕੇ ਚੱਲਣਗੇ ਅਸੀਂ ਉਸ ਤਰ੍ਹਾਂ ਚੱਲ ਪਵਾਂਗੇ। ਆਸਾਨ ਹਾਲ ਤੇ ਹੀ ਨਾ ਲੜਾਈ ਮਕਾਨ ਦਾ ਹੁਸੈਨੀ ਸਾਹਿਬ ਕਿ ਕਿਸੇ ਨੂੰ ਆਖੀਏ ਕਿਸੇ ਨੂੰ ਯਾਰ ਸੁਣ ਕੇ ਤੁਸੀਂ ਮਕਾਉਂਦੇ ਹੋ ਨਾ। ਅਲੀ ਵਾਲਾ ਸਾਹਿਬ ਮਿਹਰਬਾਨੀ ਹੈ ਯਾਰ, ਹੁਸੈਨੀ ਸਾਹਿਬ ਨੂੰ ਗੱਲ ਜਾ ਕੇ ਬੰਦੇ ਨੂੰ ਪਿਆ ਡਿਸਟਰਬ ਕਰਦੇ ਫੋਨ ਕਰਕੇ ਨਾ ਕਰੋ ਯਾਰ। ਅਲੀ ਵਾਲਾ ਸਾਹਿਬ ਮੈਨੂੰ ਗੱਲ ਤੇ ਕਰਦੇ ਹੋ, ਇੱਕ ਬੀਬੀ ਹੈ, ਬੀਬੀ ਦਾ ਯਾਰ ਅੱਲਾਹ ਮਾਫ ਕਰੇ। ਅਲੀ ਵਾਲਾ ਸਾਹਿਬ ਹੁਸੈਨੀ ਸਾਹਿਬ ਨਾਲ ਗੱਲ ਕਰ ਲੈਂਦਾ, ਮਿਹਰਬਾਨੀ ਯਾਰ, ਮਿਹਰਬਾਨੀ। ਅੱਛਾ ਹੁਸੈਨੀ ਸਾਹਿਬ, ਮੈਂ ਤਜਵੀਜ਼ ਉੱਥੇ ਪੇਸ਼ ਕੀਤੀ ਸੀ ਤੇ ਮਸ਼ਵਰਾ ਦਿੱਤਾ ਸੀ ਕਿ ਭਾਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਭਾਈ ਜੀ ਰਾਹ ਫੜ ਲੈਣਾ, ਠੀਕ ਹੈ, ਤੇ ਰਾਹ ਉਹਨਾਂ ਦੇ ਮਗਰ ਜੋ ਕਹਿਣ ਉਸੇ ਤਰ੍ਹਾਂ ਕਰਨਾ। ਉੱਥੋਂ ਨਾ ਇੱਕ ਲਫ਼ਜ਼ ਇੱਧਰ ਤੇ ਨਾ ਇੱਕ ਲਫ਼ਜ਼ ਉੱਧਰ, ਠੀਕ ਹੈ ਨਾ। ਜਿਸ ਤਰ੍ਹਾਂ ਉਹ ਕਹਿਣ ਕਿ ਇਸ ਤਰ੍ਹਾਂ ਤੁਸੀਂ ਟਿਕਟਾਕ ਤੇ ਚੱਲਣਾ, ਉਸ ਤਰ੍ਹਾਂ ਹੀ ਚੱਲਦੇ ਰਹਿੰਦੇ ਆ, ਠੀਕ ਹੈ। ਉਸ ਤਰ੍ਹਾਂ ਮੈਂ ਉਹਨਾਂ ਨੂੰ ਆਖਿਆ, ਮੈਂ ਕਿਹਾ ਉਹਨਾਂ ਨੂੰ ਲਿਆਓ ਸਾਡੇ ਕੋਲ ਬਿਠਾਓ ਜਾਂ ਤੁਸੀਂ ਆਪਣੇ ਕੋਲ ਬਿਠਾਓ। ਸਾਡੀ ਦੂਜੀ ਇੱਕ ਬਾਜੀ ਨੇ, ਬਾਜੀ ਤਨਜ਼ੀਲਾ ਬੜੇ ਅੱਛੇ ਨੇ ਨਾ ਤੇ ਬੜੇ ਮੁਖਲਸ ਨੇ, ਬੜੀ ਗੈਰਤ ਰੱਖਦੇ ਨੇ ਆਪਣੇ ਇਮਾਮ ਵਾਸਤੇ, ਆਪਣੀ ਅਕਾਇਦ ਵਾਸਤੇ ਤੇ ਆਪਣੇ ਅਕੀਦਿਆਂ, ਆਪਣੇ ਅਕਾਬਰੀ ਵਾਸਤੇ। ਅੱਛਾ ਉਹ ਨਾ ਉਹਨਾਂ ਨੂੰ मैं आख्या कि भाई उन्होंने आख्या चलो ठीक है ना, ये सबसे अच्छी मुझे बेस्ट लगी है, तो मैं यही काम करूँगी कि मैं उनके पास बैठ के उनको बोलूँगी कि भाई इकट्ठे होते हैं एक बराड़ पे, तो वहाँ पे बैठ के तो अब एक लाए अलमल बनाते हैं कि जो आप बोलें करेंगी हम वही करेंगे। तो ਇਹ ਗੱਲ ਮੈਂ ਕਰ ਰਿਹਾ ਸਾਂ ਤੇ ਉਹ ਇਹ ਗੱਲ ਮੈਂ ਸਾਰੇ ਕਹਿ ਲੋ ਕਿ ਕੋਈ 40-50 ਬੰਦੇ ਦੇ ਉੱਤੇ ਇਕੱਠੇ ਕੀਤੇ ਨੇ ਤੇ ਨਾਲ ਹੀ ਸਾਡੇ ਆ ਗਏ ਨੇ ਸਾਡੇ ਪਿਆਰੇ, ਉਹ ਕੀ ਨਾਮ ਹੈ ਉਹਨਾਂ ਦਾ, ਮੁਹੰਮਦ ਅਹਿਮਦ ਸਾਹਿਬ। ਮੁਹੰਮਦ ਅਹਿਮਦ ਸਾਹਿਬ ਨੂੰ ਤਾਂ ਤੁਸੀਂ ਜਾਣਦੇ ਹੋ ਨਾ ਜੀ ਜੀ। ਇੱਕ ਤੇ ਅਹਿਮਦ ਮੁਹੰਮਦ ਨੇ ਨਾ ਐਸ ਬਰਾੜ ਦੇ ਮੋਡੀਏਟਰ, ਇੱਕ ਮੁਹੰਮਦ ਅਹਿਮਦ ਸਾਹਿਬ ਵੀ ਨੇ ਸਾਡੇ ਲਾਲ ਡੀਪੀ ਵਾਲੇ ਜੀ, ਜਾਣਦੇ ਹੀ ਹੋ ਤੁਸੀਂ ਉਹਨਾਂ ਨੂੰ
ਮੁਹੰਮਦ ਅਹਿਮਦ ਸਾਹਿਬ ਬਿਲਕੁਲ ਜਿਨ੍ਹਾਂ ਦਾ ਕਲਮਾ ਲਿਖਿਆ ਹੈ। ਹਾਂਜੀ ਹਾਂਜੀ ਹਾਂਜੀ, ਉਹਨਾਂ ਸਾਰਾ ਮੇਰਾ ਪਲਾਨ ਚਿਕਨਾ ਚੂਰ ਕਰਕੇ ਰੱਖ ਕੇ ਨਾ ਉਹਨਾਂ ਆਖਿਆ ਕਿ ਭਾਈ ਜੀ ਜਿਹੜਾ ਨਾ ਇਹ ਕੰਮ ਨਹੀਂ ਹੋ ਸਕਦਾ, ਅਸੀਂ नहीं ये काम सानी साहब, ये करना। आपकी लाइव पे नीचे इमाम मेहदी साहब आए हैं। इमाम मेहदी को उठाएं जरा, टीपू सुल्तान के नाम से कह, ये आपकी लाइव पे ना नीचे आए, तशरीफ लाए हुए हैं। टीपू सुल्तान कह रहे हैं जी, लोगों सुनो, मैं ही सच्चा इमाम मेहदी हूँ जो बहुत जल्द मक्का से ज़हूर करेगा। लो जी पढ़ लो। 1,000 feet, take the Interstate 95 southbound on the right toward Richmond. अच्छा, वो फिर मैं दसन दिया हाँ कि वो ਜਿਹੜੇ ਨਾ ਮੁਹੰਮਦ ਅਹਿਮਦ ਸਾਹਿਬ ਨੇ ਫਿਰ ਉਹ ਸਾਰਾ ਪਲਾਨ ਸਾਡਾ ਸਾਨੀ ਸਭ ਚਿਕਨਾ ਚੂਰ ਕਰ ਛੜਿਆ। ਉਹਨਾਂ ਆਖਿਆ ਤੁਸੀਂ ਸਿਰਫ ਔਰ ਸਿਰਫ ਇੱਕ ਕੰਮ ਕਰਨਾ ਹੈ, ਉਹ ਕਰਨਾ ਹੈ ਇਗਨੋਰ ਤੋਂ ਇਲਾਵਾ ਕੁਝ ਕੰਮ ਨਹੀਂ ਕਰਨਾ। ਮੈਂ ਕਿਹਾ ਲੈ ਵੀ, ਮੈਂ ਤੇ ਬੜੀ ਪਲਾਨਿੰਗ ਕਰਕੇ ਬੈਠਾ ਸਾਂ। ਮੈਂ ਕਿਹਾ ਆਰਾਮ ਸਕੂਨ ਦੇ ਨਾਲ ਕਿਆ ਕੋ 4 ਦਿਨ ਰੌਣਕ ਮੇਲਾ लगेगा, ਅਸੀਂ कर लांगे। पूरे टिकटॉक पे ना सिर्फ 2 ब्रॉडियां ऐसी हैं जिन पे गालियां नहीं दी जाती मेरे अंदाजे से। मतलब एक हुसैनी साहब की ब्रॉड है और एक इम्तियाज साहब जब ब्रॉड करते हैं, ये 2 ब्रॉडियां मैंने देखी हैं जो सही ब्रॉड हैं। बाकी जिधर चले जाओ, वो शियों ने सुन्नियों को पकड़ा हुआ है, उन्होंने उसको पकड़ा हुआ है, कादियानियों ने उसको गालियां निकाल रहे हैं। मतलब लोगों ने बंदे बिठाए हुए हैं सिर्फ गाली देने पे। मैं तो कई बार ये सैनी साहब तंग आ जाता हूँ। मैं तो कहता हूँ यार ये सारे ही झूठे जे, ये सच्चे भी झूठे जे। ਇਹ ਵੀ ਕਿਰੇ ਵੇਖ ਕੇ ਗਾਲਾਂ ਕੱਢਦੇ। ਅਸਤਗਫੁਰullah। ਮੁਸਲਿਮ ਸਾਹਿਬ ਪੁੱਛ ਰਹੇ ਨੇ, ਅਲੀ ਵਾਲਾ ਸਾਹਿਬ ਪੁੱਛ ਰਹੇ ਨੇ ਕਿ ਕੀ ਮੈਨੂੰ ਵੀ ਕਦੀ ਵੇਖਿਆ ਜੇ ਗਾਲਾਂ ਕੱਢਦੇ ਆ ਅਲੀ ਵਾਲਾ ਸਾਹਿਬ ਨੂੰ? मैंने किसी को क्या देखना है, लेकिन यकीन करें कि बड़ा दिल उदास होता है हर जगह गालियां। ਜਿਹੜੇ ਨੇ ਜਿਨ੍ਹਾਂ ਦਾ ਕਹਿ ਰਿਹਾ ਅੱਗੇ ਕਿਹਾ, ਜਿਸ ਤਰ੍ਹਾਂ ਦੀ ਆਈਡੀ ਇਹਨਾਂ ਲਿਆਇਆ ਇਸਲਾਮ ਵਾਲਾ ਤੇ ਮੈਂ ਗਿਆ ਤੇ ਉੱਥੇ ਗਾਲਾਂ पे ਕੱਢਦੇ। ਇਹ ਤਾਂ ਨਹੀਂ ਬੈਠੇ। ये जो आईडी है ना इस्लाम वाली, ये जो डीपी लगी हुई इनकी 1 इसी तरह की डीपीओं के साथ एक ब्रॉड थी, उस पे गाली पे गाली दे रहे थे लोग। वो मुस्लिम साहब मैं बता दूं क्यों दे रहे थे, बता दो। गाली देना बुरी बात है, गाली से बड़ी कोफ्त होती है। नहीं ये अच्छी बात है तो बुरी बात भी गाली देने लग जाए तो फिर उसकी सच्चाई खत्म होगी, जाहिल होगी, खत्म सारा मामला। ऐसे ये नहीं गाली नहीं देनी चाहिए, वो एक अलग बात है, ठीक है। लेकिन मैं कह रहा हूँ कि क्यों दे रहे थे, ये आपने जानना है या नहीं जानना? इससे कोई दिलचस्पी नहीं ना मुझे। गाली है भाई, क्यों देना इसमें? हाँ ठीक है, लेकिन दीन है कि वो मैं हाँ हमें जो दीन सिखाता है ना, वो कल हमने हदीस लगाई थी, नबी करीम सल्लल्लाहु अलैहि वसल्लम की हदीस थी। वो अभी मुझे हदीस का नंबर भूल गया, तकरीबन मेरे ख्याल में वो अली वाला साहब नंबर जानते होंगे कि तुम में से अगर चलो जी मैं मसरूफ़ हो गया इंशाल्लाह ताला। फिर ਮੁਸਲਿਮ ਭਾਈ ਨੇ ਜ਼ਰਾ ਚੈੱਕ ਕਰਿਆ ਜੀ, ਇਹ ਬਕਾਇਦਾ ਬੰਦਿਆਂ ਨੂੰ ਇਕੱਠਿਆਂ ਕਰਕੇ ਤੇ ਕਹਿੰਦੇ ਨੇ ਆਓ ਇੱਥੇ ਮਹਿਫਲ ਲਾਈਏ ਤੇ ਸ਼ੁਰੂ ਕਰੀ प्रोग्राम। नहीं वो मैंने ये डीपी देखी है ना, यही थी सेम इस तरह की। अब मैं ये नहीं कह सकता कि यही थे या कोई और। यही होंदे ने हुसैनी साहब जी मौजूद हो? आवाज ਤੁਹਾਡੀ ਬੜੀ ਪਿੱਛੋਂ ਆ ਰਹੀ ਹੈ, ਮੋਬਾਈਲ ਕਿਤੇ ਦੂਰ ਰੱਖਿਆ ਜੀ? ਆਹੋ ਗੱਡੀ ਚ ਥੋੜਾ ਜਿਹਾ। ਹਾਂ ਅੱਛਾ ਹੁਸੈਨੀ ਸਾਹਿਬ, ਉਹ ਸਫੀਆ ਸਿਸਟਰ ਨੇ ਵਿਚਾਰੀ ਨੇ ਸਿਰਫ ਇੰਨੀ ਕੋਸ਼ਿਸ਼ ਕੀਤੀ ਹੈ ਜਿੰਨੀ ਦੇਰ ਮੈਂ ਸੁਣਿਆ ਹੈ। ਉਹਨੇ ਕਿਹਾ ਕਿ ਜਿਹੜੇ ਗਾਲੀਬਾਜ਼ ਗਰੁੱਪ ਨੇ ਨਾ ਦੋਵਾਂ ਸਾਈਡਾਂ ਤੇ, ਜਾਂ ਜਿਹੜੇ ਗਾਲਾਂ ਕੱਢ ਰਹੇ ਨੇ, ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਜੋ ਕਿਸੇ ਦੀ ਕੋਈ ਤਲੀਮ ਹੈ ਉਹ ਪੇਸ਼ ਕਰੇ, ਇਖਤਲਾਫ ਰੱਖੇ ਕਿ ਅੱਛੇ ਤਰੀਕੇ ਕਾਰ ਵਿੱਚ ਗਾਲਾਂ ਨਹੀਂ ਕੱਢਣੀਆਂ ਚਾਹੀਦੀਆਂ। ਲੇਕਿਨ ਹੁਣ ਉਹਨਾਂ ਨੂੰ ਤਨਕੀਦ ਬਣਾਈ ਜਾ ਰਿਹਾ, ਉਹਨਾਂ ਨੂੰ ਕਿਹਾ ਜਾ ਰਿਹਾ ਕਿ ਨਹੀਂ ਜੋ ਸਾਡੀ ਜਮਾਤ ਜੋ ਨਿਕਲ ਗਏ ਨੇ, ਕੋਈ ਥੱਲੇ ਜਾ ਕੇ ਕਹਿ ਰਿਹਾ ਸੀ ਮੁਨਾਫਿਕ ਹੈ, ਕੋਈ ਕਹਿ ਰਿਹਾ ਸੀ ਮੋਹਰਾ ਹੈ, ਪਤਾ ਨਹੀਂ ਕਿਆ ਉਹਦੇ ਤੇ ਇਲਜ਼ਾਮ ਲਾਏ ਗਏ। ਤੇ ਉਹਨਾਂ ਦੀ ਬਾਰੇ ਕਿਸੇ ਨੇ ਨਹੀਂ ਸੋਚਿਆ ਕਿ ਉਹ ਗੱਲ ਕੀ ਕਹਿ ਰਹੇ ਨੇ ਜਾਂ ਕੀ ਆ ਰਹੇ ਨੇ। ਨਹੀਂ ਤੇ ਬਕਾਇਦਾ ਉਹਨਾਂ ਦੇ ਖਿਲਾਫ ਜਿਹੜੀ ਬਰਾੜ ਲਾਈ ਗਈ ਹੈ ਦੂਜੀ ਸਾਈਡ ਤੇ। नहीं वो बड़े इल्म वाले ने, बड़े अच्छे गुफ्तगू करने वाले ने। उन्हां दे नाल फिर औरत ज़ात है उसकी भी रियायत रखनी चाहिए जी। हाँ रेवलरी नहीं करनी चाहिए। जितनियां भी बाजियां आईयां ने किसी भी फिरके नाल तल्लक होवन, कोई भी ख्याल हो, असीं सारियां दा अदब भी कीता।
ਸਾਨੀ ਸਾਹਿਬ ਆਪੇ ਵਿਕਟਰ ਬਾਜੀ ਆਉਂਦੇ ਨੇ, ਜ਼ੈਨਬ ਬਾਜੀ ਆਉਂਦੇ ਨੇ, ਉਹ ਕਹਿੰਦੇ ਬੋਲਦੇ ਸੀ, ਫਿਰ ਵੀ ਉਹਨਾਂ ਨੂੰ ਬਾਜੀ ਕਰਕੇ ਬੁਲਾਈਦਾ। ਜੀ ਬਾਜੀ ਕਰਕੇ ਬੁਲਾਣਾ ਕੋਈ ਬੁਰੀ ਗੱਲ ਤੇ ਨਹੀਂ, ਤਾਂ ਇਹਦੇ ਚ ਇਹ ਤੇ ਨਹੀਂ ਕਿ ਅਹਿਮਦੀ ਸਾਰੇ ਜਿਹੜੇ ਉਹਨਾਂ ਨੂੰ ਗਾਲਾਂ ਕੱਢਦੇ ਆ। ਨਹੀਂ ਮੈਂ ਸਾਰਿਆਂ ਦਾ ਕਿਹਾ ਯਾਰ, ਉਹ ਅਦਰੀਸ ਸਾਹਿਬ ਸਾਰਿਆਂ ਦਾ ਨਹੀਂ ਕਿਹਾ। ਤੁਸੀਂ ਕਹਿਤਾ ਨਾ ਵੀ ਲੈ ਵੀ ਉਹਨਾਂ ਨੂੰ ਇੰਜ ਕਹਿੰਦੇ ਉਹ ਕਹਿਣ ਵਾਲੇ ਦਾ ਕਸੂਰ ਹੈ ਨਾ ਕਿ ਉਹਨੂੰ ਪਿੱਛੇ ਬੈਠੇ ਨੇ ਕਹਿੰਦੇ ਜੇ ਨਾ, ਅਜੇ ਤੁਹਾਡੇ ਥੱਲੇ ਬੈਠੇ ਨੇ, ਇਹਨਾਂ ਨੇ ਗੱਲ ਛੇੜੀ, ਅਸੀਂ ਤਾਂ ਗੱਲ ਵੀ ਨਹੀਂ ਛੇੜੀ ਉਹਨਾਂ ਦੀ। ਅਜੇ ਤੁਹਾਡੇ ਥੱਲੇ ਬੈਠੇ ਨੇ, ਇਹਨਾਂ ਛੇੜੀ ਇਹਦੇ ਨਾਲ ਕੀਤੀ। ਮੇਰਾ ਮਤਲਬ ਇਹਦਾ ਅੰਦਰ ਤਲਕ ਹੀ ਕੋਈ ਨਹੀਂ ਇਸ ਬਰਾੜ ਦੇ ਉੱਤੇ ਵੀ ਇਹ ਗੱਲ ਨੂੰ ਛੇੜਦਾ। ਅੱਛਾ ਇੱਕ ਮਿੰਟ ਸਮੀ ਸਾਹਿਬ, ਅਲੀਵਾਲਾ ਸਾਹਿਬ, ਦੋਨਾਂ ਸਾਈਡਾਂ ਤੋਂ ਤੁਹਾਡੀ ਕੀ ਮੁਰਾਦ ਕਿ ਦੋਨਾਂ ਸਾਈਡਾਂ ਤੋਂ ਜਿਹੜੀਆਂ ਗਾਲਾਂ ਕੱਢਦੇ ਨੇ? ਹਾਂ, ਮੁਸਲਮਾਨ ਵੀ ਕੱਢਦੇ ਨੇ ਤੇ ਤੁਸੀਂ ਵੀ ਕੱਢਦੇ ਹੋ, ਫਿਰ ਆਪਣੇ ਆਪ ਨੂੰ ਲਾ ਲਿਆ ਇਹਦੇ ਵਿੱਚ ਸ਼ਾਮਲ। ਹਾਂ, ਮੁਸਲਮਾਨ ਵੀ ਗਾਲੀ ਕੱਢਦੇ, ਦੂਸਰੇ ਕੌਣ ਨੇ? ਦੂਜੇ ਤੁਸੀਂ ਅਹਿਮਦੀ ਕਾਦੀਆਨੀ ਦੂਜੇ ਕਾਫਰ। ਓਏ ਇੱਕ ਮਿੰਟ ਠਹਿਰ ਜਾ ਯਾਰ। ਅੱਛਾ, ਮੁਸਲਮਾਨ ਨੂੰ ਗਾਲੀ ਕੱਢਣੀ ਚਾਹੀਦੀ ਹੈ? ਕੱਢਣੀ ਤਾਂ ਨਹੀਂ ਚਾਹੀਦੀ, ਅਗਰ ਕੱਢਦਾ ਤੇ ਫਿਰ ਗਲਤ ਕਰਦਾ। ਇਹੋ ਦੂਜਿਆਂ ਤੇ ਅਪਲਾਈ ਹੋ ਜਾਂਦੀ ਹੈ। ਤੇ ਇਸਲਾਹ ਕਿੰਨੀ ਹੋਣੀ ਚਾਹੀਦੀ ਬਹੁਤੀ ਤੁਹਾਡੀ ਨਜ਼ਰ? ਇਸਲਾਹ ਦੁਆਂ ਦੀ ਹੋਣੀ ਚਾਹੀਦੀ ਹੈ, ਭਾਵੇਂ ਮੁਸਲਮਾਨ ਹੋਵੇ ਤੇ ਭਾਵੇਂ गैर मुस्लिम होवे, दुआ दी होनी चाहिए। अच्छा ये वैसे ना ये तकिया कलाम है हमारे माशरे का ना मंसूर साहब। जन्नत च 72 खुराक किन्नू मिलनियां ने? ਇਹ ਤੇ ਅੱਲਾਹ ਨੇ ਦੇਣੀਆਂ ਨੇ, ਜੇ ਤੇ ਮੇਰੇ ਇਖਤਿਆਰ ਚ ਹੋਵੇ ਜਾਂ ਅੱਲਾਹ ਨੇ ਦੱਸਿਆ ਹੋਵੇ ਮੈਨੂੰ ਕਿ ਮੈਂ ਫਲਾਣੇ ਨੂੰ 72 ਹੁਰਾਂ ਦਿਆਂਦਾ। नहीं मंसूर साहब ये ना सुन तो लेना, हमारे माशरे का ना एक अलमिया ये भी है, ये भी तकिया कलाम है हमारा। यार मैं गाल कढ़नी तो नहीं सी, लेकिन चल ऐल है फिर। नहीं मुस्लिम साहब वो पंजाबियों की मिसाल देना, किसी ने पंजाबी ने किया कि यार पंजाबी गालां बड़े कढ़दे ने, उन्हें किस मादर चौथ ने कहा पंजाबी गालां कढ़दे। ਕਦੀ ਅਲੀਵਾਲਾ ਸਾਹਿਬ ਇਤਫਾਕ ਹੋਇਆ ਕਿ ਤੁਸੀਂ ਆਪਣੇ ਮੁਸਲਮਾਨ ਭਰਾਵਾਂ ਨੂੰ ਕਿਹਾ ਹੋਇਆ ਕਿ ਯਾਰ ਗਾਲਾਂ ਨਾ ਕੱਢਿਆ ਕਰੋ ਜਾਂ ਇਸ ਤਰ੍ਹਾਂ? बड़ी बारी किया, बड़ी बारी किया। मैं मुसलमान हूँ ना जी, देखिए मैं मुसलमान हूँ, मैंने कहा है ना। हाँ जी बड़ी बारी किया। मुझे चिढ़ गालियाँ निकाल ये जो निकालते हैं। लगता सैनी साहब की खांसी नहीं है तक ठीक हुई। जी नहीं मेरी खांसी नहीं है, नाल दूसरे पैसेंजर ने उन्होंने। अच्छा 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 नहीं होता बाहर खंगण वाला मैं ही हूँ। ठीक हो गया, ठीक नहीं मैं समझा तो बात ਤੁਹਾਡੇ ਵੱਲ ਮਾਰ ਰਹੀ ਹੈ ਨਾ, खंग मेरे मत्थे ही ला देती है। नहीं मैं नहीं ठीक ਸਾਰੀ ਖੰਗ ਦਾ ਕੇਸ ਹੀ ਕਿ ਸਾਨੀ ਸਾਹਿਬ ਦੇ ਪਾਤਾ। हुसैनी साहब जी जी बस सारी खंग का केस ही सानी साहब ने पाता है। हुसैनी साहब आप पाकिस्तान विजिट करते रहते हैं? हाँ जी पाकिस्तान विजिट करते रहते हैं आप? करता पाकिस्तान सर आए ना कभी हमारे इलाके में आए, बस किस्मत ले आई। इस बार कभी चक्कर लगा पाकिस्तान तो हमारे इलाके में आइएगा, खसूसन हमारे मेहमान बनकर। मीरपुर में गया सन 1958 ਦੇ ਵਿੱਚ। बड़ी दूर अगला डैम बनिया ना इत्थे हुंदा है पुराना मीरपुर। अब आए ना जी, अब तो बड़ा तब्दीली आ गई, अब तो बड़ी बड़ा खूबसूरत शहर बन गया है। तो बहुत खूबसूरत शहर है माशाल्लाह, इस्लामाबाद की टक्कर का शहर है। मिनी लंदन कहते हैं जी हम अपने शहर को। आप मेरे ख्याल हुसैनी साहब गुजरात के इलाके से हैं, उस साइड से हैं कहीं पे? करीब ही है हमारे गुजरात तो, ये कि मतलब लोकली सफ़र है हमारा, इतना नहीं दूर। मैं आगे गए उत्थे तक तत्ता पानी। अच्छा अच्छा सही सही। ठंडे पानी तक तो मैं भी गया हूँ। ठंडे पानी तक तो मैं भी गया। हाँ नहीं ठंडा नहीं, वो तत्ता पानी है। मैं भी ठंडे पानी तक गया। हुसैनी साहब आप अमेरिका से हैं या इंग्लैंड से हैं? जी आप अमेरिका से हैं या इंग्लैंड से? वो सारा ही अपना वतन है जी। अच्छा हमारा हिंदुस्तान हमारा, हम बुलबुल हैं उसकी, सारा जहाँ हमारा। माशाअल्लाह
मुस्लिम है हम बताना सारा जहां हमारा इतने किसे तकसीम करके की लेना है। बिल्कुल बिल्कुल मेरे को तो लेके रावला कोट मुस्लिम भाई आप कहाँ से हैं? यूके से लग रहे हैं। जी आप यूके से लग रहे हैं। नहीं नहीं, मैं स्टेट से हूँ। यूनाइटेड स्टेट। ਇਹਨਾਂ ਨੇ ਦੱਸਣਾ ਪਾਕਿਸਤਾਨ ਵਿੱਚੋਂ ਆ ਕਸ਼ਮੀਰ ਦੇ ਨੇ ਜਸਟ अच्छा अच्छा ठीक ठीक ठीक। ਉਹਦਾ ਕਹਿ ਨਹੀਂ ਰਿਹਾ ਮੀਰਪੁਰ ਦੇ मीरपुर खास। अच्छा अच्छा ठीक। नहीं खास नहीं है, खाली मीरपुर। ਖਾਲੀ ਮੀਰਪੁਰ शेख मीरपुर खास ਤੇ ਸਿੰਧ ਵਾਲੀ ਸਾਈਡ ਤੇ ਨਹੀਂ हाँ वो सिंध में है, मीरपुर खास सिंध में। ਸਾਈਡ ਤੇ हाँ जी अच्छा अच्छा ठीक हो गया। ਜਿਹੜਾ ਹੈਦਰਾਬਾਦ ਦੇ ਕੋਲ ਹੈ ਜੀ ਹਾਂ ਹੁਣ ਪਹਿਲੇ ਥਰਪਾਰਕਰ ਕਹਿਲਾਂਦਾ ਹੈ, ਹੁਣ ਮੇਰੇ ਖਾਸ ਜ਼ਿਲ੍ਹਾ ਬਣ ਗਿਆ ਤੇ ਉਹਦੇ ਚੋਂ 3 ਜ਼ਿਲ੍ਹੇ ਨਿਕਲ ਗਏ ਨੇ ਥਰਪਾਰਕਰ ਵਿੱਚੋਂ, 3 ਜਾਂ 4। ਉਮਰਕੋਟ ਤਹਿਸੀਲ ਹੁੰਦੀ ਉਹ ਵੀ ਜ਼ਿਲ੍ਹਾ ਬਣ ਗਏ ਹੈ, ਮਿੱਠੀ ਵੀ ਜ਼ਿਲ੍ਹਾ ਬਣ ਗਏ ਹੈ, ਤੇ ਮੀਰਪੁਰ ਵੀ ਜ਼ਿਲ੍ਹਾ ਬਣ ਗਿਆ, ਜੀ ਉਹ ਵੀ ਦੇਖੇ ਹੈ। ਸ਼ਾਇਦ ਜੀ ਹੁਣ ਸਾਹਿਬ ਹੁਣ ਮਜ਼ੀਦ ਕੁਝ ਜ਼ਿਲ੍ਹੇ ਤੇ ਡਿਵੀਜ਼ਨ ਬਣਾ ਰਹੇ ਨੇ ਫੇਰ ਹੁਣ ਫੇਰ ਕੋਈ ਤਕਸੀਮ ਜੇ ਆਬਾਦੀ ਵੱਧ ਰਹੀ ਹੈ ਤੇ ਉਹਦੀ ਵਜ੍ਹਾ ਤੋਂ ਜਿਹੜਾ ਮਜ਼ੀਦ ਥੋੜਾ ਗੁਜਰਾਤ में भी डिवीजन बन गया है ਸਾਡੇ ਆ ਉਹ ਗੁਰਦਾਸਪੁਰ ਦੀ ਤਹਿਸੀਲ ਹੈ ਤੇ ਹੁਣ ਉਹ ਉੱਥੋਂ ਕੱਟ ਕੇ ਪਾਕਿਸਤਾਨ ਦਾ ਜ਼ਿਲ੍ਹਾ ਬਣ ਗਿਆ, ਜ਼ਿਲ੍ਹਾ ਨਾਰੋਵਾਲ। ਸਾਹਿਬ ਗੁਜਰਾਤ ਨੂੰ ਵੀ ਡਿਵੀਜ਼ਨ ਬਣਾ ਛੜਿਆ ਨੇ ਹੈ, ਗੁਜਰਾਤ ਵੀ ਡਿਵੀਜ਼ਨ ਬਣ ਗਿਆ। ਹਾਂ ਡਿਵੀਜ਼ਨ ਬਣ ਬਿਲਕੁਲ। ਯਾ ਗੁਜਰਾਤ ਜਿਹੜਾ ਮੰਡੀ ਨਿਕਲ ਗਿਆ ਜੀ ਹਾਂ, ਗੁਜਰਾਤ 2 ਜ਼ਿਲ੍ਹੇ ਹੋ ਗਏ ਨਾ। ਇਹ ਆਸਾ ਆਸਾ ਆਬਾਦੀ ਵੱਧ ਰਹੀ ਹੈ ਤੇ ਫਿਰ ਉਸ ਹਿਸਾਬ ਦਾ ਫਿਰ ਕਰਨਾ ਪੈਂਦਾ। मुस्लिम साहब ਤੁਹਾਡੇ ਵੱਲ ਹਾਲਾਤ कैसे ने? हैं जी आबादी के हाँ नहीं नॉर्मल मतलब किस चीज के हालात? मुल्की हालात ठीक है अल्हम्दुलिल्लाह, हम खुद अमन में, बाकी दुनिया जो मर्जी करती रही। ठीक